ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਜਦੋਂ ਚੋਣਾਂ ਹੁੰਦੀਆਂ, ਜਦੋਂ ਵੋਟਾਂ ਹੁੰਦੀਆਂ ਤੇ ਉਦੋਂ ਆਮ ਲੋਕਾਂ ਨੂੰ ਇੱਕ ਬਹੁਤ ਵੱਡਾ ਭੁਲੇਖਾ ਹੁੰਦਾ ਕਿ ਇਹ ਚੋਣਾਂ ਸਿਆਸੀ ਪਾਰਟੀਆਂ ਲੜਦੀਆਂ, ਇਹ ਚੋਣਾਂ ਉਮੀਦਵਾਰ ਲੜਦੇ ਆ। ਅਸੀਂ ਇਸ ਚੀਜ਼ ਨੂੰ ਭੁੱਲ ਹੀ ਗਏ ਕਿ ਅਸਲ ਦੇ ਵਿੱਚ ਆਮ ਲੋਕਾਂ ਨੇ ਚੋਣਾਂ ਲੜਨੀਆਂ ਹੁੰਦੀਆਂ ਤੇ ਉਹਨਾਂ ਦਾ ਕੰਮ ਕੀ ਹੁੰਦਾ ਹੈ ਕਿ ਸਿਆਸੀ ਧਿਰਾਂ ਨੂੰ, ਉਮੀਦਵਾਰਾਂ ਨੂੰ ਲੋਕਾਂ ਦੇ ਮੁੱਦਿਆਂ ਦੇ ਉੱਤੇ ਟਿਕਾ ਕੇ ਕਿੱਦਾਂ ਰੱਖਣਾ ਹੈ। ਜੇ ਆਪਾਂ ਪਿਛਲੇ 20, 25, 30 ਸਾਲ ਜਿੰਨੀ ਵੀ ਕਿਸੇ ਦੀ ਉਮਰ ਹੈ ਉਹਦੀ ਸੁਰਤ ਦੇ ਮੁਤਾਬਕ ਆਪਾਂ ਦੇਖੀਏ ਤਾਂ ਅੱਜ ਤੱਕ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਕਿਵੇਂ ਲੜੀਆਂ ਜਾਂਦੀਆਂ ਰਹੀਆਂ, ਇਸ ਤਰੀਕੇ ਦੇ ਨਾਲ ਲੜੀਆਂ ਜਾਂਦੀਆਂ ਰਹੀਆਂ ਕਿ ਇਸ ਪਾਰਟੀ ਦਾ ਲੀਡਰ ਇੱਧਰੋਂ ਛਾਲ ਮਾਰ ਕੇ ਉੱਧਰਲੇ ਪਾਸੇ ਚਲੇ ਗਿਆ, ਉਸ ਪਾਰਟੀ ਦਾ ਨੇਤਾ ਉੱਧਰ ਚਲੇ ਗਿਆ। ਅਸੀਂ ਮੀਡੀਆ ਵਾਲੇ ਵੀ ਬਾਰ-ਬਾਰ ਇਹੀ ਚਰਚਾ ਕਰਦੇ ਹੁੰਦੇ ਜੀ, ਉਸ ਪਾਰਟੀ ਦਾ ਪਲੜਾ ਇਸ ਕਰਕੇ ਭਾਰੀ ਹੋ ਗਿਆ ਕਿ 25 ਲੀਡਰ ਦੂਸਰੀ ਪਾਰਟੀ ਛੱਡ ਕੇ ਉੱਧਰ ਆ ਗਏ। ਜਦ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨਾਲ, ਮਸਲਿਆਂ ਦੇ ਨਾਲ, ਤੁਹਾਡੀ ਬੇਰੁਜ਼ਗਾਰੀ ਦੇ ਨਾਲ, ਤੁਹਾਡੇ ਪਾਣੀ ਦੇ ਨਾਲ, ਤੁਹਾਡੇ ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੁਹਾਡੇ ਹੱਥ ਉਹੀ ਦਾਤੀ ਪੱਲੀ ਹੈ, ਉਹੀ ਹਥੌੜਾ ਹੈ, ਉਹੀ ਰੰਬਾ ਹੈ, ਉਹੀ ਤੁਹਾਡਾ ਸਕੂਟਰ ਹੈ, ਉਹੀ ਕਲੱਚ ਦੀ ਤਾਰ ਹੈ। ਜਿਹੜੀ ਟੁੱਟ ਗਈ ਤਾਂ ਤੁਸੀਂ ਆਪ ਹੀ ਬਦਲਣੀ ਆ ਜਾਂ ਘੜੀਸ ਕੇ ਉਹਨੂੰ ਮਕੈਨਿਕ ਦੇ ਕੋਲ ਲੈ ਕੇ ਜਾਣਾ ਹੈ। ਇੱਕ ਪਾਸੇ ਸਿਆਸੀ ਪਾਰਟੀਆਂ ਤੇ ਉਮੀਦਵਾਰ ਨੇ, ਦੂਸਰੇ ਪਾਸੇ ਅਸੀਂ ਤੁਸੀਂ ਸਾਰੇ ਵੋਟਰ ਆ। ਇਹਦੇ ਵਿਚਾਲੇ ਇੱਕ ਵਿੱਥ ਸੀ, ਇੱਕ ਗੈਪ ਸੀ, ਇੱਕ ਖੱਪਾ ਸੀ, ਇੱਕ ਵੈਕਿਊਮ ਕ੍ਰੀਏਟ ਹੋ ਚੁੱਕਿਆ ਸੀ। ਸਿਆਸੀ ਪਾਰਟੀਆਂ ਆਪਣੇ ਵਾਅਦੇ ਲਾਰੇ ਲਾਉਂਦੀਆਂ ਸੀ, ਲੋਕ ਵੋਟਾਂ ਪਾ ਦਿੰਦੇ ਸੀ, ਪਰ ਲੋਕ ਵੋਟਾਂ ਪਾਉਂਦੇ ਕਿਹੜੇ ਢੰਗ ਦੇ ਨਾਲ ਸੀ, ਉਹਨਾਂ ਦੀ ਤਿਆਰੀ ਕਿੱਦਾਂ ਹੋਵੇ, ਉਹਦੇ ਲਈ ਇੱਕ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ। ਡੈਮੋਕ੍ਰੇਸੀ ਦਾ, ਲੋਕਤੰਤਰ ਦੇ ਕੰਗ ਹੁੰਦਾ ਪ੍ਰੈਸ਼ਰ ਗਰੁੱਪ, ਦਬਾਓ ਸਮੂਹ। ਜਿਹੜੇ ਰਾਜਨੀਤੀ ਸ਼ਾਸਤਰ ਪੜ੍ਹੇ ਨੇ ਜਾਂ ਪੜ੍ਹ ਰਹੇ ਨੇ ਉਹਨਾਂ ਨੂੰ ਤਾਂ ਇਹ ਕਨਸੈਪਟ ਸਮਝਾਇਆ ਜਾਂਦਾ, ਪਰ ਆਮ ਪਿੰਡਾਂ ਸ਼ਹਿਰਾਂ ਦੇ ਵਿੱਚ ਅਜੇ ਉਹ ਚੀਜ਼ ਨਦਾਰਦ ਸੀ, ਗੈਰ ਹਾਜ਼ਰ ਸੀ। ਇਸ ਵਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਲੋਕਤੰਤਰ ਦੀ ਉਸ ਕੜੀ ਨੂੰ ਜੋੜਨ ਦੇ ਲਈ ਇੱਕ ਮੰਚ ਬਣਦਾ ਹੈ, ਜੂਝਦਾ ਪੰਜਾਬ ਮੰਚ। ਹੁਣ ਜੂਝਦਾ ਪੰਜਾਬ ਮੰਚ ਦੇ ਵਿੱਚ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ, ਉਹਦੇ ਵਿੱਚ ਅਰਥ ਸ਼ਾਸਤਰੀ, ਉਹਦੇ ਵਿੱਚ ਖੇਤੀਬਾੜੀ ਮਾਹਿਰ, ਉਹਦੇ ਵਿੱਚ ਸਿਆਸੀ ਨਜ਼ਰ ਦੇ ਨਾਲ ਜਿਹੜੇ ਪੱਤਰਕਾਰ ਵੇਖ ਰਹੇ ਨੇ, ਲੇਖਕ ਵੇਖ ਰਹੇ ਨੇ, ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ, ਕਲਾਕਾਰਾਂ ਦੀ ਸ਼ਮੂਲੀਅਤ ਹੁੰਦੀ ਹੈ। ਆਪਾਂ ਸਾਰਿਆਂ ਵੇਖਿਆ ਕਿ ਕੁਝ ਹਫ਼ਤੇ ਪਹਿਲਾਂ ਕੰਮ ਸ਼ੁਰੂ ਹੋਇਆ ਸੀ। ਹੁਣ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਸੀ ਕਿ ਭਾਈ ਜੇ ਚੋਣਾਂ ਨਹੀਂ ਲੜਨੀਆਂ ਤਾਂ ਜੂਝਦਾ ਪੰਜਾਬ ਕੀ ਖੋਣ ਖੋਲੂ, ਇਹਦਾ ਕੀ ਲਾਭ ਹੋਊਗਾ। ਪਰ ਅਸਲ ਦੇ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਮਾਨਸਿਕ ਤੌਰ ਦੇ ਉੱਤੇ ਤਿਆਰੀ ਕਰਾਉਣ ਦੇ ਲਈ ਜਿੰਨਾ ਵੱਡਾ ਯੋਗਦਾਨ ਦਬਾਓ ਸਮੂਹ ਪਾ ਸਕਦੇ ਨੇ, ਉਹਨਾਂ ਵੱਡਾ ਯੋਗਦਾਨ ਕੋਈ ਨਹੀਂ ਪਾ ਸਕਦਾ। ਸਿਆਸੀ ਪਾਰਟੀਆਂ ਦਾ ਆਪਣਾ ਮੋਟਿਵ ਹੋਏਗਾ, ਲੀਡਰਾਂ ਦਾ ਆਪਣਾ ਮੋਟਿਵ ਹੋਏਗਾ, ਪਰ ਜਿਨ੍ਹਾਂ ਚੋਣਾਂ ਲੜਨੀਆਂ ਨਹੀਂ ਉਹ ਸਿਰਫ ਤੁਹਾਨੂੰ ਦੱਸਣਗੇ ਕਿ ਅਸੀਂ ਇੱਥੇ ਖਲੋਤੇ ਹਾਂ, ਇੱਥੋਂ ਤੁਰੇ ਸੀ, ਜੇ ਐਸੇ ਰਸਤੇ ਤੇ ਤੁਰੇ ਰਹੇ ਤਾਂ ਇੱਥੇ ਜਾਣਾ ਹੈ, ਇਸ ਕਰਕੇ ਭਾ ਡੰਡੀ ਤੋਂ ਪਰੇ ਹੋ ਕੇ ਆਪਾਂ ਜੀਟੀ ਰੋਡ ਤੇ ਚੜ੍ਹ ਜਾਈਏ। ਅਮਿਤੋਜ ਮਾਨ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਜੂਝਦਾ ਪੰਜਾਬ ਮੰਚ ਦੇ ਅਹਿਮ ਪਿੱਲਰਾਂ ਦੇ ਵਿੱਚੋਂ ਇੱਕ ਪਿੱਲਰ ਨੇ ਤੇ ਅਮਿਤੋਜ ਮਾਨ ਹੋਰੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ 2022 ਦੇ ਵਿੱਚ ਉਮੀਦਾਂ ਆਸਾਂ ਕੀ ਨੇ, ਜੂਝਦਾ ਪੰਜਾਬ ਮੰਚ ਕਿਉਂ ਬਣਾਉਣਾ ਪਿਆ, ਪਹਿਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਹੁਣ ਤੱਕ ਦੀ ਸਰਗਰਮੀ ਕਿੱਥੇ ਕੁ ਤੱਕ ਅੱਪੜੀ ਹੈ, ਲੋਕਾਂ ਦਾ ਰਿਸਪੌਂਸ ਕਿੱਦਾਂ ਦਾ, ਕੀ ਪੰਜਾਬ ਬਚ ਸਕੇਗਾ, ਬਹੁਤ ਵੱਡਾ ਸਵਾਲ ਹੈ। ਅਮਿਤੋਜ ਭਾਜੀ, ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਅਮਿਤੋਜ ਭਾਜੀ, ਸਭ ਤੋਂ ਪਹਿਲਾ ਸਵਾਲ ਇਹ, ਰਾਜਸੀ ਪਾਰਟੀਆਂ ਬਣਦੀਆਂ ਹੁੰਦੀਆਂ ਕਿ ਸਿਆਸੀ ਪਾਰਟੀ ਬਣਾਓ, ਚੋਣਾਂ ਲੜੋ ਜਾਂ ਫਿਰ ਚੋਣਾਂ ਤੋਂ ਪਰੇ ਰਹਿ ਜਾਓ ਇੱਕ ਵੋਟਰ ਦੇ ਤੌਰ ਦੇ ਉੱਤੇ। ਇਹ ਪੰਜਾਬ ਦੇ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਕਿ ਇੱਕ ਪ੍ਰੈਸ਼ਰ ਗਰੁੱਪ ਬਣਿਆ, ਇੱਕ ਦਬਾਓ ਸਮੂਹ ਬਣਿਆ ਜਿਹੜਾ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈ। ਕਿਉਂ ਬਣਾਉਣਾ ਪਿਆ, ਲੋੜ ਕੀ ਮਹਿਸੂਸ ਹੋਈ? ਤੁਸੀਂ ਹੁਣੇ ਇੱਕ ਇੰਟਰੋਡਕਸ਼ਨ 'ਚ ਬੜੀ ਅੱਛੀ ਗੱਲ ਬੋਲ ਰਹੇ ਸੀਗੇ ਕਿ ਅੱਜ ਕੱਲ੍ਹ ਇੱਕ ਪਾਰਟੀ 'ਚੋਂ ਦੂਜੀ ਪਾਰਟੀ 'ਚ, ਦੂਜੀ 'ਚੋਂ ਤੀਜੀ 'ਚ, ਤੀਜੀ ਤੋਂ ਚੌਥੀ 'ਚ, ਮਤਲਬ ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਹੋਰ ਤੇ ਹੋਰਾਂ ਨੂੰ ਹੋਰ ਪਈ ਜਾ ਰਹੇ ਨੇ। ਇਹਦੇ ਵਿੱਚ ਕੀ ਕੋਈ ਮਕਸਦ ਹੈ, ਕੀ ਕੋਈ ਏਜੰਡਾ ਹੈ, ਕੀ ਕੋਈ ਲੋਕਾਂ ਦਾ ਮਸਲਾ ਹੱਲ ਹੋ ਰਿਹਾ ਹੈ? ਸਾਡੇ ਪਾਣੀ ਦੇ ਮਸਲੇ ਵੀ ਉੱਥੇ ਹੀ ਖੜੇ ਨੇ, ਸਾਡੀ ਐਜੂਕੇਸ਼ਨ ਵੀ ਉਵੇਂ ਹੀ ਹੈ, ਸਾਡਾ ਬਾਈਬਲ ਕਲਾਮ ਵੀ ਉਵੇਂ ਹੀ ਹੈ, ਸਾਡੇ ਸੰਘੀ ਬੰਦੀਆਂ ਦੀ ਰਿਹਾਈ ਵੀ ਉੱਥੇ ਹੀ ਹੈ, ਸਾਡਾ ਰੈਵਨਿਊ ਵੀ ਉੱਥੇ ਹੀ ਹੈ। ਇਹ ਕਿਸੇ ਦਾ ਖਿਆਲ ਨਹੀਂ ਕਿ ਅਸੀਂ ਜੇ ਪਾਰਟੀਆਂ ਬਦਲ ਰਹੇ ਹਾਂ
ਜਾਂ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਾਂ, ਐਕਸਟ੍ਰੀਮ ਲੈਫਟ ਤੋਂ ਰਾਈਟ ਜਾ ਰਹੇ ਹਾਂ, ਉਹਦੀ ਵਜ੍ਹਾ ਕੀ ਹੈ? ਉਹਦੇ ਨਾਲ ਲੋਕਾਂ ਦਾ ਕੀ ਸੰਵਾਰਿਆ ਜਾਊਗਾ ਜਾਂ ਕੀ ਪੰਜਾਬ ਦਾ ਭਲਾ ਹੋ ਜਾਊਗਾ? ਸੋ ਇਹਨਾਂ ਨੇ ਤਾਂ ਇਹੀ ਕੁਛ ਕਰਨਾ ਸੀ। ਪ੍ਰੈਸ਼ਰ ਗਰੁੱਪ ਕੀ ਹੁੰਦਾ ਹੈ ਕਿ ਉਹ ਕੀ ਕਰ ਰਹੇ ਨੇ, ਕਿਉਂ ਕਰ ਰਹੇ ਨੇ, ਉਹਦਾ ਨੁਕਸਾਨ ਕੀ ਹੈ, ਅਤੇ ਜੇ ਚੰਗਾ ਕਰਦੇ ਤਾਂ ਕੀ ਫਾਇਦਾ ਹੋ ਸਕਦਾ ਸੀ, ਉਹ ਲੋਕਾਂ ਨੂੰ ਦੱਸ ਸਕੇ। ਔਰ ਅਸੀਂ ਤਾਂ ਉਹ ਤੋਂ ਵੀ ਇੱਕ ਸਟੈਪ ਅੱਗੇ ਗਏ ਹਾਂ ਕਿ ਇਹਨਾਂ ਨੇ ਕਿਵੇਂ ਭਲਾ ਹੋ ਸਕਦਾ ਹੈ ਉਹਦਾ ਕਿਤੇ ਜ਼ਿਕਰ ਹੀ ਨਹੀਂ ਕੀਤਾ। ਜਿਵੇਂ ਹੁਣੇ ਜੇ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਆ ਕੇ ਕਹਿਤਾ ਕਿ ਜੀ ਸਾਡੇ ਆ 10 ਏਜੰਡੇ ਨੇ, ਇੱਕ ਐਜੂਕੇਸ਼ਨ, ਇੱਕ ਹੈਲਥ, ਐਂ ਕਰਕੇ 10 ਗਨਾ ਤੇ। ਉਹ ਤਾਂ ਯਾਰ ਸਾਰਿਆਂ ਨੂੰ ਹੀ ਪਤਾ ਹੈ। ਉਹ ਤਾਂ ਤੁਸੀਂ ਕਿਸੇ ਨੂੰ ਰਾਹ ਜਾਂਦੇ ਬੰਦੇ ਨੂੰ ਕੈਨੇਡਾ 'ਚ ਪੁੱਛ ਲਓ, ਉਹਨੂੰ ਵੀ ਪਤਾ ਹੈ ਕਿ ਇਹ ਮਸਲੇ ਨੇ। ਗੱਲ ਤਾਂ ਇਹ ਹੈ ਕਿ ਉਹ ਮਸਲੇ ਹੱਲ ਕਿਵੇਂ ਹੋਣਗੇ, ਉਹ ਮਸਲਿਆਂ ਦਾ ਰੋਡ ਮੈਪ ਕੀ ਹੈ, ਕੀ ਉਹ ਦੱਸਿਆ ਹੈ? ਉਹ ਨਹੀਂ ਦੱਸਿਆ। ਤਾਂ ਫਿਰ ਇਹ ਤੁਹਾਡੇ 'ਤੇ ਯਕੀਨ ਕਰ ਲਈਏ ਜੀ ਸਾਨੂੰ ਆਉਂਦਾ ਹੈ ਕਰਨਾ। ਉਹ ਯਾਰ ਤੁਹਾਨੂੰ ਤਾਂ 75 ਸਾਲਾਂ ਦਾ ਸੀ ਆਉਂਦਾ, ਫਿਰ ਕਰ ਕਿਉਂ ਨਾ ਲਿਆ? ਸੋ ਅਸੀਂ ਇਹ ਲੋੜ ਇਸ ਲਈ ਪਈ ਕਿ ਉਹਨਾਂ ਨੂੰ ਸਿਰਫ ਨਿਸ਼ਾਨਦੇਹੀ ਨਾ ਕਰੀਏ, ਨਿਸ਼ਾਨਦੇਹੀ ਕਰਕੇ ਉਹਨਾਂ ਦਾ ਸਲਿਊਸ਼ਨ ਕੀ ਹੈ, ਰੋਡ ਮੈਪ ਕੀ ਹੈ, ਉਹ ਲੈ ਕੇ ਆਈਏ ਲੋਕਾਂ ਦੇ ਸਾਹਮਣੇ। ਔਰ ਇਹਨਾਂ ਸਾਰਿਆਂ ਨੂੰ ਕਹੀਏ ਕਿ ਇਹਨਾਂ ਨੂੰ ਮੰਨਣਾ ਹੈ ਜਾਂ ਨਹੀਂ ਮੰਨਣਾ, ਇਹ ਲੋਕਾਂ ਨੂੰ ਦੱਸੋ। ਅਤੇ ਜੇ ਨਹੀਂ ਮੰਨਣਾ ਤਾਂ ਵੀ ਦੱਸੋ, ਅਤੇ ਜੇ ਮੰਨ ਰਹੇ ਆ ਤਾਂ ਵੀ ਦੱਸੋ, ਔਰ ਲਿਖ ਕੇ ਪਾਓ। ਹੁਣ ਤੁਸੀਂ ਸੋਚੋ, ਜੇ ਅਸੀਂ ਪਾਰਟੀ ਹੁੰਦੇ, ਇਕੱਲੀ ਇੱਕ ਪਾਰਟੀ ਹੁੰਦੇ ਤਾਂ ਅਸੀਂ ਮੰਨ ਜਾਂਦੇ, ਇੱਕ ਅੱਧਾ ਕਿਸੇ ਨਾਲ ਗਠਬੰਧਨ ਕਰਦੇ ਉਹ ਮੰਨ ਜਾਂਦਾ। ਅੱਜ ਸਾਡੇ ਏਜੰਡੇ ਨੂੰ 7 ਪਾਰਟੀਆਂ ਮੰਨ ਚੁੱਕੀਆਂ ਨੇ, ਅਤੇ ਹੋਰ 3-4 ਪਾਰਟੀਆਂ ਫੋਨ 'ਤੇ ਰੈਗੂਲਰ ਸਾਨੂੰ ਕਹਿ ਰਹੀਆਂ ਨੇ ਅਸੀਂ ਮੰਨਾਂਗੇ। ਤਾਂ ਅਸੀਂ ਕਿਹਾ ਪਾ ਦਿਓ ਭਾਈ ਓਪਨਲੀ ਲਿਖ ਕੇ ਤਾਂ ਅਜੇ ਕਿਸੇ ਨੇ ਨਹੀਂ ਪਾਇਆ। ਵਰਬਲੀ ਕਹਿ ਜ਼ਰੂਰ ਦਿੱਤਾ ਹੈ ਪ੍ਰੈਸ 'ਚ ਆ ਕੇ ਕਿ ਹਾਂ ਅਸੀਂ ਮੰਨ ਰਹੇ ਹਾਂ। ਤਾਂ ਮੈਨੂੰ ਲੱਗਦਾ ਪ੍ਰੈਸ਼ਰ ਗਰੁੱਪ ਆਹ ਚੀਜ਼ ਕਰ ਪਾਇਆ। ਔਰ ਐਗਜ਼ੈਕਟਲੀ ਬਾਦ ਸਾਹਿਬ 1 ਮਹੀਨਾ ਹੋਇਆ ਜੀ, ਅਸੀਂ ਪਿਛਲੀ ਮਹੀਨੇ ਦੀ 14 ਤਰੀਕ ਨੂੰ ਸ਼ੁਰੂ ਕੀਤਾ ਸੀ, ਅੱਜ 14 ਹੈ। ਕਿੰਨੇ ਲੋਕਾਂ 'ਚ ਇਸ ਗੱਲ ਨੂੰ ਅਵੇਅਰ ਕਰ ਪਾਏ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਚੇਤਨ ਕਰ ਪਾਏ ਹੈ, ਔਰ ਇਹਨਾਂ ਨੂੰ ਮਨਾ ਪਾਏ ਹੈ। ਇਹ ਤੁਹਾਡੇ ਸਾਹਮਣੇ ਹੈ ਜੀ। ਅਮਨਤੋਜ ਭਾਜੀ, ਹੱਟੀ ਤੁਸੀਂ ਖੋਲ੍ਹੀ ਹੈ, ਇਹ ਜਿਹੜੀ ਹੱਟੀ ਹੈ ਨਾ, ਜੇ ਹੱਟੀ ਹੁੰਦੀ ਨਾ ਤਾਂ ਫਿਰ ਆਣ ਕੇ ਗਾਹਕ ਸੌਦਾ ਕਿੱਥੋਂ ਦੇਖਦਾ? ਜਿਹੜਾ ਪੰਜਾਬੀ ਵੋਟਰ ਹੈ ਨਾ, ਉਹਨੂੰ ਘੱਟੋ ਘੱਟ ਇਹ ਸੌਦਾ ਮਿਲਣ ਲੱਗਿਆ ਕਿ ਭਾਈ ਇੱਕ ਪ੍ਰੈਸ਼ਰ ਗਰੁੱਪ ਵੀ ਹੁੰਦਾ ਹੈ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਕਲੀਅਰ ਕਰਦਾ ਕਿ ਜੂਝਦਾ ਪੰਜਾਬ ਵਾਲਿਆਂ ਨੇ ਕਲੀਅਰ ਕੀਤਾ ਕਿ ਚੋਣਾਂ ਲੜਨੀਆਂ ਨਹੀਂ, ਸਿਰਫ ਸਿਆਸੀ ਪਾਰਟੀਆਂ ਨੂੰ ਇੱਕ ਏਜੰਡਾ ਦਿੱਤਾ ਹੈ ਕਿ ਅਸੀਂ ਐਜੂਕੇਸ਼ਨ, ਖੇਤੀਬਾੜੀ, ਸਿਹਤ, ਪੁਲਿਸ, ਨਿਆਂ, ਵਾਤਾਵਰਣ, ਬਹੁਤ ਸਾਰੇ ਮੁੱਦੇ ਲਏ ਕਿ ਆਹ ਸਾਡੇ ਮੁੱਦੇ ਨੇ, ਇਸ ਢੰਗ ਦੇ ਨਾਲ ਇਹਨਾਂ ਤੇ ਕੰਮ ਕੀਤਾ ਜਾ ਸਕਦਾ, ਪੰਜਾਬ ਦਾ ਭਵਿੱਖ ਖੜਾ ਹੈ। ਕੀ ਸਿਆਸੀ ਪਾਰਟੀਆਂ ਵਾਲਿਓ ਤੁਸੀਂ ਸਾਡੇ ਏਜੰਡੇ ਦੇ ਨਾਲ ਸਹਿਮਤ ਹੋ? ਜੇ ਨਹੀਂ ਸਹਿਮਤ ਦੱਸ ਦਿਓ, ਜੇ ਸਹਿਮਤ ਆ ਤਾਂ ਵੀ ਦੱਸ ਦਿਓ। ਹੁਣ ਉਹ ਏਜੰਡਾ ਕਿਹੜਾ? ਇਹ ਬਹੁਤ ਵੱਡਾ ਸਵਾਲ ਹੈ ਕਿ ਉਹ ਏਜੰਡਾ ਕਿਹੜਾ। ਆਪਾਂ ਬਾਅਦ ਵਿੱਚ ਉਸ ਮੁੱਦੇ ਤੇ ਆਉਨੇ ਆ ਕਿ ਜੂਝਦਾ ਪੰਜਾਬ ਦੇ ਨਾਲ ਕਿੰਨੇ ਕੁ ਲੋਕ ਜੁੜੇ, ਕਿੱਥੇ ਸਰਗਰਮੀਆਂ ਕੀਤੀਆਂ, ਭਵਿੱਖ ਕੀ ਹੈ, ਟਾਰਗੇਟ ਕੀ ਹੈ। ਇੱਕ ਬਹੁਤ ਵੱਡਾ ਸਵਾਲ ਅਮਨਤੋਜ ਭਾਜੀ ਇਹ ਸੀ, ਤੁਹਾਡੇ ਏਜੰਡਿਆਂ ਦੇ ਵਿੱਚੋਂ ਮੈਂ ਇੱਕ ਚੀਜ਼ ਚੱਕਣ ਲੱਗਾ ਤਾਂ ਜੋ ਸਾਰੇ ਲੋਕਾਂ ਨੂੰ ਸਮਝ ਆਵੇ ਕਿ ਆਖਿਰਕਾਰ ਕਿਹੜੇ ਮੁੱਦਿਆਂ ਤੇ ਖੜੇ ਜੀ। ਇੱਕ ਮੁੱਦਾ ਜਿਹੜਾ ਮੈਨੂੰ ਕਮਾਲ ਦਾ ਲੱਗਾ, 20 ਸਾਲ ਜਿਹੜੇ ਬੰਦੇ ਸੰਵਿਧਾਨਕ ਅਹੁਦਿਆਂ ਤੇ ਰਹੇ, ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਜਾਂਦੇ ਰਹੇ, ਮੇਰਾ ਖਿਆਲ ਆ ਕੋਈ ਪ੍ਰਾਪਰਟੀ ਕੀ ਬਣਾਇਆ ਕੀ ਨਹੀਂ ਬਣਾਇਆ, ਜਾਂਚ ਪੜਤਾਲ ਦੀ ਗੱਲ, ਕਿਉਂਕਿ ਬੰਦਾ ਗਰੀਬ ਹੋਈ ਜਾਂਦਾ, ਲੀਡਰ ਅਮੀਰ ਹੋਈ ਜਾਂਦੇ। ਉਹਦੇ ਪਿੱਛੇ ਫਲਸਫਾ ਕੀ ਹੈ, ਕਿਹੜਾ ਫਾਰਮੂਲਾ ਜਿਹੜਾ ਲੋਕਾਂ ਨੂੰ ਸਮਝ ਨਹੀਂ ਆਇਆ ਤੇ ਲੀਡਰਾਂ ਨੂੰ ਸਮਝ ਆ ਗਿਆ, ਇਹ ਸਮਝਾਇਓ ਕਿਉਂ ਪਾਉਣਾ ਪਿਆ ਜੀ ਵਿੱਚ। ਅਸਲ 'ਚ ਕੀ ਹੈ, ਸਾਡੀ ਟ੍ਰੈਜਡੀ ਹੈ ਕਿ ਸਾਡੇ ਪੰਜਾਬ ਦੀ ਇਕੋਨਮੀ ਤਾਂ ਥੱਲੇ ਚਲੀ ਗਈ। ਸਾਡਾ ਖਜ਼ਾਨਾ ਵੀ ਖਾਲੀ, ਜਿਹੜਾ ਆਮ ਤੌਰ 'ਤੇ ਵਿੱਤ ਮੰਤਰੀ ਸਾਹਿਬ ਬੋਲਦੇ ਹੀ ਰਹਿੰਦੇ ਨੇ, ਪਰ ਇੱਕ ਪੈਰਲਲ ਇਕੋਨਮੀ ਖੜੀ ਹੋ ਗਈ ਬਾਦ ਸਾਹਿਬ। ਉਹ ਇਹਨਾਂ ਪੋਲੀਟੀਸ਼ੀਅਨਾਂ ਨੇ ਖੜੀ ਕਰ ਲਈ ਜਾਂ ਥੋੜ੍ਹੇ ਬਹੁਤ ਬਿਊਰੋਕਰੈਟਸ ਉਹਦੇ 'ਚ ਮਿਲ ਗਏ ਨੇ। ਬੱਸਾਂ ਘਾਟੇ 'ਚ ਚਲੀਆਂ ਗਈਆਂ ਪੰਜਾਬ ਦੀਆਂ, ਇਹਨਾਂ ਦੀਆਂ ਪ੍ਰਾਈਵੇਟ ਵਾਧੇ 'ਚ ਚਲੀਆਂ ਗਈਆਂ। ਹੈਲਥ, ਸਾਡੇ ਸਰਕਾਰੀ ਹਸਪੀਟਲਾਂ ਦਾ ਸੱਤਿਆਨਾਸ਼ ਹੋ ਗਿਆ, ਔਰ ਜਿਨ੍ਹਾਂ ਦੇ ਮੈਂਬਰ ਨੇ ਹਸਪੀਟਲਾਂ ਦੇ ਜਿਹੜੇ ਪੈਨਲ ਨੇ ਉਹ ਬਹੁਤ ਤਰੱਕੀ 'ਚ ਨੇ। ਸੇਮ ਸਕੂਲ 'ਚ, ਕਾਲਜਾਂ 'ਚ, ਪ੍ਰਾਈਵੇਟ ਕੋਰਸਾਂ 'ਚ, ਹਰ ਮਾਮਲੇ 'ਚ ਜਿੰਨਾ ਸਰਕਾਰੀ ਤੰਤਰ ਸੀ ਕਹਿ ਲਓ ਜਾਂ ਜਿੰਨੇ ਇੰਸਟੀਟਿਊਸ਼ਨ ਸੀ ਉਹ ਤਾਂ ਡਾਊਨ ਚਲੇ ਗਏ, ਔਰ ਇਹਨਾਂ ਦੀ ਜਿਹੜੀ ਪ੍ਰਾਈਵੇਟ ਇਕੋਨਮੀ ਜਾਂ ਪੈਰਲਲ ਇਕੋਨਮੀ ਖੜੀ ਕੀਤੀ ਸੀ ਪੋਲੀਟੀਸ਼ੀਅਨਾਂ ਨੇ, ਉਹ ਅੱਪ ਚਲੀ ਗਈ ਕਰਪਸ਼ਨ ਨਾਲ। ਹੁਣ ਅਸੀਂ ਇਹ 'ਚ ਕੀ ਲਿਖਿਆ ਹੈ ਕਿ 2002 ਤੋਂ ਲੈ ਕੇ, ਕਿਉਂਕਿ ਇਹ ਵੀ ਇੱਕ 20 ਔਰ 30 ਸਾਲ ਦਾ ਵੀ ਬੜਾ ਮਸਲਾ ਹੁੰਦਾ ਹੈ,
2002 ਤੋਂ ਲੈ ਕੇ ਹੁਣ ਤੱਕ ਜਿਹੜੀ ਵੀ ਇਹਨਾਂ ਨੇ ਸੰਪਤੀ ਬਣਾਈ ਹੈ, ਜਾਇਦਾਦ ਬਣਾਈ ਹੈ, ਚੱਲ ਔਰ ਅਚਲ ਦਾ ਪਤਾ ਬਹੁਤ ਛੇਤੀ ਲੱਗ ਜਾਂਦਾ ਹੈ। ਉਹਦੀ ਜਾਂਚ ਹੋਊਗੀ ਕਿ ਇਹ ਨੈਚੁਰਲ ਗਰੋਥ ਹੈ ਜਾਂ ਅਨਨੈਚੁਰਲ ਹੈ। ਇੱਕ ਨੈਚੁਰਲ ਗਰੋਥ ਕੀ ਹੁੰਦੀ ਆ, ਆਪਾਂ 100 ਰੁਪਇਆ ਜਾਂ ਆਪਾਂ ਕਮਾਉਣੇ ਆ, ਸਾਨੂੰ ਪਤਾ ਹੁੰਦਾ ਹੈ 20 ਰੁਪਏ ਕਮਾ ਸਕਦੇ ਹਾਂ, 25 ਰੁਪਏ ਕਮਾ ਸਕਦੇ ਹਾਂ, ਨਾ ਕਿ 100 ਰੁਪਇਆ ਲਾ ਕੇ 10 ਲੱਖ ਕਮਾ ਸਕੋ। ਉਹ ਇਸ ਜਾਂਚ ਤੋਂ ਪਤਾ ਚੱਲੂਗਾ। ਜੇ ਐਂ ਕੋਈ ਵੀ ਬੰਦਾ ਕਮਾ ਸਕਦਾ ਤਾਂ ਜਿਹੜੀ ਗੱਲ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਉਹ ਫਾਰਮੂਲਾ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਦੱਸ ਦਿਓ, ਉਹ ਵੀ ਵਿਚਾਰੇ ਇਸ ਫਾਰਮੂਲੇ ਦਾ ਇਸਤੇਮਾਲ ਕਰ ਲੈਣ ਤੇ ਅਮੀਰ ਹੋ ਜਾਣ। ਹੁਣ ਉਹ ਕਿਵੇਂ ਵਧੀ ਹੈ, ਕਿਉਂ ਵਧੀ ਹੈ, ਉਹਦੀ ਜਾਂਚ ਹੋਊਗੀ। ਔਰ ਉਹ ਅਨਨੈਚੁਰਲ ਹੈ ਤਾਂ ਕਿਵੇਂ ਅਨਨੈਚੁਰਲ ਬਣੀ, ਤੁਸੀਂ ਉਦੋਂ ਜਿਹਨੇ ਵੀ ਤੁਹਾਨੂੰ ਉਹ ਬੈਨੀਫਿਟ ਦਿੱਤਾ ਹੈ, ਤੁਸੀਂ ਉਹਦਾ ਕੀ ਬੈਨੀਫਿਟ ਕੀਤਾ ਸੀ, ਤੁਸੀਂ ਉਹਦੀ ਕੀ ਮਦਦ ਕੀਤੀ ਸੀ, ਇਹਦੀ ਜਾਂਚ ਹੋਊਗੀ। ਔਰ ਉਹਦੀ ਜਾਂਚ ਲੋਕਪਾਲ ਕਰੂਗਾ। ਲੋਕਪਾਲ ਜਿਹਦੇ ਨਾਂ ਤੇ ਦੇਸ਼ ਉੱਠ ਖੜਾ ਹੋਇਆ ਸੀ, ਜਿਹਦੇ 'ਚ ਪੰਜਾਬ ਵੀ ਸ਼ਾਮਲ ਸੀ। ਮੈਨੂੰ ਦੱਸੋ, ਮੈਨੂੰ ਲੱਗਦਾ 11 ਸਾਲ ਹੋ ਗਏ, ਉਸ ਤੋਂ ਬਾਅਦ ਕਿਸੇ ਪਾਰਟੀ ਨੇ ਉਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਵੀ ਸੂਬੇ 'ਚ? ਮੈਨੂੰ ਹੈਰਾਨਗੀ ਹੁੰਦੀ ਹੈ ਕਿ ਆਮ ਆਦਮੀ ਦੇ ਪਾਰਟੀ ਦੇ ਮੈਨੀਫੈਸਟੋ 'ਚ ਵੀ ਲੋਕਪਾਲ ਹੈ ਨਹੀਂ ਪੰਜਾਬ ਲਈ। ਕਿਉਂ ਹੈ ਨਹੀਂਗਾ? ਪੰਜਾਬ 'ਚ ਜਿਹੜਾ ਲੋਕਪਾਲ ਆਲਰੇਡੀ ਬਣਾਇਆ ਹੋਇਆ, ਜੋ ਮਿਸਟਰ ਬਾਦਲ ਦੇ ਦੌਰਾਨ ਵੀ ਸੀ ਔਰ ਅਮਰਿੰਦਰ ਸਿੰਘ ਨੇ ਬਣਾਇਆ ਸੀ, ਮਤਲਬ ਤੁਸੀਂ ਕਹਿ ਲਓ ਕਿ ਸਾਰੇ ਦੇਸ਼ ਦਾ ਸਭ ਤੋਂ ਨਿਕੰਮਾ ਲੋਕਪਾਲ ਜੇ ਹੈ ਤਾਂ ਉਹ ਪੰਜਾਬ 'ਚ ਹੈ, ਜਿਹਦੇ ਕੋਲੇ ਕੁਝ ਹੈ ਹੀ ਨਹੀਂ ਕਰਨ ਲਈ। ਅਸੀਂ ਉਸ ਨੂੰ ਪਾਵਰਫੁਲ ਬਣਾ ਰਹੇ ਹਾਂ, ਪ੍ਰਪੋਜ਼ ਕਰ ਰਹੇ ਹਾਂ ਕਿ ਉਹਨੂੰ ਪਹਿਲਾਂ ਤਾਂ ਬਣਾਵੇ ਕੌਣ? ਮੁੱਖ ਮੰਤਰੀ, ਆਪੋਜੀਸ਼ਨ ਦਾ ਲੀਡਰ ਔਰ ਹਰਿਆਣਾ ਔਰ ਪੰਜਾਬ ਦਾ ਜਿਹੜਾ ਚੀਫ ਜਸਟਿਸ ਹੋਊਗਾ, ਉਹ ਜਿਨ੍ਹਾਂ 'ਚੋਂ 2 ਬੰਦੇ ਜਿੱਧਰ ਨੇ ਜਾਂ ਤਿੰਨੇ ਨੇ, ਉਹ ਉਹਨੂੰ ਅਪੁਆਇੰਟ ਕਰਨਗੇ। 66% ਤੋਂ ਉੱਤੇ 2/3 ਬਹੁਮਤ ਨਾਲ ਉਹਨੂੰ ਇੰਪੀਚ ਕੀਤਾ ਜਾ ਸਕਦਾ ਹੈ ਵਿਧਾਨ ਸਭਾ ਵੱਲੋਂ। ਔਰ ਉਹਦੇ ਕੇਸ ਦੇ ਅਗੇਂਸਟ ਕੋਈ ਸੁਣਵਾਈ ਹੋਊਗੀ ਤਾਂ ਉਹ ਸਿੱਧੀ ਸੁਪਰੀਮ ਕੋਰਟ 'ਚ ਹੋਊਗੀ। ਉਹਦੇ ਕੋਲੇ ਇੱਕ ਸਰਪ੍ਰਾਈਜ਼ਿੰਗ ਰੇਡ ਕਰਨ ਲਈ ਇੱਕ ਆਪਦੀ ਫੋਰਸ ਹੋਊਗੀ। ਸੋ ਇਹਦੇ ਤਹਿਤ ਉਹ 20 ਸਾਲਾਂ ਦੇ ਵਿੱਚ ਜੋ ਜਿਸ ਨੇ ਅਰਜਤ ਕੀਤਾ ਹੈ, ਬਣਾਇਆ ਹੈ, ਉਹਦੀ ਜਾਂਚ ਹੋਊਗੀ। ਔਰ ਫਿਰ ਜੋ ਵੀ ਇਹ ਪੈਰਲਲ ਇਕੋਨਮੀ ਸੀ, ਇਹ ਤਵਸਤ ਵੀ ਹੋਣੀ ਚਾਹੀਦੀ ਹੈ, ਨੇਸਤਨਾਬੂਤ ਵੀ ਹੋਣੀ ਚਾਹੀਦੀ ਹੈ, ਔਰ ਉਹ ਸਾਰੀ ਜਾਇਦਾਦ ਜ਼ਬਤ ਵੀ ਹੋਣੀ ਚਾਹੀਦੀ ਹੈ। ਔਰ ਇਹ ਜਿਹੜਾ ਖਾਲੀ ਖਜ਼ਾਨਾ ਹੈ ਵਾਰ-ਵਾਰ ਕਹਿੰਦੇ ਨੇ, ਉਹ ਭਰਨਾ ਚਾਹੀਦਾ। ਇਹ ਹੈ ਜੀ ਅਮਿਤੋਜ ਭਾਜੀ, ਜਾਂਚ ਕਿਹਦੀ ਕਰਾਉਣੀ ਹੈ? ਪਿਛਲੇ 20 ਸਾਲਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਹੋਏ ਨੇ, ਮੰਤਰੀ ਹੋਏ ਨੇ, MLA ਹੋਏ ਨੇ ਜਾਂ ਵੱਡੇ ਅਫਸਰ, ਉਹਦੇ ਦਾਇਰੇ 'ਚ ਤੁਸੀਂ ਕਿਹਨੂੰ ਲਿਆਉਣਾ ਚਾਹੁੰਦੇ ਹੋ? ਤਕਰੀਬਨ ਸਾਰੇ ਬੋਲਤੇ ਤੁਸੀਂ, ਇਹਨਾਂ ਸਾਰਿਆਂ ਦੀ, ਜੋ ਵੀ ਪੋਲੀਟੀਸ਼ੀਅਨ, ਜੋ ਵੀ MLA, ਇਹਦੇ 'ਚ ਥੋੜ੍ਹਾ ਜਿਹਾ ਐਡ ਕਰ ਲਓ। ਇਹਦੇ 'ਚ ਮੰਡੀਕਰਨ ਦੇ ਚੇਅਰਮੈਨ ਵੀ ਆ ਜਾਣਗੇ, ਮਾਰਕਫੈਡ ਦੇ ਵੀ ਆ ਜਾਣਗੇ, ਜੋ ਵੀ ਪਬਲਿਕ ਪਲੇਸਿਸ ਦੇ ਜਾਂ ਪਬਲਿਕ ਆਫਿਸ ਜਿਨ੍ਹਾਂ ਨੇ ਹੈਂਡਲ ਕੀਤੇ ਹੈ ਜੀ, ਪਬਲਿਕ ਹੈਂਡਲ ਮਤਲਬ ਗੌਰਮੈਂਟ ਦੇ ਜੋ ਵੀ ਉਹ ਅਫੀਸ਼ੀਅਲ ਰਹੇ ਨੇ, ਜਾਂ ਉਹਨਾਂ ਦਾ ਪੋਲੀਟੀਕਲੀ ਅਪੁਆਇੰਟਮੈਂਟਸ ਹੋਈਆਂ ਨੇ, ਜਾਂ ਉਹ ਖੁਦ ਇਲੈਕਟਡ ਨੇ, ਉਹ ਲੋਕ ਜੋ ਕਿ ਸਰਕਾਰੀ ਤੌਰ ਤੇ ਕਿਸੇ ਨੂੰ ਫਾਇਦਾ ਪਹੁੰਚਾ ਸਕਦੇ ਨੇ, ਉਹਨਾਂ ਸਾਰੇ ਬੰਦੇ ਉਹ ਜਾਂਚ ਦੇ ਦਾਇਰੇ 'ਚ ਆਉਣਗੇ। ਠੀਕ ਹੈ ਜੀ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਸ ਮੁੱਦੇ ਤੇ ਟਿੱਪਣੀ ਲੈਣੀ ਚਾਹੁੰਦਾ ਕਿ ਕੀ ਜੂਝਦਾ ਪੰਜਾਬ ਦਾ ਇਹ ਏਜੰਡਾ ਕਿ ਪਿਛਲੇ 20 ਸਾਲ ਦੇ ਵਿੱਚ ਜਿਹੜੇ ਉਹਨਾਂ ਕੁਰਸੀਆਂ ਦੇ ਉੱਤੇ ਬੈਠੇ ਰਹੇ ਆ, ਪ੍ਰੋਪਰਟੀ ਦੀ ਕਹਿੰਦੇ ਜਾਂਚ ਕਰਨੀ ਹੈ ਭਾਈ, ਜਿੰਨੀ ਵੀ ਚੱਲ ਸਿੱਧੀ ਪ੍ਰੋਪਰਟੀ ਹੈ, ਕਿ ਜੇ ਪੰਜਾਬ ਦੇ ਲੋਕ ਥੱਲੇ ਨੂੰ ਜਾ ਰਿਹਾ, ਪੰਜਾਬ ਦੀ ਆਪਣੀ ਆਰਥਿਕਤਾ ਥੱਲੇ ਨੂੰ ਜਾ ਰਹੀ ਹੈ, ਜੇ ਲੀਡਰ ਲਗਾਤਾਰ ਉੱਪਰਲੇ ਪਾਸੇ ਨੂੰ ਵਧੇ ਨੇ, ਤਾਂ ਕੀ ਉਹ ਜਾਂਚ ਪੜਤਾਲ ਨਹੀਂ ਹੋਣੀ ਚਾਹੀਦੀ? ਜੇ ਹੋ ਜਵੇ, ਪਤਾ ਲੱਗ ਜਵੇ, ਅਸੀਂ ਕਹਿੰਦੇ ਇਮਾਨਦਾਰ ਬੰਦੇ ਨੂੰ ਸਲੂਟ ਹੈ। ਜੇ ਕਿਸੇ ਨੇ ਬੇਈਮਾਨੀ ਕੀਤੀ ਆ, ਉਹਦੇ ਰੁਪਈਏ ਪੰਜਾਬ ਦੇ ਲੋਕਾਂ ਦੇ ਭਲੇ ਲਈ ਲੱਗਣ। ਇਸ ਮੁੱਦੇ ਤੇ ਤੁਹਾਡੀ ਟਿੱਪਣੀ ਕੀ ਹੈ? ਜੀ। ਔਰ ਹੋਰ ਬਾਤ ਸਾਹਿਬ, ਇਸ ਤੋਂ ਵੀ ਅੱਛੀ ਗੱਲ ਕੀ ਹੋਊਗੀ ਕਿ ਜਿਹੜਾ ਇਮਾਨਦਾਰ ਸੀ ਉਹ ਆਪਣੇ ਆਪ ਲੋਕਾਂ ਦੇ ਸਾਹਮਣੇ ਨਿਕਲ ਕੇ ਆ ਜਾਊਗਾ ਇਸ ਜਾਂਚ ਤੋਂ ਬਾਅਦ ਕਿ ਯਾਰ ਇਸ ਬੰਦੇ ਨੇ ਕੁਝ ਵੀ ਨਹੀਂ ਕੀਤਾਗਾ। ਕਿਉਂਕਿ ਇਹੋ ਜਿਹੀ ਜਾਂਚ ਨਾਲ ਜਿਹੜੇ ਬੰਦੇ ਸਹੀ ਸੀ ਉਹਨਾਂ ਨੂੰ ਵੀ ਤਾਂ ਉਤਸ਼ਾਹ ਮਿਲੂਗਾ ਨਾ, ਕਿ ਲੋਕਾਂ ਸਾਹਮਣੇ ਨਿਖਰ ਕੇ ਆਉਣਗੇ ਕਿ ਯਾਰ ਇਹਨਾਂ ਬੰਦਿਆਂ ਨੇ ਕੁਝ ਗਲਤ ਨਹੀਂ ਕੀਤਾ ਸੀ ਇਸ ਦੌਰਾਨ। ਬਿਲਕੁਲ ਠੀਕ ਹੈ ਜੀ। ਅਮਿਤੋਜ ਜੀ, ਅਗਲਾ ਸਵਾਲ ਕਿ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਿਲਡਿੰਗ ਹੈ ਸਾਡੇ ਕੋਲੇ ਚੰਡੀਗੜ੍ਹ 'ਚ, ਜਿਹਨੂੰ ਵਿਧਾਨ ਸਭਾ ਕਹਿੰਦੇ ਆ। ਉਹ ਬਿਲਡਿੰਗ ਦੇ ਵਿੱਚ ਅਸੀਂ 117 ਬੰਦੇ ਸਭ ਤੋਂ ਸਿਆਣੇ ਸਿਰ ਚੁਣ ਕੇ ਭੇਜਦੇ ਹਾਂ ਕਿ ਉਹ 117 ਬੰਦੇ ਉੱਥੇ ਬੈਠਣਗੇ, ਉੱਥੇ ਬੈਠ ਕੇ ਚਰਚਾ ਕਰਨਗੇ, ਬਹਿਸ ਕਰਨਗੇ, ਸਵਾਲ ਪੁੱਛਣਗੇ, ਜਵਾਬ ਦੇਣਗੇ, ਵਧੀਆ ਲੋੜੀਂਦੇ ਕਾਨੂੰਨ ਬਣਾਉਣਗੇ,
ਜਿਹੜੇ ਨਹੀਂ ਚਾਹੀਦੇ ਕਾਨੂੰਨ ਰੱਦ ਕਰਨਗੇ, ਜਿੱਥੇ ਸੋਧ ਦੀ ਲੋੜ ਹੈ ਸਮੇਂ ਦੇ ਅਨੁਸਾਰ ਸੋਧ ਕਰਨਗੇ। ਪਰ ਉਹ ਸਾਰੀਆਂ ਚੀਜ਼ਾਂ ਤਾਂ ਹੋਣਗੀਆਂ ਜੇ ਉਹ ਉੱਥੇ ਬੈਠਣਗੇ, ਜੇ ਉੱਥੇ ਜਾਣਗੇ। MLA ਸਾਹਿਬਾਨ ਨੂੰ ਤਾਂ ਐਂ ਲੱਗਦਾ ਕਿ ਰੀਬਨ ਕੱਟਣਾ ਤੇ ਨੀਂਹ ਪੱਥਰ ਰੱਖਣਾ ਸਾਡੇ 2 ਕੰਮ ਰਹਿ ਗਏ। ਹਰ ਵਾਰੀ ਸੈਸ਼ਨ ਛੋਟੇ ਹੋਈ ਜਾਂਦੇ ਆ। ਕੀ ਜੂਝਦਾ ਪੰਜਾਬ ਮੰਚ ਇਸ ਮੁੱਦੇ ਦੇ ਉੱਤੇ ਵੀ ਆਪਣੇ ਏਜੰਡੇ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਲਾਈਨ ਸਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਚੁੱਪ ਹੈ? ਜੀ ਸਰ ਅਸੀਂ ਇਹਦੇ 'ਚ ਪ੍ਰਪੋਜ਼ ਕੀਤਾ ਹੈ ਕਿ ਕੋਈ ਵੀ ਜੋ ਵੀ ਲੈਜਿਸਲੇਟਿਵ ਹੈਗਾ ਸਾਡਾ, ਮਤਲਬ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ MLA, ਉਸ ਬੰਦੇ ਦੀ ਹਾਜ਼ਰੀ ਉੱਥੇ 75% ਚਾਹੀਦੀ ਹੈ, ਜ਼ਰੂਰੀ ਹੈ। ਔਰ 90% ਉਸ ਸੈਸ਼ਨ ਦੇ ਵਿੱਚ ਕੰਮ ਹੋਣਾ ਚਾਹੀਦਾ, ਉਹਦੀ ਕੈਂਸਲੇਸ਼ਨ ਨਹੀਂ ਹੋਣੀ ਚਾਹੀਦੀ। ਔਰ ਉਹਦੇ ਵਿੱਚ ਜੋ 75% ਤੁਸੀਂ ਹਾਜ਼ਰੀ ਲਵਾਈ ਹੈ, ਉਹ ਸੁੱਤੇ ਤਾਂ ਨਹੀਂ ਰਹੇ। ਤੁਸੀਂ ਉਹਦੇ ਵਿੱਚ ਆਪਦੇ ਇਲਾਕੇ ਦੇ ਕਿਹੜੇ ਮੁੱਦੇ ਚੁੱਕੇ ਨੇ, ਕਿਹੜੀਆਂ ਬਹਿਸਿਸ ਦੇ ਵਿੱਚ ਹਿੱਸਾ ਲਿਆ ਹੈ, ਉਹਨੂੰ ਆਪਦੇ ਸੋਸ਼ਲ ਅਕਾਊਂਟ 'ਤੇ ਪਾਉਂਗੇ ਔਰ ਲੋਕਾਂ ਨੂੰ ਦੱਸੂਗੇ ਜਾ ਕੇ ਆਪਦੀ ਅਸੈਂਬਲੀ ਦੀਆਂ ਨੂੰ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਤੁਹਾਡੇ ਆਹ ਮੁੱਦੇ ਚੱਕੇ ਸੀਗੇ ਔਰ ਇਹਨਾਂ ਕਮੇਟੀਆਂ ਦੇ ਅਸੀਂ ਹਿੱਸਾ, ਇਹਨਾਂ ਕਮੇਟੀਆਂ ਦੇ ਵਿੱਚ ਆਹ ਚੀਜ਼ਾਂ ਅਸੀਂ ਕਰਕੇ ਆਏ ਹਾਂ। ਇਹ ਤੁਸੀਂ ਦੱਸੋਗੇ ਔਰ ਲਿਖੋਗੇ। ਹੁਣ ਇਹ ਚੀਜ਼ਾਂ ਤੁਸੀਂ ਕਹੋਗੇ ਜੇ ਉਹਨਾਂ ਨੇ ਨਾ ਕੀਤੀਆਂ ਤਾਂ ਅਸੀਂ ਕਿਹਾ ਜਿਹੜਾ ਵੀ ਬੰਦਾ, ਜਿਹੜੀ ਵੀ ਪਾਰਟੀ ਸਾਡੇ ਇਸ ਏਜੰਡੇ ਨਾਲ ਸਹਿਮਤ ਹੈ, ਜਿਹਨੂੰ ਸਾਡੀ ਮਦਦ ਚਾਹੀਦੀ ਹੈ, ਉਹ ਕਮਿਟ ਕਰੂਗਾ ਔਰ ਐਫੀਡੇਵਿਟ ਦੇਊਗਾ ਕਿ ਇਹਨਾਂ ਚੀਜ਼ਾਂ ਨੂੰ ਉਹ ਮੰਨਦਾ ਹੈ। ਜੇ ਉਹ ਨਹੀਂ ਮੰਨੂਗਾ ਬਾਅਦ 'ਚ ਜਾ ਕੇ ਤਾਂ ਉਹ ਅਸਤੀਫਾ ਦੇਊਗਾ। ਜੇ ਅਸਤੀਫਾ ਨਹੀਂ ਦੇਊਗਾ ਤਾਂ ਉਹ ਉਹਦੇ ਵਿੱਚ ਲਿਖੂਗਾ ਕਿ ਲੋਕ ਮੈਨੂੰ ਘੇਰ ਸਕਦੇ ਨੇ, ਘੇਰ ਕੇ ਪੁੱਛ ਸਕਦੇ ਨੇ। ਸੋ ਬਾਦ ਸਾਹਿਬ ਉਹਦਾ ਐਫੀਡੇਵਿਟ ਕਾਨੂੰਨ ਦੇ ਦਾਇਰੇ 'ਚ ਕਿੱਡਾ ਕੁ ਵੱਡਾ ਦੈਟ ਆਈ ਡੋਂਟ ਨੋ, ਬਟ ਲੋਕਾਂ ਦੀ ਕਚਹਿਰੀ 'ਚ ਉਸ ਤੋਂ ਬਾਅਦ ਉਹਦਾ ਜੀਣਾ ਦੁੱਬਰ ਹੋ ਜਾਊਗਾ ਜੋ ਅਸੀਂ ਉਹਦੇ 'ਚ ਪ੍ਰੋਵੀਜ਼ਨ ਕੀਤਾ ਹੈ। ਇਹ ਅਸੈਂਬਲੀ ਨੂੰ ਲੈ ਕੇ ਹੈ, ਕਿਉਂਕਿ ਜਿਹੜੀ ਗੱਲ ਤੁਸੀਂ ਕਹੀ ਨਾ, ਇੱਕ ਬਹੁਤ ਅੱਛੀ ਗੱਲ ਕਹੀ ਹੈ ਕਿ 117 ਸਿਆਣੇ ਬੰਦੇ, ਉਹਨਾਂ ਦੇ ਲੋਕਾਂ ਦੇ ਮੁੱਦਿਆਂ 'ਤੇ ਬਹਿਸ। ਮੈਂ ਤੁਹਾਨੂੰ ਸੀਰੀਅਸਲੀ ਕਹਾਂ, ਜੇ ਕਿਤੇ ਕਰਦੇ ਹੁੰਦੇ ਨਾ, ਅੱਜ ਤੁਹਾਨੂੰ ਤੇ ਮੈਨੂੰ ਬਹਿ ਕੇ ਇਸ ਪ੍ਰੈਸ਼ਰ ਗਰੁੱਪ ਬਾਰੇ ਗੱਲ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ। ਲੋੜ ਹੀ ਨਹੀਂ ਸੀ। ਇਹ ਹੋਇਆ ਨਹੀਂ ਹੁਣ ਤੱਕ। ਇਹਨਾਂ ਨੂੰ ਤੁਸੀਂ ਇਹ ਪੁੱਛ ਲਓ ਕਿ ਪਿਛਲੀ ਵਾਰੀ ਕਿੰਨੇ ਸੈਸ਼ਨ ਹੋਏ ਨੇ ਔਰ ਉਸ ਸੈਸ਼ਨ ਦੇ ਵਿੱਚ ਕਿਹੜੀ ਸਾਰਥਕ ਬਹਿਸ ਹੋਈ ਹੈ। ਪਾਰਲੀਮੈਂਟ ਦਾ ਹਾਲ ਵੀ ਤੁਸੀਂ ਵੇਖ ਚੁੱਕੇ ਹੋ, ਅਸੈਂਬਲੀ ਦਾ ਵੀ ਵੇਖ ਰਹੇ ਹੋ। ਮੈਨੂੰ ਇੱਕ ਵੀ ਦੱਸਦੇ ਨੇ ਇਹ ਕਿਹੜਾ ਬਿੱਲ ਇਹਨਾਂ ਨੇ ਬਹਿਸ ਕਰਕੇ ਲਿਆਂਦਾ ਹੈ ਔਰ ਕਿਹੜੀ ਪਾਰਟੀ ਦੇ ਕਿਹੜੇ MLA ਨੇ ਉਹਦੇ ਵਿੱਚ ਕੋਈ ਸਾਰਥਕ ਬਹਿਸ 'ਚ ਹਿੱਸਾ ਲਿਆ ਹੈ। ਔਨ ਰਿਕਾਰਡ ਕੱਢ ਕੇ ਵੇਖ ਲਓ। ਜਿਹੜੇ ਕੰਮ ਲਈ ਆਪਾਂ ਇਹਨਾਂ ਨੂੰ ਭੇਜਦੇ ਆ ਉਹ ਕੰਮ ਤਾਂ ਇਹ ਕਰਦੇ ਹੀ ਨਹੀਂ ਗੇ। ਰੀਬਨ ਕੱਟਣਾ ਇਹਨਾਂ ਦਾ ਕੰਮ ਨਹੀਂਗਾ, ਭੋਗਾਂ ਤੇ ਜਾਣਾ, ਵਿਆਹਾਂ ਤੇ ਜਾਣਾ ਇਹਨਾਂ ਦਾ ਕੰਮ ਨਹੀਂਗਾ। ਔਰ ਇਹ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ, ਜਿਹੜੇ ਇਹਨਾਂ ਨੂੰ ਬੁਲਾਉਂਦੇ ਨੇ ਤੇ ਜਦੋਂ ਇਹ ਨਹੀਂ ਆਉਂਦੇ ਤਾਂ ਉਹ ਗੁੱਸੇ ਹੁੰਦੇ ਨੇ। ਇਹਨਾਂ ਦਾ ਕੰਮ ਵਿਆਹਾਂ ਤੇ ਆਉਣਾ ਨਹੀਂ, ਤੁਹਾਡੇ ਮੁੱਦਿਆਂ ਨੂੰ ਅਸੈਂਬਲੀ 'ਚ ਜਾ ਕੇ ਡਿਸਕਸ ਕਰਨਾ ਹੈ। ਅਸੀਂ ਬੇਸਿਕ ਗੱਲਾਂ ਨਹੀਂ ਸਮਝ ਰਹੇ ਬਾਦ ਸਾਹਿਬ। ਮੈਂ ਡਾਇਰੈਕਟਰ ਹੈ, ਜੇ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਕੈਮਰੇ ਦੇ ਉੱਤੇ ਮੈਂ ਲੈਂਸ ਕਿਹੜਾ ਲਵਾਉਣਾ, ਲਾਈਟ ਦਾ ਪੈਟਰਨ ਕੀ ਰੱਖਣਾ ਹੈ, ਪਰਫਾਰਮੈਂਸ ਕਿਵੇਂ ਕਰਵਾਉਣੀ ਹੈ, ਮੈਂ ਕਿਹੜੇ ਲੈਂਸ ਦੇ ਨਾਲ ਸ਼ਾਟ ਲੈਣਾ ਹੈ, ਮੇਰੀ ਮੂਵਮੈਂਟ ਕੀ ਹੋਊਗੀ, ਤਾਂ ਮੈਂ ਸਵਾਦ ਦਾ ਡਾਇਰੈਕਟਰ ਹਾਂ। ਜੇ ਮੈਂ ਇਹ ਗੱਲਾਂ ਕਰੀ ਜਾਵਾਂ, ਮੈਂ ਤੁਹਾਡੇ ਨਾਲ ਗੱਲ ਕਰਨ ਲੱਗ ਜਾ, ਮੈਂ ਪਬਲਿਸਿਟੀ ਪਲਾਨ ਕਰਨ ਲੱਗ ਜਾ, ਮੈਂ ਕੁਛ ਹੋਰ ਕੰਮ ਕਰਦਾ ਫਿਰਾਂ, ਪ੍ਰੋਡਕਸ਼ਨ ਦੇ, ਬੱਸਾਂ ਦਾ, ਰੋਟੀ ਦਾ ਇੰਤਜ਼ਾਮ, ਤਾਂ ਮੈਂ ਡਾਇਰੈਕਟਰ ਕਿਵੇਂ ਹੋਇਆ? ਇਹ ਉਹੀ ਕੰਮ ਕਰ ਰਹੇ ਨੇ ਜਿਹੜੇ ਕੰਮ ਲਈ ਇਹ ਬਣਾਏ ਗਏ ਨੇ। ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਲੈਜਿਸਲੇਟਿਵ ਅਸੈਂਬਲੀ ਮਤਲਬ ਉੱਥੇ ਬਹਿ ਕੇ ਇਹ ਕਾਨੂੰਨ ਘੜਦੇ ਨੇ ਤੇ ਸਰਕਾਰ ਜਿਹੜੀ ਨੂੰ ਕਿ ਅਸੀਂ ਕਾਰਜਪਾਲਿਕਾ ਨੇ ਉਹ ਚਲਾਉਂਦੀ ਹੈ। ਇਹ ਕਦੇ ਇਹਨਾਂ ਨੇ ਕਾਨੂੰਨ ਘੜਨ ਦੀ ਗੱਲ ਕੀਤੀ ਹੈ? ਆਈ ਐਮ ਸੌਰੀ ਟੂ ਸੇ, ਮੈਂ ਉਦੋਂ ਵੀ ਆਂਦਾ ਹੁੰਦਾ ਸੀ ਜਿੰਨੇ ਸਾਡੇ ਪੋਲੀਟੀਸ਼ੀਅਨ ਨੇ, ਇਹਨਾਂ ਨੂੰ ਖੇਤੀਬਾੜੀ ਵਾਲੇ ਕਿਹੜੇ 3 ਕਾਨੂੰਨਾਂ ਦਾ ਰੌਲਾ ਪਿਆ ਹੈ ਉਹਨਾਂ ਦੇ ਨਾਂ ਪੁੱਛ ਲਓ। ਜੇ ਨਾਂ ਦੱਸ ਦੇਣ ਤਾਂ ਮੇਰਾ ਨਾਂ ਚੇਂਜ ਕਰ ਦਿਓ। ਜੇ ਸਿਰਫ 5% ਦੱਸ ਪਾਉਣਗੇ ਉਹਨਾਂ 'ਚੋਂ, ਸਿਰਫ 5%। ਮੇਰੇ ਕੋਲੇ ਬਹਿ ਕੇ ਕਿਹਾ, ਮੈਂ ਕਿਸੇ ਨੂੰ, ਮੈਂ ਕਿਹਾ ਯਾਰ ਉਹ ਅਸੈਂਸ਼ੀਅਲ ਕਮੋਡਿਟੀ ਦਾ ਕੰਜ਼ਿਊਮਰ ਦਾ ਬਿੱਲ ਹੈ। ਆਂਦਾ ਭਾਜੀ ਵੈਸੇ ਹੈ ਕੀ ਹੈ ਇਹ ਜਲਵਾ? ਇਹ ਇਹਨਾਂ ਦੇ ਮੰਤਰੀ ਤੇ MLA ਨੇ ਮੇਰੇ ਕੋਲੇ ਬਹਿ ਕੇ ਕਿਹਾ। ਹੁਣ ਮੈਂ ਖੈਰ ਕੀ ਉਹਨਾਂ ਦੇ ਨਾਵਾਂ ਨੂੰ ਤਾਂ ਆਪਾਂ ਕੀ ਡਿਸਕਸ ਕਰਨਾ ਹੈ। ਉਹ ਮੈਂ ਕਿਹਾ ਇਹ ਬਿੱਲ ਨਹੀਂ ਗਾ, ਅਸਲ 'ਚ ਤਾਂ ਇਹ ਅਮੈਂਡਮੈਂਟ ਹੈ। ਬਿੱਲ ਆਲਰੇਡੀ ਪਾਸ ਸੀ, ਉਹਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ ਹੈ ਜਿਹੜੀ ਕਿ ਐਂ ਕਰਕੇ ਕੰਜ਼ਿਊਮਰ ਤੇ ਆ ਤੇਲ ਫਲਾਨਾ, ਉਹਨੂੰ ਮੈਂ ਸਮਝਾਇਆ। ਦੇ ਡੋਂਟ ਨੋ ਦੇਅਰ ਵਰਕ। ਹੁਣ ਤੁਸੀਂ ਇੱਥੇ ਬੈਠ ਕੇ ਮੇਰੇ ਨਾਲ ਇੰਟਰਵਿਊ ਕਰ ਰਹੇ ਹੋ, ਤੁਹਾਨੂੰ ਪਤਾ ਹੈ ਨਾ ਕੈਮਰਾ ਕੀ ਹੁੰਦਾ ਹੈ, ਲਾਈਟ ਕੀ ਹੁੰਦੀ ਹੈ, ਬੋਲਣਾ ਕਿਵੇਂ ਹੈ, ਪੌਜ਼ ਕੀ ਹੁੰਦਾ, ਸਾਹਮਣੇ ਵਾਲੇ ਬੰਦੇ ਨੂੰ ਐਕਸਾਈਟ ਕਿਵੇਂ ਕਰਨਾ, ਪੁੱਛਣਾ ਕੀ ਹੈ। ਕੰਮ ਤਾਂ ਜਾਣੋ,
ਸਾਰੀ ਦੁਨੀਆ ਕੰਮ ਆਪਦਾ ਜਾਣਦੀ ਹੈ। ਅਸੀਂ ਉਹਨਾਂ ਤੋਂ BA ਮੰਗਦੇ ਹਾਂ, ਪੋਸਟ ਗ੍ਰੈਜੂਏਸ਼ਨ ਮੰਗਦੇ ਹਾਂ, ਸਪੈਸ਼ਲਾਈਜ਼ ਕੋਰਸ ਮੰਗਦੇ ਹਾਂ, ਫਿਰ ਉਹਨਾਂ ਨੂੰ ਜੌਬ ਦਿੰਦੇ ਹਾਂ। ਅਤੇ ਜਿਹੜੇ ਸਾਡੇ ਡਿਪਾਰਟਮੈਂਟਲ ਹੈੱਡ ਹੁੰਦੇ ਨੇ, ਚੀਫ ਐਗਜ਼ੀਕਿਊਟਿਵ ਹੁੰਦੇ ਆ ਸਾਡੇ ਸਟੇਟ ਦੇ, ਅਤੇ ਡਿਪਾਰਟਮੈਂਟਲ ਹੈੱਡ ਹੁੰਦੇ ਨੇ ਮਿਨਿਸਟਰ, ਕਦੇ ਅਸੀਂ ਉਹਨਾਂ ਤੋਂ ਪੁੱਛਿਆ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਉਸ ਡਿਪਾਰਟਮੈਂਟ ਨੂੰ ਸੰਭਾਲਣ ਦੀ? ਕਦੇ ਉਹਨਾਂ ਨੂੰ ਪਤਾ ਹੈ ਉਹਦੀ ਡਿਟੇਲ ਕੀ ਹੈ? ਮਤਲਬ ਟ੍ਰੈਜਡੀ ਵੇਖੋ, ਸਾਡੇ ਦੇਸ਼ ਦੇ ਵਿੱਚ ਇੱਕ ਸਿਲਵਰ ਮੈਡਲਿਸਟ ਸੀ ਬੰਦਾ, ਰਾਠੌਰ, ਰਾਜਵਰਧਨ ਰਾਠੌਰ, ਉਹਨੂੰ ਮਿਨਿਸਟਰ ਬਣਾਇਆ ਗਿਆ। ਓਲੰਪਿਕ ਸਿਲਵਰ ਮੈਡਲਿਸਟ ਬੰਦੇ ਨੂੰ ਸਪੋਰਟਸ ਮਿਨਿਸਟਰ ਨਹੀਂ ਬਣਾਇਆ ਗਿਆ, ਉਹਨੂੰ ਚੱਕ ਕੇ ਇਨਫੋਰਮੇਸ਼ਨ ਬਰੋਡਕਾਸਟਿੰਗ ਮਿਨਿਸਟਰ ਬਣਾਤਾ। ਅਤੇ ਜਿਹੜੀ ਕੁੜੀ ਸਾਡੀਆਂ ਫਿਲਮਾਂ 'ਚੋਂ ਆਈ ਹੈ, ਸਮ੍ਰਿਤੀ ਇਰਾਨੀ, ਉਹਨੂੰ ਚੱਕ ਕੇ ਇਨਫੋਰਮੇਸ਼ਨ ਬਰੋਡਕਾਸਟਿੰਗ ਮਿਨਿਸਟਰ ਨਹੀਂ ਬਣਾਇਆ ਗਿਆ, ਉਹਨੂੰ HRD ਮਿਨਿਸਟਰ ਬਣਾਤਾ। ਯਾਰ ਜਿਹੜੇ ਬੰਦੇ ਨੂੰ ਜਿਹੜਾ ਕੰਮ ਆਉਂਦਾ ਉਹ ਕਰ ਲੈਣ ਦਿਓ, ਕਿਉਂ ਰਾਊ ਦੇ ਕਰ ਕੇਤੂ ਦੇ ਘਰ ਰਾਊ ਵਾੜੀ ਫਿਰਦੇ ਹੋ? ਨਹੀਂ ਠੀਕ ਹੈ ਜੀ, ਬਟ ਹੋ ਰਿਹਾ ਜੀ, ਹੋ ਰਿਹਾ। ਬਿਲਕੁਲ ਠੀਕ ਹੈ ਜੀ। ਅਮਿਤੋਜ ਹੋਰਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ। ਮੈਂ ਇੱਕ ਗੱਲ ਤੁਹਾਡੇ ਨਾਲ ਹੁਣ ਜਿਹੜੀ ਸਾਂਝੀ ਕਰਦਾ ਕਿ ਜਿੱਥੇ ਤੁਹਾਨੂੰ ਲੱਗਾ ਨਾ ਕਿ ਅਮਿਤੋਜ ਹੋਰੀ ਗਲਤ ਕਹਿੰਦੇ ਨੇ, ਇੱਦਾਂ ਨਹੀਂ ਆ, ਤੁਸੀਂ ਟਿੱਪਣੀ ਕਰ ਦੇਣੀ ਹੈ, ਕਿਉਂਕਿ ਆਪਾਂ ਤਾਂ ਤੁਹਾਡੇ ਸਿਰ ਦੇ ਉੱਤੇ ਚੱਲਣਾ ਭਾਈ। ਹੁਣ ਕੀ ਵਿਧਾਨ ਸਭਾ ਦੇ ਵਿੱਚ ਤੁਹਾਡੇ ਹਲਕੇ ਦੇ ਜਿਹੜੇ MLA ਸਾਹਿਬ ਅੱਜ ਤੱਕ ਹੋਏ ਆ, ਆਪਾਂ 20 ਸਾਲ 2002 ਤੋਂ ਹੀ ਲੈ ਲੈਂਦੇ ਹਾਂ, ਆਪਾਂ ਪਿਛਲੇ 5 ਸਾਲ ਇਕੱਲੇ ਨਹੀਂ ਲੈਂਦੇ, ਕੀ ਤੁਹਾਨੂੰ ਯਾਦ ਹੈ ਕਿ ਤੁਹਾਡੇ MLA ਸਾਹਿਬ ਨੇ ਤੁਹਾਡੇ ਹਲਕੇ ਦਾ ਕਿਹੜਾ ਸਵਾਲ ਪੁੱਛਿਆ ਸੀ? ਕਿੰਨੀ ਕੁ ਵਾਰੀ ਬਹਿਸ 'ਚ ਹਿੱਸਾ ਲਿਆ? ਕੀ ਕਦੇ ਤੁਸੀਂ ਆਪਣੇ ਉਮੀਦਵਾਰਾਂ ਨੂੰ ਆਣ ਕੇ ਪਿੰਡ ਦੇ ਵਿੱਚ ਜਦੋਂ ਆਉਂਦੇ ਆ ਤੁਸੀਂ ਚਾਹ ਪਾਣੀ ਪਿਲਾਉਂਦੇ ਹੋ, ਫੋਟੋ ਉਹਨਾਂ ਦੀ ਕੰਧ 'ਤੇ ਲਾਉਂਦੇ ਹੋ, ਕੀ ਕਦੇ ਅੱਜ ਤੱਕ ਉਹਨਾਂ ਨੂੰ ਪੁੱਛਿਆ ਜੀ ਸਵਾਲ ਕਿੰਨੇ ਪੁੱਛੇ ਆ, ਬਹਿਸ 'ਚ ਕਿੰਨੀ ਵਾਰੀ ਹਿੱਸਾ ਲਿਆ? ਕਿਹੜੀ ਤੁਸੀਂ ਕਮੇਟੀ ਦੇ ਮੈਂਬਰ ਹੋ ਵਿਧਾਨ ਸਭਾ ਦੇ ਵਿੱਚ, ਉਸ ਕਮੇਟੀ 'ਚ ਕਦੇ ਕੰਮ ਕੀਤਾ? ਕਿੰਨੇ % ਤੁਹਾਡੀ ਹਾਜ਼ਰੀ ਰਹੀ ਹੈ? ਇਹ ਮੁੱਦਾ ਅਹਿਮ ਹੈ। ਆਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੇ ਤੋਂ ਆਸਾਂ ਬਹੁਤ ਨੇ ਤੇ ਉਹਨਾਂ ਆਸਾਂ ਦੇ ਉੱਤੇ ਤੁਸੀਂ ਖਰੇ ਉਤਰੇ ਹੋ। ਹੁਣ ਨਸ਼ੇ ਵਾਲੇ ਮੁੱਦੇ ਤੇ ਮੈਂ ਆਉਣ ਲੱਗਾ। ਬਾਦ ਸਾਹਿਬ ਇਸੇ ਗੱਲ 'ਚ ਹੀ ਨਾਲੇ ਉਹਨਾਂ ਲੋਕਾਂ ਨੂੰ ਮੈਂ ਵੀ ਇਹ ਪੁੱਛਦਾ ਤੁਹਾਡੇ ਰਾਹੀਂ, ਇਹ ਵੀ ਵੇਖਿਓ ਜੇ ਕਿ ਜਿਹੜਾ ਉਹ ਤੁਹਾਡਾ MLA ਸੀ ਜਾਂ ਮਿਨਿਸਟਰ ਸੀ, ਉਸ ਬੰਦੇ ਦੀ ਜਾਇਦਾਦ, ਉਹਦਾ ਘਰ ਕਿੱਡਾ ਸੀ ਤੇ ਹੁਣ ਕਿੱਡਾ ਕੁ ਬਣ ਗਿਆ, ਕਦੇ ਇਹ ਵੀ ਦੇਖਿਓ ਜੇ ਜੀ। ਔਰ ਜੇ ਉਹਦਾ ਵੱਡਾ ਬਣ ਗਿਆ, ਜੇ ਵੱਡਾ ਬਣ ਗਿਆ ਤਾਂ ਬੰਦਿਓ ਰੱਬ ਦਿਓ ਉਹਦੀ ਤਾਰੀਫ ਨਾ ਕਰਿਓ ਜੇ, ਉਹਨੂੰ ਸਲਾਮ ਸਤਿ ਸ਼੍ਰੀ ਅਕਾਲ ਨਾ ਬੁਲਾਓ, ਉਹਨੂੰ ਪੁੱਛੋ ਕਿ ਸੇਵਾ ਕਰਦਿਆਂ ਕਰਦਿਆਂ ਇਹ ਇੰਨਾ ਮੇਵਾ ਕਿਵੇਂ ਇਕੱਠਾ ਕਰ ਲਿਆ। ਬਿਲਕੁਲ ਇਹ ਜਿੰਨਾ ਚਿਰ ਇਹ ਆਪ ਨਹੀਂ ਪੁੱਛਣਗੇ, ਮੇਰੇ ਤੇ ਤੁਹਾਡੇ ਪੁੱਛਣ ਤੇ ਇਹਨਾਂ ਨੇ ਜਵਾਬ ਨਹੀਂ ਦੇਣਾ ਬਾਦ ਸਾਹਿਬ, ਇਹਨਾਂ ਦੇ ਪੁੱਛਣ ਤੇ ਜਵਾਬ ਦੇਣਗੇ। ਔਰ ਜਦੋਂ ਇਹਨਾਂ ਨੇ ਪੁੱਛਣਾ ਸ਼ੁਰੂ ਕਰਤਾ, ਮੈਂ ਤੁਹਾਨੂੰ ਲਿਖ ਕੇ ਦਿੰਨਾ ਬੰਦੇ ਦੇ ਪੁੱਤ ਬਣ ਜਾਣਗੇ ਇਹ, ਉਹਨਾਂ ਚਿਰ ਨਹੀਂ ਬਣਨਾ ਇਹਨਾਂ ਨੇ। ਪਲੀਜ਼ ਅੱਗੇ ਤੁਸੀਂ ਨਸ਼ੇ ਵਾਲੀ ਗੱਲ ਕਰ, ਮੁਸ਼ਕਿਲ ਹੋ ਜਾਊ। ਮੈਂ ਨਸ਼ੇ ਦੇ ਉੱਤੇ ਇਸ ਕਰਕੇ ਆਉਣ ਲੱਗਿਆ ਕਿਉਂਕਿ ਅਮਿਤੋਜ ਜੀ ਪੰਜਾਬ ਦੇ ਬਹੁਤ ਸਾਰੇ ਹਜ਼ਾਰਾਂ ਲੱਖਾਂ ਲੋਕ ਪੀੜਤ ਨੇ, ਇਮਾਨਦਾਰ ਵੀ ਬੜੇ ਨੇ, ਨਸ਼ੇ ਤੋਂ ਰਹਿਤ ਬੜੇ ਨੇ, ਪਰ ਅਸੀਂ ਪੀੜਤ ਕਿਸ ਕਰਕੇ ਆ? ਜੇ ਮੇਰਾ ਕੋਈ ਰਿਸ਼ਤੇਦਾਰ, ਮੇਰਾ ਕੋਈ ਪਿੰਡ ਦਾ ਬੰਦਾ, ਮੇਰਾ ਕੋਈ ਗੁਆਂਢੀ ਦੋਸਤ ਵੀ ਉਹ ਤੋਂ ਪੀੜਤ ਆ ਤਾਂ ਮੈਂ ਵੀ ਪੀੜਤ ਆ, ਮੇਰੇ ਤੇ ਵੀ ਅਸਰ ਪਊਗਾ, ਇੱਦਾਂ ਹੀ ਤੁਹਾਡੇ ਤੇ ਵੀ ਪਊਗਾ। ਜੇ ਸਾਡੇ ਕੋਈ ਦਾਇਰੇ ਦਾ ਬੰਦਾ ਪੀੜਤ ਹੈ, ਜ਼ਰੂਰੀ ਨਹੀਂ ਕਿ ਮੇਰੇ ਪਰਿਵਾਰ ਦੇ ਵਿੱਚ ਹੀ ਗੱਲ ਹੋਵੇ ਤਾਂ ਮੈਂ ਤਾਂ ਪੀੜਤ ਹਾਂ। ਨਸ਼ਾ ਵਿਕਿਆ, ਕਹਿਰ ਦਾ ਵਿਕਿਆ, ਬੰਦੇ ਫੜ ਹੋ ਜਾਂਦੇ ਆ, ਬਰੀ ਵੀ ਹੋ ਜਾਂਦੇ ਆ, ਕਿਸੇ ਨੂੰ ਸਜ਼ਾ ਵੀ ਮਿਲ ਜਾਂਦੀ ਹੈ। ਨਸ਼ਾ ਬੰਦ ਨਹੀਂ ਜੇ ਹੁੰਦਾ, ਹਰ ਵਾਰੀ ਇਲੈਕਸ਼ਨ ਦੇ ਵਿੱਚ ਉਹ ਮੁੱਦਾ ਬਣਦਾ ਹੈ। ਹੁਣ ਤੁਸੀਂ ਸਾਰੀਆਂ ਗੱਲਾਂ ਕਹਿਤੀਆਂ ਜੀ, ਲੀਡਰਾਂ ਨੂੰ ਵੀ ਸੈੱਟ ਰੱਖੋ, ਆਹ ਵੀ ਸੈੱਟ ਰੱਖੋ, ਪਰ ਮੇਰਾ ਇੱਕ ਪੱਤਰਕਾਰ ਦੇ ਤੌਰ ਤੇ ਤੁਹਾਨੂੰ ਸਵਾਲ ਹੈ ਕਿ ਜਿਹੜੇ ਘਰਾਂ ਦੇ ਵਿੱਚ ਭੰਗ ਭੁੱਜੀ ਹੈ, ਜਿਹੜੇ ਪਰਿਵਾਰਾਂ ਨੇ ਜਵਾਨ ਪੁੱਤਾਂ ਦੇ ਸਿਵਿਆਂ ਦੇ ਵਿੱਚ ਸਿਵੇ ਬਲਦੇ ਦੇਖੇ, ਅੱਗ ਬਲਦੀ ਦੇਖੀ ਹੈ, ਉਹਨਾਂ ਦੇ ਅਸਤ ਚੁਗੇ ਨੇ, ਉਹ ਚਾਹੁਣਗੇ ਕਿ ਨਸ਼ੇ ਦੇ ਮੁੱਦੇ ਦੇ ਉੱਤੇ ਕੋਈ ਐਸਾ ਪਲਾਨ ਹੋਵੇ ਕਿ ਭਾਈ ਸਾਡਾ ਨਹੀਂ ਬਚਿਆ, ਕਿਸੇ ਦਾ ਹੀ ਬਚ ਜਵੇ ਧੀ ਪੁੱਤ। ਜੂਝਦਾ ਪੰਜਾਬਨ 'ਚ ਕੀ ਆਉਂਦਾ ਹੈ? ਇਹਨਾਂ ਨੇ ਨਾ ਜੀ, ਜਿਵੇਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਸਾਡੇ ਨਸ਼ਾ ਵਿਕ ਰਿਹਾ ਔਰ ਸ਼ਰੇਆਮ ਵਿਕ ਰਿਹਾ, ਮੇਰੇ ਪਿੰਡ ਦੇ ਵਿੱਚ ਵੀ ਵਿਕ ਰਿਹਾ, ਤੁਹਾਡੇ ਪਿੰਡ 'ਚ ਵੀ ਵਿਕ ਰਿਹਾ ਔਰ ਹਰ ਸ਼ਹਿਰ 'ਚ ਵਿਕ ਰਿਹਾ। ਔਰ ਕਮਾਲ ਦੀ ਗੱਲ ਕਹਿ ਲਓ ਜਾਂ ਬੇਸ਼ਰਮੀ ਦੀ ਗੱਲ ਕਹਿ ਲਓ ਕਿ ਜੋ ਵੇਚ ਰਹੇ ਨੇ ਔਰ ਜੋ ਵਿਕਵਾ ਰਹੇ ਨੇ ਉਹ ਸਾਰਿਆਂ ਨੂੰ ਪਤਾ ਹੈ, ਕੋਈ ਲੁਕ ਛਿਪ ਕੇ ਨਹੀਂ। ਤੁਹਾਡੇ ਦੇਸ਼ 'ਚ ਵੀ ਵਿਕਦਾ ਹੈ ਪਰ ਬਹੁਤ ਲੁਕ ਛਿਪ ਕੇ, ਬੜਾ ਮੁਸ਼ਕਲ, ਔਰ ਉਹ ਫੜੇ ਵੀ ਜਾਂਦੇ ਨੇ। ਸਾਡੀ ਵਡੰਬਨਾ ਦੇਖੋ, ਸਾਡੇ ਮਹਾਨਤਾ ਵੇਖੋ ਸਾਡੇ ਸੂਬੇ ਦੀ ਤੇ ਦੇਸ਼ ਦੀ, ਕਿ ਸਾਡੇ ਵੇਚਣ ਵਾਲੇ ਸ਼ਰੇਆਮ ਵੇਚ ਰਹੇ ਨੇ। ਉਹਨਾਂ ਦੇ ਆ ਕੇ ਗੱਡੀਆਂ ਦੀ ਲਾਈਨ ਲੱਗਦੀ ਹੈ ਪਿੰਡਾਂ 'ਚ ਵੀ ਤੇ ਸ਼ਹਿਰਾਂ 'ਚ ਵੀ, ਲੋਕਾਂ ਨੂੰ ਪਤਾ ਹੁੰਦਾ ਉਹ ਵੇਚ ਰਹੇ ਨੇ, ਪੁਲਿਸ ਕੋਲੇ ਰਿਪੋਰਟ ਵੀ ਹੁੰਦੀ ਹੈ ਔਰ ਪੁਲਿਸ ਉਹਨਾਂ ਨੂੰ ਆਂਦੀ ਕੁਛ ਨਹੀਂ, ਬਲਕਿ ਉਹਨਾਂ ਦੇ ਕਿਹਾਂ ਤੇ ਉਹਨਾਂ ਦੀਆਂ ਸਿਫਾਰਿਸ਼ਾਂ ਮੰਨ ਕੇ ਕੰਮ ਕੀਤੇ ਜਾਂਦੇ ਨੇ। ਅਸੀਂ ਇਹਦੇ 'ਚ ਕੀ ਪ੍ਰਪੋਜ਼ ਕੀਤਾ ਹੈ ਕਿ ਜਿਸ ਵੀ ਇਲਾਕੇ 'ਚ ਵਿਕ ਰਿਹਾ ਹੋਊਗਾ ਉਹਦਾ SHO ਉਸ ਇਲਾਕੇ ਦਾ ਉਹਦਾ ਜ਼ਿੰਮੇਦਾਰ ਹੋਊਗਾ।
ਔਰ ਜ਼ਿੰਮੇਦਾਰ ਕਿਵੇਂ ਮੰਨਿਆ ਜਾਊਗਾ ਕਿ ਜਿਹੜੀ ਵੀ ਇੱਕ ਕਮੇਟੀ ਬਣਾਈ ਜਾਊਗੀ ਸਿਵਲ ਬੰਦਿਆਂ ਦੀ ਹਰ ਡਿਸਟ੍ਰਿਕਟ ਦੇ ਵਿੱਚ, ਜੋ ਪੁਲਿਸ ਦੀਆਂ ਰਿਪੋਰਟਾਂ ਲਊਗੀ ਔਰ ਉਹ ਰਿਪੋਰਟਸ ਅੱਗੇ ਉਹ ਸਿਵਲ ਕਮੇਟੀ ਡੀਸੀ ਨੂੰ ਤੇ ਐਸਐਸਪੀ ਨੂੰ ਰੈਫਰ ਕਰੂਗੀ ਔਰ ਉਹਨਾਂ ਦੀ ਰਿਪੋਰਟ ਤੇ ਕਾਰਵਾਈ ਹੋਈ ਜਾਂ ਨਹੀਂ ਹੋਈ ਵਿਜੀਲੈਂਸ ਉਹਨੂੰ ਵਾਚ ਕਰੂਗੀ ਔਰ ਵਿਜੀਲੈਂਸ ਦੀ ਰਿਪੋਰਟ ਹਰ ਤੀਜੇ ਮਹੀਨੇ ਵਿਧਾਨ ਸਭਾ 'ਚ ਪੇਸ਼ ਹੋਊਗੀ। ਵਿਧਾਨ ਸਭਾ 'ਚ ਆਪੋਜੀਸ਼ਨ ਵੀ ਹੁੰਦੀ ਹੈ ਤਾਂ ਜੋ ਇਹ ਗੱਲ ਖੁੱਲ੍ਹ ਕੇ ਸਾਹਮਣੇ ਆ ਜੂਗੀ ਕਿ ਇੱਕ ਨੇ 2 ਔਰ 2 ਨੇ 3 ਨੂੰ ਜਵਾਬ ਦਿੱਤਾ ਕਿ ਨਹੀਂ ਦਿੱਤਾ। ਹੁਣ ਇਹ ਕਿਵੇਂ ਕਰ ਰਹੇ ਹੈ ਕਿ ਚੈੱਕ ਐਂਡ ਬੈਲੈਂਸ ਬਣਾ ਦਿਓ, ਕਿਸੇ ਇੱਕ ਬੰਦੇ ਦੇ ਹੱਥ 'ਚ ਗੇਮ ਨਾ ਛੱਡੋ। ਉਸ ਤੋਂ ਬਾਅਦ ਤੁਸੀਂ ਵੇਖਿਓ ਜੇ ਸਫਾਈ ਕਿਵੇਂ ਹੁੰਦੀ ਹੈ। ਇੱਕ ਦੇ ਉੱਤੇ ਦੂਜਾ ਹੋਵੇ, ਦੂਜੇ ਦੇ ਉੱਤੇ ਤੀਜਾ, ਤੀਜੇ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਸਾਰੇ, ਤਾਂ ਗੱਲ ਲੁਕੀ ਨਹੀਂ ਰਹੂਗੀ। ਔਰ ਜਿਹੜੇ ਬੰਦਿਆਂ ਦੀ ਜਵਾਬਦੇਹੀ ਤੈਅ ਕੀਤੀ ਹੈ, ਜੇ ਉਹਨਾਂ ਨੇ ਗਲਤੀ ਕੀਤੀ ਤਾਂ ਉਹ ਵਿਦਨ ਏ ਸੈਕਿੰਡ ਡਿਸਮਿਸ ਕੀਤੇ ਜਾਣ। ਇਹ ਵੀ ਆਪਾਂ ਏਜੰਡੇ 'ਚ ਪ੍ਰਪੋਜ਼ ਕੀਤਾ ਹੈ। ਇਸ ਤੋਂ ਵੀ ਅਗਲੀ ਗੱਲ, ਸਾਡੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਕ੍ਰਿਮੀਨਲ ਨੇ ਨਾ, ਉਹਨਾਂ ਦੀ ਸਕੂਲਿੰਗ ਹੁੰਦੀ ਆ, ਉਹਨਾਂ ਨੂੰ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ। ਉਹ ਵਿਚਾਰੇ ਬੜੇ ਨਾਰਮਲ ਭੋਲੇ ਭਾਲੇ ਇਨਸਾਨ ਹੁੰਦੇ ਨੇ, ਕੁਛ ਵੀ ਗਲਤੀ ਹੋ ਗਈ ਜੇਲ੍ਹ ਚਲੇ ਗਏ, ਉੱਥੇ ਉਹਨਾਂ ਦੀ ਕਲਾਸਿੰਗ ਸ਼ੁਰੂ ਹੁੰਦੀ ਹੈ। ਕਿਉਂਕਿ ਸਾਡੀਆਂ ਜੇਲ੍ਹਾਂ ਇਸ ਵਕਤ ਫਰੌਤੀ ਮੰਗਣ ਲਈ, ਟ੍ਰੇਨਿੰਗ ਦੇਣ ਲਈ, ਡਰੱਗ ਦਾ ਪੂਰਾ ਕਾਰੋਬਾਰ ਕਿਵੇਂ ਚਲਾਉਣਾ ਉਹਦੇ ਲਈ, ਤੇ ਬੰਦੇ ਮਾਰਨੇ ਕਿਵੇਂ ਉਹਦੇ ਲਈ ਪੂਰਾ ਅੱਡਾ ਬਣੀਆਂ ਹੋਈਆਂ ਨੇ। ਔਰ ਕਿੰਨੀਆਂ ਕੁ ਜੇਲ੍ਹਾਂ ਨੇ ਬਾਦ ਸਾਹਿਬ, ਉਹਨਾਂ ਨੂੰ ਰਿਸਪੌਂਸੀਬਲ ਬਣਾਇਆ ਜਾ ਸਕਦਾ ਹੈ। ਅਸੀਂ ਇਹਦੇ 'ਚ ਪ੍ਰਪੋਜ਼ ਕੀਤਾ ਹੈ ਕਿ ਡੀਸੀ ਡਿਪਟੀ ਕਮਿਸ਼ਨਰ ਉਸ ਜੇਲ੍ਹ ਦਾ 3 ਵਾਰੀ ਨਿਰੀਖਣ ਕਰੂਗਾ। ਕੋਈ ਫੋਨ ਤਾਂ ਨਹੀਂ, ਕੁਝ ਗਲਤ ਪ੍ਰੈਕਟਿਸ ਤਾਂ ਨਹੀਂ ਹੋ ਰਹੀ, ਕੋਈ ਕਿਸੇ ਨੂੰ ਸਹਾਇਤਾ ਸਹੂਲਤ ਤਾਂ ਨਹੀਂ ਦਿੱਤੀ ਜਾ ਰਹੀ ਐਕਸਟਰਾ, ਜਾਂ ਬੰਦਿਆਂ ਨਾਲ ਬੰਦਿਆਂ ਵਾਂਗੂ ਹੀ ਪੇਸ਼ ਆਇਆ ਜਾ ਰਿਹਾ, ਜਾਨਵਰਾਂ ਵਾਂਗੂ ਤਾਂ ਨਹੀਂ। ਔਰ ਉਹਦੀ ਰਿਪੋਰਟ ਗ੍ਰਹਿ ਸਕੱਤਰ ਕੋਲੇ ਜਾਊਗੀ ਔਰ ਗ੍ਰਹਿ ਸਕੱਤਰ ਤੋਂ ਜਦ ਚਾਹਵੇ ਲੋਕਪਾਲ ਇਹ ਰਿਪੋਰਟ ਲੈ ਸਕਦਾ ਹੈ ਜਾਂ ਵਿਧਾਨ ਸਭਾ ਮੰਗ ਸਕਦੀ ਹੈ ਔਰ ਉੱਥੇ ਉਹ ਰਿਪੋਰਟ ਦਿੱਤੀ ਜਾਊਗੀ। ਇਸ ਤੋਂ ਬਾਅਦ ਤੁਹਾਡੀਆਂ ਜੇਲ੍ਹਾਂ ਕਿਵੇਂ ਸੁਧਰਨਗੀਆਂ ਦੇਖਿਓ ਜੇ। ਔਰ ਨਾਲ ਉਹਨਾਂ ਜੇਲ੍ਹਾਂ ਦਾ ਨਾ, ਇੱਕ ਸਾਡੇ ਇੱਥੇ ਨਾਭਾ ਜੇਲ੍ਹ 'ਚ ਓਪਨ ਜੇਲ੍ਹ ਦਾ ਇੱਕ ਕਨਸੈਪਟ ਛੋਟਾ ਜਿਹਾ ਅਪਣਾਇਆ, ਬੜਾ ਅੱਛਾ ਹੈ ਕਿ ਬੰਦਿਆਂ ਨੂੰ, ਜੇਲ੍ਹੀਆਂ ਨੂੰ, ਕੈਦੀਆਂ ਨੂੰ ਬੰਦੇ ਕਿਵੇਂ ਬਣਾਉਣਾ ਹੈ, ਬਲਕਿ ਸਿਵਲ ਲਾਈਫ ਨਾਲ ਕਿਵੇਂ ਜੋੜ ਕੇ ਰੱਖਣਾ ਹੈ। ਉਹ ਕਨਸੈਪਟ ਅਸੀਂ ਪ੍ਰਪੋਜ਼ ਕੀਤਾ ਕਿ ਸਾਰੇ ਪੰਜਾਬ ਦੀਆਂ ਜੇਲ੍ਹਾਂ 'ਚ ਚਲਾਇਆ ਜਾਵੇ। ਸੋ ਦੈਟਸ ਦੀ ਥਿੰਗ। ਮੈਨੂੰ ਲੱਗਦਾ ਇਹਦੇ ਨਾਲ ਇੱਕ ਤਾਂ ਜਿਹੜੀ ਸ਼ਿਕਾਇਤ ਕਮੇਟੀ ਆ ਉਹਦੀ ਹੋਂਦ ਨਾਲ, ਕਿਸੇ ਨੂੰ ਰਿਸਪੌਂਸੀਬਲ ਬਣਾਉਣ ਨਾਲ ਔਰ ਵਿਧਾਨ ਸਭਾ ਤੱਕ ਉਹ ਰਿਪੋਰਟ ਜਾਣ ਨਾਲ ਔਰ ਵਿਜੀਲੈਂਸ ਤੇ ਵੀ ਇੱਕ ਨਜ਼ਰ ਆਉਣ ਨਾਲ ਇਸ ਚੀਜ਼ ਦਾ ਅਸੀਂ ਲੱਕ ਤੋੜ ਸਕਦੇ ਹਾਂ ਜੀ। ਅਮਿਤੋਜ ਜੀ, ਇੱਕ ਗੱਲ ਹੋਰ ਸਮਝਾਇਓ। ਇਲੈਕਸ਼ਨ ਤੁਸੀਂ ਲੜਨੀ ਨਹੀਂ, ਜੂਝਦਾ ਪੰਜਾਬ ਵਾਲਿਆਂ ਨੇ, ਲੋਕਾਂ ਨੂੰ ਸਮਝਾਉਣਾ ਹੈ, ਲੋਕਾਂ ਨੂੰ ਤਿਆਰ ਕਰਨਾ ਹੈ ਕਿ ਭਾਈ ਆਹ ਤੁਹਾਡੇ ਇਸ਼ੂ ਨੇ, ਤੁਸੀਂ ਮਾਨਸਿਕ ਤੌਰ ਤੇ ਤਿਆਰੀ ਰੱਖੋ। ਤੁਸੀਂ ਤਿਆਰ ਹੋ, ਵੋਟਾਂ ਚੰਗੀਆਂ ਪਾਓਗੇ, ਲੀਡਰਾਂ ਨੂੰ ਸਵਾਲ ਪੁੱਛੋਗੇ, ਐਨ ਲਾਈਨ ਸਿਰ ਕਰ ਦਿਓਗੇ ਤਾਂ ਮੁੱਦੇ ਹੱਲ ਹੋਣੇ ਸ਼ੁਰੂ ਹੋ ਜਾਣਗੇ। ਰੋਡ ਮੈਪ ਦੇ ਦਿੱਤਾ, ਸਿਆਸੀ ਪਾਰਟੀਆਂ ਐਕਸ਼ਨ ਪਲਾਨ ਦੇਣ ਨਾ ਦੇਣ, ਜੂਝਦਾ ਪੰਜਾਬ ਵਾਲਿਆਂ ਨੇ ਦਿੱਤਾ ਹੈ। ਕਿਸੇ ਨੇ ਕਮੀ ਕੱਢਣੀ ਆ, ਕੱਢ ਦਿਓ, ਇਹ ਦਰੁਸਤ ਕਰ ਲੈਣਗੇ। ਗੱਲ ਕਿਹੜੀ ਹੈ? ਤੁਹਾਡੇ ਨਾਲ ਬੱਬੂ ਮਾਨ ਹੋਰੀ ਵੀ ਜੁੜੇ ਨੇ, ਤੁਹਾਡੇ ਨਾਲ ਬਹੁਤ ਸਾਰੇ ਪੱਤਰਕਾਰ, ਹਮੀਰ ਸਿੰਘ ਹੋਰੀ, ਚਨਾਰਥਲ ਸਾਹਿਬ, ਉਹ ਵੀ ਜੁੜੇ ਨੇ। ਤੁਹਾਡੇ ਨਾਲ ਸ਼ਰਮਾ ਸਾਹਿਬ ਕਿੱਡੇ ਵੱਡੇ ਖੇਤੀਬਾੜੀ ਦੇ ਇਕੋਨਮੀ ਦੇ ਮਾਹਿਰ ਨੇ, ਉਹ ਵੀ ਜੁੜੇ ਹੋਏ ਨੇ। ਇਹ ਸਾਰੇ ਏਜੰਡੇ ਜਦੋਂ ਬਣਾਏ ਨੇ, ਇਹ ਫਿਰ ਰਾਤ ਨੂੰ ਬੈਠੇ ਹੋਣੇ ਆ, ਚਾਹ ਚੂ ਪੀਂਦਿਆਂ ਬਣਾ ਲਏ ਹੋਣੇ ਆ। ਜਾਣੀ ਇੰਨਾ ਕੀ ਕੰਮ ਹੋਇਆ ਹੋਣਾ ਜਿਹੜਾ, ਜਾਣੀ ਬਹੁਤਾ ਸਮਾਂ ਥੋੜ੍ਹੀ ਲੱਗਦਾ ਹੈ। ਸਿਆਸੀ ਪਾਰਟੀਆਂ ਦੇ ਕੋਲੇ ਤਾਂ ਇੰਨਾ ਟਾਈਮ ਨਹੀਂ ਹੁੰਦਾ। ਤੁਸੀਂ 5-7 ਮਿੰਟਾਂ 'ਚ ਬਣਾ ਲੈ ਕਿ ਟਾਈਮ ਲੱਗਾ ਸੀ ਇਹਨੂੰ ਕਾਫੀ? 6-7 ਮਹੀਨੇ ਲੱਗ ਗਏ ਸਰ। ਔਰ ਸਿਰਫ ਜਿਹੜੇ ਤੁਸੀਂ ਨਾਂ ਗਿਣਾਏ ਉੱਥੋਂ ਤੱਕ ਹੀ ਸੀਮਤ ਨਹੀਂ ਰਹੇ। ਅਸੀਂ ਹਰ ਵਿਸ਼ੇ ਦੇ ਮਾਹਿਰ ਨੂੰ ਮਿਲੇ ਆ ਜਾ ਕੇ। ਜਿਵੇਂ ਹੁਣ ਸਾਡੇ ਪੁਲਿਸ ਰਿਫਾਰਮ ਵੀ ਲਿਖੇ ਅਸੀਂ ਨਾ ਇਹਦੇ ਨਾਲ ਹੀ ਜੋੜ ਕੇ ਗੱਲ। ਹੁਣ ਪੁਲਿਸ ਰਿਫਾਰਮ ਦੇ ਵਿੱਚ ਇੱਕ ਪ੍ਰਕਾਸ਼ ਸਿੰਘ ਕਮੇਟੀ ਆ, ਪ੍ਰਕਾਸ਼ ਰਾਜ ਜਾਂ ਪ੍ਰਕਾਸ਼ ਸਿੰਘ ਆ, ਉਹਨਾਂ ਨੇ ਇੱਕ ਕਮੇਟੀ ਬਣਾਈ ਗਈ ਸੀ ਔਰ ਉਹਨਾਂ ਨੇ ਬਹੁਤ ਸਾਰੀਆਂ ਸਿਫਾਰਿਸ਼ਾਂ ਕੀਤੀਆਂ ਸੀ। ਬਹੁਤ ਵੈਲਿਡ ਰਿਪੋਰਟ ਸੀਗੀ ਉਹ। ਇਸ ਤੋਂ ਇਲਾਵਾ 2 ਹੋਰ ਕਮੇਟੀਆਂ ਬਣੀਆਂ ਸੀ, ਉਹਨਾਂ ਦੀਆਂ ਰਿਪੋਰਟਾਂ ਵੀ ਸੀ। ਜਿੰਨੀਆਂ ਕਮੇਟੀਆਂ ਜਿਸ ਵਿਸ਼ੇ ਲਈ ਬਣੀਆਂ, ਪਹਿਲਾਂ ਤਾਂ ਅਸੀਂ ਉਹ ਸਟੱਡੀ ਕੀਤੀਆਂ। ਫਿਰ ਉਹਨਾਂ ਦੇ ਜਿਹੜੇ ਮਾਹਿਰ ਨੇ, ਜਿੰਨੇ ਮਾਹਿਰ ਨੇ, ਹੁਣ ਜਿਵੇਂ ਜੇਲ੍ਹਾਂ ਦੇ ਅਸੀਂ 2 ਉਹਨਾਂ ਬੰਦਿਆਂ ਨੂੰ ਮਿਲੇ ਜਿਨ੍ਹਾਂ ਨੇ ਜੇਲ੍ਹਾਂ ਦੇ ਉੱਤੇ ਆਪ ਦਾ ਕੁਝ ਲਿਖਿਆ ਕਿ ਕਿਵੇਂ ਸੁਧਾਰਿਆ ਜਾ ਸਕਦਾ ਹੈ। ਖੇਤੀਬਾੜੀ ਤੇ ਬਲਵਿੰਦਰ ਸਿੱਧੂ ਤੇ ਇਕੱਲੇ ਦਵਿੰਦਰ ਸ਼ਰਮਾ ਜੀ ਤੱਕ ਨਹੀਂ ਰਹੇ, ਹੋਰ ਬੰਦੇ ਕੀ ਸੋਚ ਰਹੇ ਨੇ, ਖੇਤੀ ਨੂੰ ਕਿਵੇਂ ਬੈਟਰ ਕੀਤਾ ਜਾ ਸਕਦਾ। ਮਨਰੇਗਾ, ਹਮੀਰ ਸਿੰਘ ਖੁਦ ਬਹੁਤ ਮਾਹਿਰ ਨੇ, ਵਨ ਆਫ ਦੀ ਦੇਸ਼ ਦੇ ਮਾਹਿਰ ਮਨਰੇਗਾ ਦੇ ਉੱਤੇ। ਬਟ ਅਸੀਂ 3 ਬੰਦਿਆਂ ਨੂੰ ਹੋਰ ਪੁੱਛਿਆ। ਆਰਟ ਦਾ ਤਾਂ ਖੈਰ ਸਾਨੂੰ ਪਤਾ ਸੀ, ਆਰਟ ਦੇ ਵਿੱਚ ਵੀ ਮੈਂ ਰਾਏ ਲਈ। ਸਪੋਰਟਸ ਦੇ ਵਿੱਚ ਜੱਸਾ ਪੱਟੀ ਤੋਂ ਲੈ ਕੇ ਜਿੰਨੇ ਹੋਰ, ਟੋਨੀ ਸੰਧੂ ਤੋਂ ਲੈ ਕੇ ਜਿੰਨੇ ਹੋਰ ਬੰਦੇ ਨੇ, ਅਸੀਂ ਉਹਨਾਂ ਤੋਂ ਪੁੱਛਿਆ। ਕੀ ਹੁੰਦਾ ਹੈ ਕਿ ਜਦੋਂ ਕੋਈ ਕੰਮ ਕਰਨਾ ਹੋਵੇ, ਬਾਤ ਸਾਹਿਬ, ਮੇਰੀ ਇੱਕ ਸ਼ੁਰੂ ਤੋਂ ਆਦਤ ਰਹੀ ਹੈ, ਮੇਰੀ ਨਹੀਂ ਸਾਡੇ ਸਾਰਿਆਂ ਦੀ, ਕਿ ਫਿਰ ਉਹਦਾ ਇਹ
डिटेल तो डिटेल भी ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਫਿਰ ਕੋਈ ਬੰਦਾ ਤੁਹਾਤੋਂ ਕੁਐਸਚਨ ਪੁੱਛ ਲੇ ਤਾਂ 99% 9 ਨਹੀਂ ਬਲਕਿ 101% ਤੁਹਾਨੂੰ ਤੁਹਾਡੇ ਕੋਲੇ ਉਹਦਾ ਜਵਾਬ ਹੋਣਾ ਚਾਹੀਦਾ ਹੈ। ਉਹ ਜਵਾਬ ਕਦੋਂ ਆਉਂਦਾ ਸਰ? ਜਦੋਂ ਤੁਸੀਂ ਆਪਣੇ ਆਪ ਨੂੰ ਨੌਲੇਜੇਬਲ ਕਰ ਲਓ, ਸਮਝ ਲਓ, ਔਰ ਫਿਰ ਤੁਹਾਡਾ ਇੰਟੈਲੈਕਟ ਉਹਦੇ ਤੇ ਵਰਕ ਕਰੇ, ਔਰ ਫਿਰ ਤੁਹਾਡੀ ਕ੍ਰੀਏਟੀਵਿਟੀ ਉਹਦੇ ਚੋਂ ਕੁਝ ਹੋਰ ਨਵੀਂ ਕਾਢ ਕੱਢੇ, ਜਿਹਨੂੰ ਅਸੀਂ ਵਿਜ਼ਨ ਕਹਿੰਦੇ ਆ। ਵਿਜ਼ਨ ਕੀ ਹੈ? ਜਿਵੇਂ ਰੇਤਾ ਹੈ, ਰੇਤੇ ਤੇ ਕਰਪਸ਼ਨ ਹੋ ਰਹੀ ਹੈ, ਔਰ ਇਹਦਾ ਰੈਵਨਿਊ ਪਤਾ ਕਿੰਨਾ ਬਾਤ ਸਾਹਿਬ? 400 ਕਰੋੜ, ਸਿਰਫ 400 ਕਰੋੜ ਰੁਪਇਆ ਸਾਲ ਦਾ ਰੈਵਨਿਊ ਹੈ ਸਾਡਾ। ਕੀ ਇਹ 400 ਕਰੋੜ ਲਈ ਅਸੀਂ 5000 ਕਰੋੜ ਦੀ ਜਿਹੜੀ ਉੱਥੇ ਬਲੈਕ ਮਾਰਕੀਟਿੰਗ ਹੈ, ਕਰਪਸ਼ਨ ਆ, ਉਹ ਹੋਣ ਦੇ ਰਹੇ ਆ? ਅਸੀਂ ਕਿਹਾ ਰੇਤਾ ਫ੍ਰੀ ਕਰ ਦਿਓ, ਟੋਟਲ ਫ੍ਰੀ, ਜਿਵੇਂ 2004 ਤੋਂ ਪਹਿਲਾਂ ਸੀਗਾ। ਰੇਤਾ ਫ੍ਰੀ ਕਰ ਦਿਓ, ਔਰ ਉਹ ਜਿਹੜਾ 400 ਦੀ ਬਜਾਏ ਤੁਸੀਂ 1200 ਕਰੋੜ ਰੁਪਇਆ ਕਮਾਉਂਗੇ। ਸਿਰਫ ਜੋ ਵੀ ਘਰ ਜਾਂ ਬਿਲਡਿੰਗ ਨਕਸ਼ਾ ਪਾਸ ਕਰਾਉਣ ਲਈ ਆਉਂਦੀ ਹੈ, ਜਿਹਦਾ ਖਰਚਾ 20 ਲੱਖ ਤੋਂ ਉੱਤੇ ਆ, ਉਹਦੇ ਤੇ 1% ਦਾ ਸੈਸ ਲਾ ਦਿਓ, ਔਰ ਉਹ 1200 ਕਰੋੜ ਕਮਾ ਲੂਗੇ ਤੁਸੀਂ। ਕਿਸੇ ਤੇ ਭਾਰ ਵੀ ਨਹੀਂ ਪਊ, ਤੁਹਾਡਾ ਰੈਵਨਿਊ ਵੀ 800 ਕਰੋੜ ਵੱਧ ਜੂ, ਔਰ ਨਾਲ ਨਾਲ ਤੁਹਾਡਾ ਇਨਵਾਇਰਮੈਂਟ ਦਾ ਨੁਕਸਾਨ ਖਤਮ ਹੋ ਜੂ, ਜਿਹੜੀ ਇੰਨੀ ਕੁ ਖੱਡ ਦੀ ਲੈ ਕੇ ਪਰਮਿਸ਼ਨ ਇੰਨੀ ਤੇ ਕੀਤਾ ਜਾਂਦਾ ਹੈ, ਔਰ ਨਾਲੇ ਕਰਪਸ਼ਨ ਖਤਮ ਹੋ ਜੂ। ਇਹ ਵਿਜ਼ਨ ਹੈ, ਪਰ ਤੁਹਾਨੂੰ ਪਹਿਲਾਂ ਉਹਦੀ ਨੌਲੇਜ ਵੀ ਹੋਵੇ, ਔਰ ਤੁਸੀਂ ਇੰਟੈਲੀਜੈਂਟਲੀ ਉਸ ਨੂੰ ਰਿਐਕਟ ਵੀ ਕਰਨਾ ਸਿੱਖ ਜਾਓ। ਉਹ ਮੈਂ ਜਾਂ ਤੁਸੀਂ ਇੱਕ ਬੰਦੇ ਤੇ ਨਹੀਂ, ਉਹ ਸਾਡੀ ਸਾਰਿਆਂ ਦੀ ਟੀਮ ਸੀ। ਵਾਰ-ਵਾਰ ਮੱਥਾ ਮਾਰੀਦਾ ਸੀ, ਕਈ ਵਾਰੀ ਤਾਂ ਰਾਤ ਭਰ ਬੈਠੇ ਰਹੀਦਾ ਸੀ। ਮੇਰੇ ਬੱਚਿਆਂ ਨੇ ਮੈਨੂੰ ਕਈ ਵਾਰੀ ਕਿਹਾ, ਡੈਡੀ ਅਸੀਂ ਵੀ ਪੰਜਾਬ 'ਚ ਰਹਿੰਦੇ ਹਾਂ, ਸਾਡੇ ਬਾਰੇ ਵੀ ਸੋਚ ਲਓ ਥੋੜ੍ਹਾ, ਸਾਡੇ ਨਾਲ ਵੀ ਖੇਡ ਲਿਆ ਕਰੋ, ਸਾਡੀ ਵੀ ਗੱਲ ਕਰ ਲਓ ਕਿਤੇ। ਐਂਡ ਇਹ ਸੇਮ ਥਿੰਗ ਨਾਟ ਵਿਦ ਮੀ ਓਨਲੀ, ਇਹ ਹਮੀਰ ਸਿੰਘ ਨੇ ਵੀ ਸੇਮ ਭੁਗਤਿਆ, ਸਰਬਜੀਤ ਧਾਲੀਵਾਲ ਨੇ ਵੀ, ਦੀਪਕ ਜੀ ਨੇ ਵੀ, ਬੱਬੂ ਨੇ ਵੀ, ਦਵਿੰਦਰ ਸ਼ਰਮਾ ਜੀ ਵਿਚਾਰੇ ਰਾਤ ਨੂੰ ਬਾਹਰ ਨਹੀਂ ਹੁੰਦੇ, ਉਹਨਾਂ ਨੂੰ ਸ਼ੂਗਰ ਵੀ, ਸਾਰਿਆਂ ਨੇ ਅਸੀਂ ਆਪਦੇ ਕੰਮ ਛੱਡ ਕੇ, ਈਵਨ ਗੁੱਲ ਵਿਚਾਰੀ ਦਿੱਲੀ ਬੈਠੀ ਲੱਗੀ ਰਹਿੰਦੀ ਸੀ। ਕਿਉਂ ਕੀਤਾ? ਕਿਉਂਕਿ ਪੰਜਾਬ ਬਚਾਉਣਾ ਹੈ, ਬਚਾਅ ਖਰਾਬ ਹੋ ਗਿਆ, ਬਰਬਾਦ ਹੋ ਗਿਆ। ਮੈਨੂੰ ਲੱਗਿਆ ਇਹ ਜੋਕ ਨਾ ਬਣ ਜੇ ਕੁਝ ਕਰਨਾ ਹੈ ਤਾਂ ਫਿਰ ਸਾਰਥਕ ਕੰਮ ਕੀਤਾ ਜਾਵੇ ਕਿ ਬਚ ਕਿਵੇਂ ਸਕਦਾ ਹੈ। ਇਹ ਬਰਬਾਦ ਹੋ ਰਿਹਾ, ਇਹਨੂੰ ਬਚਾਉਣਾ ਹੈ, ਪਰ ਕਿਵੇਂ ਬਚਾਉਣਾ ਹੈ ਦੱਸਿਆ ਕਿਸੇ ਨੇ? ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਕਿ ਜਿੰਨੀਆਂ ਪਾਰਟੀਆਂ ਨੇ, ਹੈਲਥ ਦਾ ਮਸਲਾ ਹੈ ਜੀ, ਐਜੂਕੇਸ਼ਨ ਦਾ ਮਸਲਾ ਹੈ ਜੀ, ਰੈਵਨਿਊ ਹੈ ਨਹੀਂ ਜੀ, ਕਿਤੇ ਇਹ ਵੀ ਦੱਸਿਆ ਕਿ ਕਿਵੇਂ ਸਹੀ ਹੋਊਗਾ? ਮੈਂ ਆਣਾ, ਤੁਸੀਂ ਆਣੇ ਕਿ ਫਸਲੀ ਵਿਭਿੰਨਤਾ ਚਾਹੀਦੀ ਹੈ, ਝੋਨਾ ਨਹੀਂ ਲੱਗਣਾ ਚਾਹੀਦਾ। ਓਕੇ ਮੰਨਿਆ, ਤਾਂ ਕਰਨ ਕੀ? ਅਸੀਂ ਆਣੇ ਇੱਥੇ ਕੈਟ 3 ਦੀ ਫੈਸਿਲਿਟੀ ਦਿਓ, ਮਿਡਲ ਈਸਟ ਨੂੰ ਇੱਥੋਂ ਫਲਾਈਟਾਂ ਜਾਣ, ਉਹਦੇ ਤੇ ਅਸੀਂ ਸਬਜ਼ੀਆਂ ਬਾਹਰ ਭੇਜ ਗਏ। ਕੀ ਤੁਹਾਡੇ ਇੱਥੇ ਬ੍ਰਾਜ਼ੀਲ ਤੋਂ ਸਬਜ਼ੀ ਨਹੀਂ ਆਉਂਦੀ ਗੀ? ਤੇ ਅਸੀਂ ਮਿਡਲ ਈਸਟ 'ਚ ਕਿਉਂ ਨਹੀਂ ਭੇਜ ਸਕਦੇ? ਆਪਣੇ ਆਪ ਫਸਲੀ ਵਿਭਿੰਨਤਾ ਆ ਜੂਗੀ, ਆਪਣੇ ਆਪ ਜੱਟ ਦੀ ਇਨਕਮ ਹੈ ਜਿਹੜੀ 70,000 ਤੱਕ ਹੈ ਕਿੱਲੇ ਦੀ, ਉਹ 1.5 ਲੱਖ ਤੱਕ ਚਾਹ ਆ ਜੂਗੀ। ਅਸੀਂ ਆਪਦਾ ਪੰਜਾਬ ਮਾਡਲ ਦੁਨੀਆ 'ਚ ਕਿਉਂ ਨਹੀਂ ਲੈ ਕੇ ਜਾਂਦੇ? ਸਾਡੇ ਫੁਲਕਾਰੀਆਂ ਬਣਦੀਆਂ, ਬਾਗ ਹੁੰਦੇ ਨੇ, ਪਰਾਂਦੇ ਹੁੰਦੇ ਨੇ, ਸਾਡੇ ਲੋਕਲ ਲੈਵਲ 'ਤੇ ਕਿੰਨੀਆਂ ਚੀਜ਼ਾਂ ਡਿਵੈਲਪ ਕਰ ਸਕਦੇ ਹਾਂ, ਜਿਹੜੇ ਅਸੀਂ ਜਦੋਂ ਅਸੀਂ ਪਿੰਡ ਦੀ ਲੋੜ ਪਿੰਡ 'ਚ, ਸ਼ਹਿਰ ਦੀ ਲੋੜ ਸ਼ਹਿਰ 'ਚ, ਪੰਜਾਬ ਦੀ ਲੋੜ ਪੰਜਾਬ 'ਚ ਪੈਦਾ ਕਰਨ ਲੱਗੇ ਨਾ, ਸਾਨੂੰ ਬਾਹਰ ਵੇਖਣ ਦੀ ਲੋੜ ਨਹੀਂ ਪੈਣੀ। ਇੱਕ ਮੁੰਡਾ ਸਾਡੇ ਨਾਲ ਗੁਰਪ੍ਰੀਤ ਜਲੰਧਰ ਕੋਲ ਦਾ, ਉਹਨੇ ਮੈਨੂੰ ਬੜੀ ਵਧੀਆ ਗੱਲ ਕਹੀ। ਮੈਨੂੰ ਆਂਦਾ, ਭਾਜੀ ਮੈਂ ਆਪਦੇ ਪਿਓ ਵਾਲੀ ਖੇਤੀ ਨਹੀਂ ਕਰ ਰਿਹਾ, ਮੈਂ ਆਪਦੇ ਦਾਦੇ ਵਾਲੀ ਖੇਤੀ ਕਰ ਰਿਹਾ। ਮੈਂ ਕਿਹਾ ਯਾਰ ਇਹਦਾ ਮਤਲਬ ਸਮਝਾ। ਸਮਝ ਤਾਂ ਮੈਂ ਗਿਆ, ਮੈਂ ਕਿਹਾ ਤੂੰ ਸਮਝਾ ਜੀ। ਆਂਦਾ ਜੀ ਮੈਂ ਬਾਜ਼ਾਰੋਂ ਕੁਛ ਨਹੀਂ ਲੈਣ ਜਾਂਦਾ, ਮੇਰੀ ਸਬਜ਼ੀਆਂ, ਮੇਰੀਆਂ ਮਿਰਚਾਂ, ਮੇਰੀਆਂ ਮੂਲੀਆਂ, ਮੇਰੇ ਗੰਢੇ, ਮੇਰਾ ਆਟਾ, ਮੈਂ ਸਭ ਕੁਛ ਘਰ ਹੀ ਪੈਦਾ ਕਰਦਾ। ਇਹ ਦਾਦੇ ਵਾਲੀ ਖੇਤੀ ਹੈ। ਸੋ ਜਿਸ ਦਿਨ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਛੱਡੀਏ, ਪੰਜਾਬ ਨੂੰ ਪੰਜਾਬ ਹੀ ਬਣਾ ਲਈਏ ਜਿਹੋ ਜਿਹਾ ਪਹਿਲਾਂ ਸੀ, ਅਸੀਂ ਗੰਗਾ ਨਾਲ ਲਾਂਗੇ। ਅਸੀਂ ਉਸ ਪੰਜਾਬ ਦੀ ਗੱਲ ਕਰ ਰਹੇ ਹਾਂ ਜਿੱਥੇ ਪਾਣੀ ਪੀ ਕੇ ਡੰਡ ਮਾਰੋ ਤਾਂ ਸਿਹਤ ਬਣ ਜਾਂਦੀ ਸੀ। ਅੱਜ ਇੱਥੋਂ ਦਾ ਪਾਣੀ ਪੀ ਲਓ ਤਾਂ ਕੈਂਸਰ ਹੋ ਜਾਂਦਾ ਹੈ। ਇਹ ਕਿਉਂ ਹੋ ਰਿਹਾ ਹੈ? ਇਹਦੇ ਬਾਰੇ ਸੋਚੋ, ਇਹਦੇ ਬਾਰੇ ਵਿਜ਼ਨ ਲੈ ਕੇ ਆਓ। ਸਾਡੇ 3 ਪੱਤਨਾਂ ਦਾ ਪਾਣੀ ਹੁੰਦਾ ਸੀ, 2 ਪੱਤਨ ਸੁੱਕ ਗਏ ਨੇ, 1 ਪੱਤਨ ਦਾ ਰਹਿ ਗਿਆ। ਬੰਜਰ ਹੋ ਜੂ ਇਹ ਧਰਤੀ, ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਧਰਤੀ ਸੀ ਰੱਬ ਵੱਲੋਂ, ਜਿੱਥੇ ਬੀਜੀ ਹੋਈ ਔਰ ਖਾਧੀ ਹੋਈ ਗਾਜਰ ਇੰਨੀ ਰਸੀਲੀ ਸੀ ਜਿਹੜੀ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ, ਪਰ ਅਸੀਂ ਉਹਨੂੰ ਖਰਾਬ ਕਰ ਲਿਆ। ਤੁਹਾਡਾ ਦੇਸ਼, ਆਈ ਐਮ ਸੌਰੀ ਸਰ, 6 ਮਹੀਨੇ ਜ਼ਿੰਦਗੀ ਜਿਉਣੀ ਦੁੱਬਰ ਹੈ ਤੁਹਾਡੇ ਇੱਥੇ, ਔਰ ਉਹ ਦੇਸ਼ ਹੈ ਜਿੱਥੇ 12 ਮਹੀਨੇ 30 ਦਿਨ ਤੁਸੀਂ ਕਮਾਲ ਦੇ ਤਰੀਕੇ ਨਾਲ ਕੰਮ ਕਰ ਸਕਦੇ ਹੋ, ਬਾਹਰ ਵੀ ਤੁਰ ਸਕਦੇ ਹੋ, ਨੰਗੇ ਪਿੰਡੇ ਵੀ ਰਹਿ ਸਕਦੇ ਹੋ। ਪਰ ਇੱਥੋਂ ਦੇ ਚਲਾਉਣ ਵਾਲੇ ਗੰਦੇ ਮਿਲ ਗਏ, ਇਹ ਵਧੀਆ ਮਿੱਟੀ, ਵਧੀਆ ਦੇਸ਼ ਖਰਾਬ ਹੋ ਗਿਆ। ਔਰ ਤੁਹਾਡੇ ਦੇਸ਼ ਜਿਹੜੇ ਕੁਦਰਤਨ ਨੇ ਉਨੇ ਵਧੀਆ ਨਹੀਂ ਸੀ, ਪਰ ਤੁਹਾਡੇ ਚਲਾਉਣ ਵਾਲਿਆਂ ਨੇ ਕਮਾਲ ਦੇ ਬਣਾ ਲਏ। ਅੱਜ ਅਸੀਂ 30-35 ਲੱਖ ਰੁਪਈਆ ਲਾ ਕੇ ਉਹਨਾਂ ਦੇਸ਼ਾਂ ਵੱਲ ਭੱਜ ਰਹੇ ਹਾਂ ਜਿਨ੍ਹਾਂ ਦੇ ਹੁਕਮਰਾਨਾਂ ਨੂੰ ਅਸੀਂ ਇੱਥੋਂ ਕੱਢਿਆ ਸੀਗਾ।
ਉਹੀ ਗੁਲਾਮੀ ਦੁਬਾਰਾ ਅਪਣਾ ਰਹੇ ਹਾਂ। ਕਿਉਂ? ਇਹਨਾਂ ਬੇਵਕੂਫਾਂ ਕਰਕੇ, ਜਿਨ੍ਹਾਂ ਨੂੰ ਅਸੀਂ ਸ਼ਿਕਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਮਿਤੋਜ ਜੀ, ਮੈਂ ਦੋ ਚੀਜ਼ਾਂ ਜਿਹੜੀਆਂ ਤੁਹਾਡੇ ਤੋਂ ਜ਼ਰੂਰ ਕਲੀਅਰ ਕਰਾਉਣੀਆਂ। ਇੱਕ, ਤੁਸੀਂ ਵਪਾਰ ਦੀ ਕੋਈ ਗੱਲ ਕੀਤੀ ਸੀ, ਤੁਸੀਂ ਇਹ ਜਹਾਜ਼ ਉਡਾਏ ਸੀ, ਤਾਂ ਸੜਕੀ ਰਸਤਾ ਵੀ ਹੁੰਦਾ ਹੈ। ਪੰਜਾਬ ਦੀ ਖੇਤੀ ਦੇ ਲਈ ਤੁਸੀਂ ਕਿਹਾ ਕਿ ਮਿਡਲ ਈਸਟ ਨੂੰ ਜਾਣ ਫਲਾਈਟਾਂ, ਅਸੀਂ ਸਬਜ਼ੀ ਫੁੱਲ ਸਾਰਾ ਕੁਝ ਖੇਤੀ ਕਰਕੇ ਭੇਜੀਏ, 4 ਪੈਸੇ ਸਰਕਾਰ ਨੂੰ ਆਉਣ, ਲੋਕਾਂ ਨੂੰ ਆਉਣ। ਇੱਕ ਮਜ਼ਦੂਰ ਦਾ ਜ਼ਰੂਰ ਦੱਸਿਓ, ਕਿਉਂਕਿ ਕਿਸਾਨ ਕਿਵੇਂ ਖੁਸ਼ਹਾਲ ਹੋ ਸਕਦਾ? ਜੂਝਦਾ ਪੰਜਾਬ ਦੇ ਕੋਲੇ ਕੀ ਏਜੰਡਾ ਹੈ, ਕੀ ਰੋਡ ਮੈਪ ਹੈ? ਉਹਦੇ ਨਾਲ ਮਜ਼ਦੂਰ ਨੂੰ ਜੇ ਜੋੜ ਕੇ ਦੇਖੀਏ ਤਾਂ ਗੱਲ ਕਿੱਧਰਲੇ ਪਾਸੇ ਜਾ ਸਕਦੀ ਹੈ? ਹੁਣ ਤੁਸੀਂ ਦੇਖੋ, ਅਸੀਂ ਨਾਲ ਬਾਗਾ ਬਾਰਡਰ ਦਾ ਵੀ ਕਿਹਾ ਕਿ ਬਾਈ ਰੋਡ ਵੀ ਖੋਲ੍ਹਣਾ ਚਾਹੀਦਾ। ਪਾਕਿਸਤਾਨ ਨਾਲ ਅਸੀਂ, ਤੁਸੀਂ ਕਮਾਲ ਦੀ ਗੱਲ ਹੈ, ਜਿੰਨੀਆਂ ਵੱਡੀਆਂ ਕੰਪਨੀਆਂ ਨੇ ਸਾਡੀਆਂ ਹਿੰਦੁਸਤਾਨ ਦੀਆਂ, ਉਹ ਪਾਕਿਸਤਾਨ ਨਾਲ ਬਿਜ਼ਨਸ ਕਰ ਰਹੀਆਂ ਨੇ, ਦੁਬਈ ਦੇ ਥਰੂ ਕਰ ਰਹੀਆਂ ਨੇ। ਪਰ ਯਾਰ ਇੱਥੋਂ ਦਾ ਕਿਸਾਨ ਨਹੀਂ ਕਰ ਸਕਦਾ ਸਿੱਧਾ ਬਿਜ਼ਨਸ? ਕਿਉਂ ਬਾਈ? ਇਹ ਕੀ ਆ, ਸਿਲਕ ਰੂਟ ਦੁਬਾਰਾ ਨਹੀਂ ਖੋਲ੍ਹਿਆ ਜਾ ਸਕਦਾ? ਅਸੀਂ ਪਾਕਿਸਤਾਨ ਦੇ ਥਰੂ ਜਾ ਕੇ ਤਹਿਰਾਨ ਦੀ ਮੰਡੀ 'ਚ ਨਹੀਂ ਵੇਚ ਸਕਦੇ ਆਪਦੀਆਂ ਚੀਜ਼ਾਂ? ਪੂਰੇ ਦਾ ਪੂਰਾ ਰਸਤਾ ਖੁੱਲ੍ਹ ਸਕਦਾ ਔਰ ਸਾਡੀ ਇਕੋਨਮੀ ਛਾਲਾਂ ਮਾਰਦੀ ਉੱਪਰ ਜਾ ਸਕਦੀ ਹੈ ਪੰਜਾਬ ਦੀ। ਪਰ ਉਹ ਕੀਤਾ ਨਹੀਂ ਜਾ ਰਿਹਾ। ਹੁਣ ਆ ਜੋ ਮਜ਼ਦੂਰ ਦਾ ਤੇ ਕਿਸਾਨ ਦਾ ਬੈਟਰ ਕਿਵੇਂ ਹੋ ਸਕਦਾ? ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ। ਇੱਕ ਸਾਡੇ ਕਾਨੂੰਨ ਹੈ ਮਨਰੇਗਾ। ਦੇਖੋ, ਇੱਕ ਜਦੋਂ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਤਾਂ ਉਹਦੀ ਤਾਰੀਫ ਕਰਨੀ ਚਾਹੀਦੀ ਹੈ। ਮਨਮੋਹਨ ਸਿੰਘ ਹੁਰੀ 2 ਕੰਮ ਕਮਾਲ ਦੇ ਕਰਕੇ ਗਏ ਸੀ। ਇੱਕ RTI, ਜਿਹਨੂੰ ਹੌਲੀ ਹੌਲੀ ਇਹਨਾਂ ਨੇ ਖਰਾਬ ਕਰਤਾ ਹੈ, ਰਾਈਟ ਟੂ ਇਨਫੋਰਮੇਸ਼ਨ ਵਾਲਾ, ਔਰ ਇੱਕ ਨਰੇਗਾ ਦਾ ਜਿਹੜਾ ਕਾਨੂੰਨ ਸੀ, ਉਹਦੇ ਤਹਿਤ ਮਤਲਬ ਅਸੀਂ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਾਂ ਨਰੇਗਾ ਦੇ ਤਹਿਤ। ਔਰ ਕੇਰਲਾ, ਤੇਲੰਗਾਨਾ, ਉਹਨਾਂ ਨੇ ਆਪਦੀ ਨੁਹਾਰ ਬਦਲ ਲਈ ਇਹਦੇ ਤਹਿਤ। ਔਰ ਕਮਾਲ ਦੀ ਗੱਲ ਇਹ ਹੈ ਬਾਦ ਸਾਹਿਬ ਕਿ ਸਾਡੇ ਕੋਲੇ ਰੈਵਨਿਊ ਹੈ ਨਹੀਂ। ਉਹ 'ਚ ਜਿੰਨਾ ਵੀ ਪੈਸਾ ਆਉਣਾ ਉਹ ਸੈਂਟਰ ਵੱਲੋਂ ਆਉਣਾ ਹੈ, ਸਟੇਟ ਨੇ ਨਹੀਂ ਲਾਉਣਾ। ਉਹਦੇ ਵਿੱਚ ਸੈਂਟਰ ਵੱਲੋਂ ਪੈਸਾ ਆਉਣਾ ਹੈ। ਔਰ ਉਹ ਪੈਸੇ ਦੀ ਜਿੰਨੀ ਤਨਖਾਹ ਵਾ, ਮੰਨ ਲਓ ਕਿਸੇ ਬੰਦੇ ਦੀ ਤਨਖਾਹ ਹੈ, ਜਿਵੇਂ ਨਰੇਗਾ ਦੀ ਜੋ ਦਿਹਾੜੀ ਹੈ, ਉਹ ਅਗਰ 40 ਰੁਪਏ ਹੈ ਤਾਂ 60 ਰੁਪਏ ਪਿੰਡ ਨੂੰ ਮਿਲਣਗੇ, ਉੱਥੇ ਹੀ ਖਰਚ ਕੀਤੇ ਜਾਣ। ਇਹ ਉਸ ਕਾਨੂੰਨ ਦੀ ਖੂਬਸੂਰਤੀ ਹੈ। ਔਰ ਨਾਲ ਜਿਹੜਾ ਜੱਟ ਜਾਂ ਕਿਸਾਨ 5 ਕਿੱਲੇ ਏਕੜ ਜਿਹਦੀ ਹੈਗੀ ਹੈ ਜ਼ਮੀਨ, ਉਹ ਬੰਦਾ ਆਪਦੇ ਖੇਤ 'ਚ ਕੰਮ ਕਰਦਾ ਹੋਇਆ ਵੀ ਦਿਹਾੜੀ, ਆਪਣਾ ਨਰੇਗਾ ਦੀ ਦਿਹਾੜੀ ਲੈ ਸਕਦਾ। ਸਿਰਫ ਉਹਨੂੰ ਕੁਛ ਕੁ ਚੀਜ਼ਾਂ ਕਰਨੀਆਂ ਪੈਣਗੀਆਂ ਜਿਹੜੀਆਂ ਕਿ ਬੜੀਆਂ ਸੌਖੀਆਂ ਨੇ। ਵਿਭਿੰਨਤਾ ਵਾਲੀ ਫਸਲਾਂ ਵਾਲੀ, ਰੁੱਖ ਲਾਉਣ ਵਾਲੀ, ਇਹ ਜਿਹੇ ਜੈਵਿਕ ਖੇਤੀ, ਇਹ ਜਿਹੇ 2-4 ਕੰਮ ਕਰਨੇ ਪੈਣੇ ਆ ਜਿਹੜੇ ਕਿ ਸਾਡੇ ਲਈ ਵੀ ਫਾਇਦੇਮੰਦ ਨੇ। ਪਿੰਡਾਂ ਦੇ ਵਿੱਚ ਜੋ ਅੱਜ ਤੁਸੀਂ ਆ ਗਲੀਆਂ ਨਾਲੀਆਂ ਬਣਦੀਆਂ ਵੇਖ ਰਹੇ ਹੋ, ਇਹ ਨਰੇਗਾ ਦੇ ਪੈਸੇ ਨਾਲ ਬਣ ਰਹੀਆਂ, ਜਿਹਦੇ 'ਚੋਂ ਇਹ ਸਾਡੇ ਹੀ MLA ਆ ਟਾਈਲਾਂ ਦੀਆਂ ਫੈਕਟਰੀਆਂ ਲਾ ਕੇ ਪੈਸਾ ਕਮਾ ਰਹੇ ਨੇ। ਇਹ ਸਭ ਕੁਝ ਨਰੇਗਾ ਦੇ ਥੱਲੇ ਹੋ ਰਿਹਾ। ਇਹਨੂੰ ਤੁਸੀਂ ਅਗਰ ਥੋੜ੍ਹਾ ਜਿਹਾ ਹੋਰ ਵਧਾ ਲਓ, ਅਸੀਂ ਪਤਾ ਕਿੰਨਾ ਕੁ ਲੈ ਰਹੇ ਹਾਂ, ਇਹਦੇ 'ਤੇ ਅਸੀਂ 5000 ਕਰੋੜ ਰੁਪਇਆ ਸੈਂਟਰ ਤੋਂ ਸਿੱਧਾ ਲੈ ਸਕਦੇ ਹਾਂ ਆਪਦੀ ਪੰਜਾਬ ਦੀ ਇਕੋਨਮੀ ਨੂੰ ਬੂਸਟ ਕਰਨ ਲਈ। ਮੰਗਣਾ ਨਹੀਂਗਾ, ਤੁਹਾਡੇ ਲੋਕ ਹੀ ਦਿਹਾੜੀਦਾਰ ਲੈ ਲੈਣਗੇ। ਤੁਹਾਡੇ ਪਿੰਡਾਂ 'ਚੋਂ ਆਟੋਮੈਟਿਕਲੀ ਕਾਨੂੰਨ ਦੇ ਤਹਿਤ ਲੱਗ ਜੂ। ਹੋ ਕੀ ਰਿਹਾ ਕਿ ਉਹਦੀ ਅਵੇਅਰਨੈਸ ਹੀ ਹੈ ਨਹੀਂ ਕਿਸੇ ਕੋਲੇ। ਨਾ ਨਰੇਗਾ ਦੀ ਅਵੇਅਰਨੈਸ ਹੈ, ਨਾ ਪੰਚਾਇਤੀ ਰਾਜ ਦੀ। ਹੁਣ ਜਿਵੇਂ ਪੰਚਾਇਤੀ ਰਾਜ ਹੈ, ਅਸੀਂ ਹਮੇਸ਼ਾ ਆਣੇ ਆ ਫੈਡਰਲਿਜ਼ਮ, ਸਾਡੇ ਲਈ ਇਹ ਵੱਧ ਅਧਿਕਾਰ ਚਾਹੀਦੇ ਨੇ। ਅਸੀਂ ਵੀ ਇਹ 'ਚ ਲਿਖਿਆ ਵੱਧ ਅਧਿਕਾਰ ਹੋਣੇ ਚਾਹੀਦੇ ਨੇ। ਪਰ ਜਿਹੜੇ ਅਧਿਕਾਰ ਸਾਡੀ ਅਸੈਂਬਲੀ ਕੋਲੇ ਹੈ, ਸਾਡੇ ਪੋਲੀਟੀਸ਼ੀਅਨਾਂ ਕੋਲੇ ਹੈ, ਉਹ ਅਧਿਕਾਰ ਉਹ ਥੱਲੇ ਕਿਉਂ ਨਹੀਂ ਦੇ ਰਹੇਗੇ? ਦਿੱਲੀ ਤੋਂ ਤਾਂ ਮੰਗ ਰਹੇ ਹੈ, ਪਰ ਅਸੀਂ ਆਪਦੀ ਲੋਕਲ ਬਾਡੀਜ਼ ਨੂੰ, ਨਗਰ ਸਭਾਵਾਂ ਨੂੰ ਤੇ ਪੰਚਾਇਤਾਂ ਨੂੰ ਨਹੀਂ ਦੇ ਰਹੇ ਉਹ ਅਧਿਕਾਰ। ਕਿਉਂ ਨਹੀਂ ਦੇ ਰਹੇ? ਅੱਜ ਇੱਕ ਸਰਪੰਚ ਕੋਲੇ ਪਤਾ ਕੀ ਅਧਿਕਾਰ ਹੈ ਸਰ? ਉਹ 57 ਦੀ ਜ਼ਮਾਨਤ ਲੈ ਸਕਦਾ ਹੈ। 57 ਦੀ ਜ਼ਮਾਨਤ ਮੀਨ ਮੈਜਿਸਟ੍ਰੇਟ ਦੇ ਬਰਾਬਰ ਉਹਦੀ ਪਾਵਰ ਹੈ ਸਰਪੰਚ ਦੀ। ਪਰ ਉਹ ਪਟਵਾਰੀ ਤੇ ਹੌਲਦਾਰ ਦੇ ਸਾਹਮਣੇ ਮਿੰਨਤਾਂ ਕੱਢਦਾ ਫਿਰਦਾ ਰਹਿੰਦਾ। ਕਿਉਂ? ਕਿਉਂਕਿ ਤੁਸੀਂ ਉਹਨੂੰ ਇੱਕ ਅਜੀਬ ਮੱਕੜ ਜਾਲ 'ਚ ਫਸਾਇਆ ਹੋਇਆ। ਇੱਕ ਪੰਚਾਇਤ ਸੈਕਟਰੀ ਨਾਂ ਦਾ ਬੰਦਾ ਹੁੰਦਾ ਹੈ। ਪੰਚਾਇਤ ਸੈਕਟਰੀ ਇਸ ਲਈ ਹੁੰਦਾ ਹੈ ਕਿ ਉਹ ਪੰਚਾਇਤ ਕਿਹੜੇ ਕੰਮ ਕਿਵੇਂ ਕਰ ਸਕਦੀ ਹੈ ਉਹ ਦੱਸਣ ਲਈ ਹੈ, ਜਦ ਕਿ ਉਹ ਕਰਪਸ਼ਨ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਪੰਜਾਬ 'ਚ। ਉਹ ਦੱਸਦਾ ਹੈ ਕਿ ਕਿਵੇਂ ਕਰਪਸ਼ਨ ਕੀਤੀ ਜਾ ਸਕਦੀ ਹੈ। ਇਹਨਾਂ ਚੀਜ਼ਾਂ ਨੂੰ, ਸਿਰਫ ਇਹਨਾਂ ਨੂੰ, ਔਰ ਉਹਨੂੰ ਕਾਊਂਟਰ ਕੌਣ ਕਰ ਸਕਦਾ ਹੈ? ਸਾਡੀ ਗ੍ਰਾਮ ਸਭਾ। ਗ੍ਰਾਮ ਸਭਾ ਮੀਨ ਸਾਰਾ ਪਿੰਡ ਮਤਾ ਪਾ ਕੇ, 2 ਮਤੇ ਪਾ ਕੇ ਸਰਪੰਚ ਨੂੰ ਹਟਾ ਸਕਦੀ ਹੈ। 2 ਮਤੇ ਪਾ ਕੇ DC ਤੋਂ ਲੈ ਕੇ ਚੀਫ ਸੈਕਟਰੀ ਤੱਕ ਨੂੰ ਅੱਗੇ ਲਾ ਸਕਦੀ ਹੈ। ਪਰ ਅਸੀਂ ਦੱਸ ਹੀ ਨਹੀਂ ਰਹੇ ਕਿਸੇ ਨੂੰ। ਕਿਉਂ ਨਹੀਂ ਦੱਸ ਰਹੇ? ਕਿਉਂਕਿ ਅਸੀਂ ਪਾਵਰ ਇਕੱਠੀ ਕਰਨੀ ਹੈ MLA ਤੱਕ, ਔਰ MLA ਸਿੱਧਾ ਜਾਂਦਾ ਮੁੱਖ ਮੰਤਰੀ ਤੇ ਮਿਨਿਸਟਰ ਤੱਕ, ਔਰ ਉਹਨਾਂ ਨੂੰ ਕੋਈ ਪੁੱਛੇ ਨਾ, ਪੈਸੇ ਖਾ ਸਕਣ। ਇਸ ਲਈ ਅਸੀਂ ਆ ਸਾਰਾ ਡਰਾਮਾ ਰਚਿਆ। ਅਸੀਂ ਆਪਦੇ ਏਜੰਡੇ 'ਚ
ਡਿਟੇਲ 'ਚ ਲਿਖਿਆ ਹੈ ਕਿ ਮਨਰੇਗਾ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਕਿਵੇਂ ਕਰ ਸਕਦੇ ਹੋ, ਔਰ ਜੇ ਕੋਈ ਤੁਹਾਨੂੰ ਰੋਕੇ ਤਾਂ ਉਹਦੇ ਤੇ ਕਾਰਵਾਈ ਕਿਵੇਂ ਹੋ ਸਕਦੀ ਹੈ। ਸੇਮ ਪੰਚਾਇਤੀ ਰਾਜ ਹੁਣ ਅਸੀਂ ਇਹਦੇ 'ਚ ਐਡ ਕਰ ਰਹੇ ਹਾਂ ਬਾਦ ਸਾਹਿਬ, ਪਰਸੋਂ ਜਾਂ ਕੱਲ੍ਹ ਤੁਹਾਡੇ ਚੈਨਲ ਤੇ ਵੀ ਦੇ ਦਿਆਂਗੇ। ਅਸੀਂ ਉਹ ਸਾਰੇ ਮੁੱਦੇ ਜਿਹੜੇ ਤੁਹਾਡੇ ਸਾਹਮਣੇ ਏਜੰਡਾ 32 ਦੇ 32, ਇਹਨਾਂ ਤੋਂ ਇਲਾਵਾ ਵੀ 2-3 ਅਸੀਂ ਬੋਲ ਕੇ ਰਿਕਾਰਡ ਕਰਕੇ ਵਿਜ਼ੂਅਲੀ, ਮੈਂ, ਬੱਬੂ, ਗੁਲ, ਪਨਾਗ, ਦਵਿੰਦਰ ਸ਼ਰਮਾ, ਸਾਰੇ ਅਸੀਂ ਤੁਹਾਡੇ NRI ਵੀ ਵਿੱਚ ਸ਼ਾਮਲ ਨੇ, ਅਸੀਂ ਇਹਦੀ ਇੱਕ ਵੀਡੀਓਗ੍ਰਾਫੀ ਕਰਕੇ 1.25-2 ਘੰਟੇ ਦੀ ਉਹ ਵੀਡੀਓ ਰਿਲੀਜ਼ ਕਰ ਰਹੇ ਹਾਂ, ਜੋ ਹਰ ਬੰਦਾ ਸੁਣ ਸਕੇ, ਸਮਝ ਸਕੇ ਕਿ ਉਹਨਾਂ ਦੇ ਹੱਕ ਕੀ ਨੇ, ਔਰ ਇਹਨਾਂ ਹੱਕਾਂ ਨੂੰ ਜੇ ਸਾਨੂੰ ਪੋਲੀਟੀਸ਼ੀਅਨ ਹੈਲਪ ਨਹੀਂ ਕਰ ਰਹੇ ਤਾਂ ਅਸੀਂ ਆਪਣੇ ਆਪ ਕਿਵੇਂ ਲੈ ਸਕਦੇ ਹਾਂ। ਇਹ ਕਰ ਰਹੇ ਹਾਂ ਰਿਲੀਜ਼। ਜੀ ਬਹੁਤ ਅੱਛਾ ਉੱਤਮ ਹੈ ਜੀ। ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਅਵੇਅਰਨੈਸ ਜ਼ਰੂਰੀ ਹੈ। ਪੰਜਾਬ ਦੇ 2 ਕਰੋੜ 12 ਲੱਖ ਵੋਟਰਾਂ ਦੇ ਵਿੱਚੋਂ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਕਿ ਉਹਦਾ ਹੱਕ ਕੀ ਹੈ, ਕਿੱਥੇ ਚੀਜ਼ਾਂ ਲੈਕ ਕਰਦੀਆਂ, ਕਿਹੜੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ। ਕਿਉਂਕਿ ਜੇ ਤੁਹਾਨੂੰ ਜਾਣਕਾਰੀ ਮਿਲ ਗਈ ਤੁਸੀਂ ਫਿਰ ਭਾਈ ਸਵਾਲ ਪੁੱਛਣਾ ਹੈ, ਸਵਾਲ ਦਾ ਉੱਤਰ ਆਉਣਾ ਨਹੀਂ, ਫਿਰ ਫੈਕਟਰੀਆਂ ਵਧਣੀਆਂ ਨਹੀਂ, ਫਿਰ ਟਰਾਲੀਆਂ ਭਰਨੀਆਂ ਨਹੀਂ, ਫਿਰ ਤੁਹਾਡੇ ਘਰ ਆਉਣਾ ਸੌਦਾ ਪੱਤਾ ਥੋੜਾ ਜਿਹਾ, ਫਿਰ ਜਿਹੜੀ ਤੁਸੀਂ ਖੰਡ ਦਾ ਕਿਲੋ ਲਿਆਉਣੇ ਜੀ ਉਹ ਤਾਂ ਬਚਣ ਲਈ ਫਿਰ ਇਹ ਤੁਹਾਨੂੰ ਕਹਿਣਗੇ ਤੁਸੀਂ ਹਿੰਦੂ ਹੋ, ਤੁਸੀਂ ਸਿੱਖ ਹੋ, ਤੁਸੀਂ ਮੁਸਲਮਾਨ ਹੋ, ਤੁਸੀਂ ਜੱਟ ਹੋ, ਤੁਸੀਂ SC ਹੋ, ਤੁਸੀਂ BC ਹੋ, ਤੁਸੀਂ ਫਲਾਂ ਪੰਜਾਬ ਦੇ ਹੋ, ਤੁਸੀਂ ਹਰਿਆਣੇ ਦੇ ਹੋ। ਦੈਟਸ ਦੀ ਪ੍ਰੋਬਲਮ ਸਰ। ਅਸੀਂ ਆਹੀ ਕਹਿ ਰਹੇ ਹਾਂ ਕਿ ਇਹਨਾਂ ਦੀਆਂ ਇਹਨਾਂ ਗੱਲਾਂ 'ਚ ਨਾ ਜਾਓ, ਇਹਨਾਂ ਗੱਲਾਂ 'ਚ ਨਾ ਉਲਝੋ। ਅਸੀਂ ਕੱਲ੍ਹ ਬਾਈਬਲ ਕਲਾਂ ਗਿਆ ਸੀ, ਮੈਂ, ਮੇਰੇ ਨਾਲ ਹਿੰਦੂ ਕਮਿਊਨਿਟੀ ਦੇ 2-3 ਮੋਹਤਵਰ ਬੰਦੇ ਗਏ, ਉੱਥੇ ਹੀ ਮਾਨ ਸਾਹਿਬ ਬੈਠੇ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ। ਮੈਂ ਕਿਹਾ ਆ ਬੈਠੇ ਸਾਰੇ ਇਕੱਠੇ, ਇਵੇਂ ਕਹੀ ਜਾਣਾ ਕਿ ਹਿੰਦੂ ਸਿੱਖ ਏਕੇ ਦੀ ਲੋੜ ਆ, ਪਹਿਲਾਂ ਇਹ ਟੁੱਟੇ ਕਦੋਂ ਹੈ? ਤੇ ਜੇ ਆ ਬਾਈਬਲ ਕਾਂਡਾਂ ਦਾ ਹੋ ਰਹੀ ਆ ਕਾਂਡ, ਮੈਂ ਕਿਹਾ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਮੈਂ ਉਹਨਾਂ ਨੂੰ ਕਿਹਾ, ਤਰੁਣ ਜੈਨ ਬਾਵੇ ਹਰਿਆਣਾ ਨੂੰ, ਉਹ ਮੈਂ ਕਿਹਾ ਤੁਸੀਂ ਨਾਲ ਖੜੋ ਆ ਕੇ, ਤੁਸੀਂ ਜੇ ਨਾਲ ਖੜੋਗੇ ਤਾਂ ਤੁਹਾਡੇ ਤੇ ਕੁਛ ਹੋਇਆ ਅਸੀਂ ਤੁਹਾਡੇ ਨਾਲ ਖੜਾਂਗੇ, ਔਰ ਜਦੋਂ ਆਪਾਂ ਇਹ ਮਸਲੇ ਖਤਮ ਕਰਤੇ ਫਿਰ ਅਸੀਂ ਪੁੱਛਾਂਗੇ ਇਹਨਾਂ ਨੂੰ ਕਿ ਹੁਣ ਦੱਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਭਾਈ ਸਾਹਿਬ ਆ ਕਿਉਂ ਨਹੀਂ ਹੋਇਆ, ਸਾਡਾ ਆ ਹਾਲ ਕਿਉਂ ਹੈ। ਜੀ ਅਮਿਤੋਜ ਜੀ, ਬਹੁਤ ਸਾਰੇ ਇਸ਼ੂ ਨੇ। ਮੈਂ ਉਧਰਲੇ ਪਾਸੇ ਜਾਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ 1 ਮਹੀਨਾ ਪਹਿਲਾਂ ਜੂਝਦਾ ਪੰਜਾਬ ਜਦੋਂ ਸ਼ੁਰੂ ਹੋਇਆ ਸੀ ਤਾਂ ਇੱਕ ਗੱਲ ਮੇਰਾ ਮੱਥਾ ਜ਼ਰੂਰ ਠਣਕਿਆ ਸੀ, ਕਿਉਂਕਿ ਇੱਥੇ ਅੱਧੀ ਰਾਤ ਸੀ, ਪਰ ਮੈਂ ਉਹ ਸਾਰਾ ਪ੍ਰੋਗਰਾਮ ਤੁਹਾਡਾ ਲਾਈਵ ਸੁਣਿਆ ਕਿ ਕੀ ਕਹਿੰਦੇ ਹੋ, ਕਿਵੇਂ ਕਹਿੰਦੇ ਹੋ। ਮੇਰਾ ਮੱਥਾ ਇਹ ਠਣਕਿਆ ਸੀ ਕਿ ਜੂਝਦਾ ਪੰਜਾਬ ਵਾਲਿਆਂ ਨੂੰ ਜੂਝਣਾ ਬਹੁਤ ਪੈਣਾ ਹੈ, ਕਿਉਂਕਿ ਪੰਜਾਬੀ ਛੇਤੀ ਸੁਣਦੇ ਨਹੀਂ, ਪਰ ਜੇ ਸੁਣ ਲੈਣ ਫਿਰ ਪੱਲੇ ਬੰਨ੍ਹ ਲੈਂਦੇ ਜੇ। ਇਹਨਾਂ 30-31 ਦਿਨਾਂ ਦੇ ਵਿੱਚ ਕੀ ਸਰਗਰਮੀਆਂ ਕੀਤੀਆਂ, ਕਿੱਧਰ ਨੂੰ ਵਧੇ, ਲੋਕਾਂ ਦਾ ਰਿਸਪੌਂਸ ਕਿੱਦਾਂ ਦਾ, ਕਿੰਨੇ ਕੁ ਲੋਕ ਨਾਲ ਜੁੜੇ, ਤੇ ਨਾਲ ਸਿਆਸੀ ਪਾਰਟੀਆਂ ਦਾ ਦੂਸਰੇ ਫੇਜ਼ ਦੇ ਵਿੱਚ ਦੱਸ ਕੇ ਜਾਇਓ, ਕਿਉਂਕਿ ਤੁਸੀਂ ਉਹਨਾਂ ਨੂੰ ਰਿਸਪੌਂਸੀਬਲ ਬਣਾਉਣਾ ਹੈ। ਤੁਹਾਡਾ ਏਜੰਡਾ ਹੈ ਕਿ ਉਹ ਤੁਹਾਡੇ ਏਜੰਡੇ ਨੂੰ ਜਿਹੜਾ ਫੋਲੋ ਕਰਨ ਤਾਂ ਜੋ ਪੰਜਾਬ ਬਚ ਸਕੇ। ਲੋਕ, ਸਿਆਸੀ ਪਾਰਟੀਆਂ ਵੱਖੋ ਵੱਖਰੇ ਉੱਤਰਾਂ ਦੇ ਵਿੱਚ ਦੱਸ ਦਿਓ ਜੀ। ਅਸੀਂ ਗੱਲ ਤੁਹਾਡੀ ਸਹੀ ਹੈ। ਜਦੋਂ ਅਸੀਂ ਤੁਰੇ ਸੀ ਨਾ ਤਾਂ ਇਹ ਇਕੱਲਾ ਤੁਹਾਡਾ ਹੀ ਨਹੀਂ ਮੱਥਾ ਟਣਕਿਆ, ਸਾਡੀ ਵੀ ਬੜੀ ਫਿਕਰਮੰਦ ਸੀਗੇ ਅਸੀਂ ਕਿ ਆਪਾਂ ਇਹਨੂੰ ਅਮਲ 'ਚ ਕਿਵੇਂ ਲਿਆਵਾਂਗੇ। ਪਰ ਮੈਂ ਇੱਕ ਆਲਵੇਜ਼ ਸੋਚਦਾ ਹੁੰਦਾ ਕਿ ਤੁਰਨਾ ਚਾਹੀਦਾ, ਔਰ ਜਿਹੜੀ ਤੁਸੀਂ ਗੱਲ ਕਹੀ ਸਾਡੇ ਤੁਰਦੇ ਨਹੀਂ ਬੰਦੇ, ਤੇ ਜੇ ਤੁਰ ਪੈਣ ਤਾਂ ਫਿਰ ਮੁੜਦੇ ਵੀ ਨਹੀਂ ਇਹ। ਸੋ ਇਹਨਾਂ ਨੂੰ ਤੋਰਨਾ ਹੀ ਔਖਾ ਹੁੰਦਾ ਹੈ। ਤਾਂ ਤੋਰ ਲਿਆ ਅਸੀਂ। ਕਿਵੇਂ ਤੋਰ ਲਿਆ ਕਿ ਮੂਵਮੈਂਟ ਦੇ ਤੌਰ 'ਤੇ ਅੱਜ ਸਾਡੇ ਨਾਲ ਕੁਝ 4 ਤੋਂ 5 ਹਜ਼ਾਰ ਬੰਦਾ ਜੁੜ ਗਿਆ, ਸਰਗਰਮ ਮੈਂਬਰ, ਜਿਹੜੇ MLA ਦੀ ਚਾਹਤ ਨਹੀਂ ਰੱਖਦੇਗੇ, ਜਿਹੜੇ ਕੁਝ ਚੇਅਰਮੈਨ ਬਣਨ ਦੀ ਚਾਹਤ ਨਹੀਂ ਰੱਖਦੇਗੇ, ਸਿਰਫ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਨੇ। ਜਿਵੇਂ ਅੱਜ ਮਾਘੀ ਦਾ ਮੇਲਾ ਹੈ, ਉੱਥੇ ਇੱਕ ਮੁੰਡਾ ਹੈ ਸੁਖਚੈਨ ਸਿੰਘ, ਉਹਦੇ ਨਾਲ ਹੋਰ ਬੰਦੇ ਜੁੜੇ, ਉਹਨਾਂ ਨੇ ਆਪੇ ਹੀ ਵਿਚਾਰਿਆਂ ਨੇ ਸਾਡੇ ਪੋਸਟਰ ਬਣਾਏ, ਸਟੈਂਡੀਆਂ ਬਣਾਈਆਂ, ਇੱਕ ਤੰਬੂ ਲਾਇਆ, ਔਰ ਉੱਥੇ ਅਵੇਅਰਨੈਸ ਫੈਲਾ ਰਹੇ ਨੇ, ਜਦ ਕਿ ਅਸੀਂ ਉੱਥੇ ਨਹੀਂ ਗਏ। ਉਹਨਾਂ ਨੇ ਆਪਣੇ ਆਪ ਹੀ ਕੀਤਾ ਇਹ ਸਾਰਾ ਕੁਛ। ਸੇਮ ਥਿੰਗ ਇਨ ਜਲੰਧਰ, ਸੇਮ ਥਿੰਗ ਇਨ ਹੁਸ਼ਿਆਰਪੁਰ। ਇਹ ਕੀ ਹੋ ਰਿਹਾ, ਇਹ ਆਪੇ ਹੀ ਕਰ ਰਹੇ ਨੇ ਲੋਕ। ਜਦੋਂ ਉਹਨਾਂ ਨੂੰ ਚਿੰਨ੍ਹ ਲੱਗ ਗਈ ਨਾ, ਉਹਨਾਂ ਨੂੰ ਸਮਝ ਆ ਗਈ ਕਿ ਹਾਂ ਯਾਰ ਆਹ ਕੰਮ ਅਸੀਂ ਕਰ ਸਕਦੇ ਹਾਂ, ਔਰ ਉਹਦਾ ਰਿਸਪੌਂਸ ਕਿਵੇਂ ਆ ਰਿਹਾ ਕਿ ਆਹ ਇੱਕ ਹੁਣੇ ਪਾਰਟੀ ਹੋਣ 'ਚ ਆਈ ਹੈ ਸੰਯੁਕਤ ਸਮਾਜ ਮੋਰਚਾ। ਇਹਨਾਂ ਨੇ ਸਭ ਤੋਂ ਪਹਿਲਾਂ ਅਨਾਊਂਸ ਕੀਤਾ ਕਿ ਜੀ ਅਸੀਂ ਤੁਹਾਡੇ ਏਜੰਡੇ ਨਾਲ ਸਹਿਮਤ ਹੈ। ਸੇਮ ਲੋਕ ਅਧਿਕਾਰ ਲਹਿਰ ਨੇ ਕਿਹਾ, ਜਿਹੜਾ ਮੈਂ ਦੱਸ ਚੁੱਕਿਆ 7-8 ਪਾਰਟੀਆਂ ਕਹਿ ਚੁੱਕੀਆਂ ਨੇ। ਉਹਨਾਂ ਨੂੰ ਵੀ ਸਮਝ ਆਇਆ ਕਿ ਯਾਰ ਇਹ ਸਾਰੀਆਂ ਪਾਰਟੀਆਂ ਅਗਰ ਕਹਿ ਰਹੀਆਂ ਤਾਂ ਕੋਈ ਗੱਲ ਤਾਂ ਹੈ, ਕੁਛ ਤਾਂ ਇਹਦੇ 'ਚ ਹੈ। ਔਰ ਫਿਰ ਜਦੋਂ ਉਹਨਾਂ ਨੇ ਲੌਜੀਕਲੀ ਉਹ ਚੀਜ਼ਾਂ ਡਿਸਕਸ ਕੀਤੀਆਂ ਕਿ ਹਾਂ ਯਾਰ ਸਾਡਾ ਰੈਵਨਿਊ ਐ ਬੈਟਰ ਹੋ ਸਕਦਾ ਹੈ, ਰੇਤਾ ਆ ਹੋ ਸਕਦਾ ਹੈ, ਹੁਣ ਜਿਵੇਂ ਲੈਂਗੁਏਜ ਵਾਲੀਆਂ ਗੱਲਾਂ ਅਸੀਂ ਕਹੀਆਂ, ਤਾਂ ਉਹਨਾਂ ਨੂੰ ਲੱਗਿਆ ਯਾਰ ਇਹ, ਜਿਵੇਂ ਮੈਨੂੰ ਬੜੇ ਪਿੰਡਾਂ ਦੇ ਮੁੰਡਿਆਂ ਦੇ ਫੋਨ ਆਏ
ਆਂਦੇ ਬਾਈ ਜੀ ਜੇ ਮੀਡੀਅਮ ਪੰਜਾਬੀ ਹੁੰਦਾ ਨਾ ਸੱਚੀ ਅਸੀਂ ਵੀ ਡਾਕਟਰ ਜਾਂ ਇੰਜੀਨੀਅਰ ਹੋਣਾ ਸੀ ਜੀ। ਉਹ ਮੈਂ ਕਿਹਾ ਇਹ ਬਹੁਤ ਸੌਖਾ ਕੰਮ ਸੀ। ਆਂਦੇ ਪਰ ਇਹ ਗੱਲਾਂ ਹੀ ਨਹੀਂ ਚੱਕੀਆਂ ਗਈਆਂ। ਮੈਂ ਕਿਹਾ ਚੱਲ ਹੁਣ ਤਾਂ ਚੱਕ ਲਈਏ। ਜੇ ਤੁਹਾਡੇ ਨਾਲ ਨਹੀਂ ਹੋ ਸਕਿਆ ਤੁਹਾਡੇ ਬੱਚਿਆਂ ਨਾਲ, ਤੁਹਾਡੇ ਛੋਟੇ ਭਰਾਵਾਂ ਨਾਲ ਤਾਂ ਹੈਪਨ ਹੋ ਜੇ। ਉਸ ਚੀਜ਼ ਨੂੰ ਉਹ ਸਮਝ ਰਹੇ ਨੇ, ਰਿਐਕਟ ਕਰ ਰਹੇ ਨੇ। ਮੈਂ ਤੁਹਾਨੂੰ ਦੱਸਾਂ ਮੈਨੂੰ 2 ਟ੍ਰੈਡੀਸ਼ਨਲ ਪਾਰਟੀਆਂ ਦੇ ਫੋਨ ਆ ਚੁੱਕੇ ਨੇ ਕਿ ਅਸੀਂ ਤੁਹਾਡੇ ਨਾਲ ਸਹਿਮਤ ਹੈ। ਮੈਂ ਕਿਹਾ ਮੰਨ ਜਾਓ। ਫਿਰ ਆਂਦੇ ਨਹੀਂ ਜੀ ਐਂ ਕਰੀਏ 20 ਮੰਨ ਜਾਾਂਗੇ, 12 ਰਹਿਣ ਦਿਓ। ਮੈਂ ਕਿਹਾ 12 ਦੇ ਵਿੱਚ ਗਲਤ ਕੀ ਹੈ ਇਹ ਦੱਸ ਦਿਓ, ਉਹ 'ਚ ਖਰਾਬ ਕੀ ਹੈ ਦੱਸ ਦਿਓ। ਅਸੀਂ ਸਾਰੀਆਂ ਹੀ ਛੱਡੀਆਂ। ਨਹੀਂ ਖਰਾਬ ਤਾਂ ਕੁਛ ਨਹੀਂ, ਬਟ ਇਟਸ ਨਾਟ ਪ੍ਰੈਕਟੀਕਲੀ ਪੋਸੀਬਲ ਕਿ ਅਸੀਂ ਅਪਣਾ ਸਕੀਏ। ਮੈਂ ਕਿਹਾ ਕਿਉਂ ਤੁਸੀਂ ਇੰਨੇ ਹੀ ਖਰਾਬ ਹੋ ਗਏ ਹੋ ਬੇਸਿਕ ਲੈਵਲ ਤੇ ਕਿ ਤੁਸੀਂ ਕੋਈ ਚੰਗੀ ਚੀਜ਼ ਅਪਣਾ ਹੀ ਨਹੀਂ ਸਕਦੇਗੇ। ਸੋ ਇਹ ਚੀਜ਼ਾਂ ਜੋ ਸੋਚੀਆਂ ਨਹੀਂ ਸੀ ਇਸ ਮਹੀਨੇ ਦੇ ਵਿੱਚ ਉਹ ਹੋ ਗਈਆਂ। ਅੱਜ ਸਾਨੂੰ ਕਿਤੇ ਵੀ ਜਾਣੇ ਆ, ਜਿਵੇਂ ਉਹ ਵਿਚਾਰਾ ਬਾਈਬਲ ਕਲਾ ਮੁੰਡਾ ਬੈਠਾ ਸੁਖਰਾਜ, ਅਸੀਂ ਕੱਲ੍ਹ ਗਏ, ਅੱਜ ਉਹਦਾ ਰੌਲਾ ਪਿਆ 4 ਚੁਫੇਰੇ। ਅਸੀਂ ਉਹਨਾਂ ਨੂੰ ਵੀ ਕਹਿ ਕੇ ਆਏ ਕਿ ਜਿਹੜਾ ਵੀ ਬੰਦਾ ਤੇਰੇ ਕੋਲੇ ਆਵੇ ਗੋਡਾ ਨਿਵਾਉਣ ਕਿ ਤੇਰੇ ਨਾਲ ਨਾਇਨਸਾਫੀ ਹੋਈ ਹੈ, ਉਹ ਤੋਂ ਲਿਖ ਕੇ ਲੈ ਸਟਾਂਪ ਪੇਪਰ ਤੇ ਕਿ ਜੇ ਤੂੰ ਪਾਵਰ 'ਚ ਆਇਆ ਜਾਂ ਕਿਸੇ ਨੂੰ ਸਪੋਰਟ ਕੀਤੀ ਪਾਵਰ ਵਾਲੇ ਨੂੰ ਤਾਂ ਤੂੰ ਇਹ ਇਨਸਾਫ ਦਿਵਾਏਂਗਾ, ਜੇ ਨਹੀਂ ਦਿਵਾਇਆ ਤਾਂ ਤੂੰ ਅਸਤੀਫਾ ਦੇਂਗਾ। ਇੱਥੇ ਸਟਾਂਪ ਪੇਪਰ ਤੇ ਲਿਖ ਕੇ ਦੇ ਕੇ ਜਾ ਜੀ, ਫੋਟੋ ਖਿਚਾ ਕੇ। ਹੁਣ ਇਹ ਚੀਜ਼ਾਂ ਜਦੋਂ ਅਸੀਂ ਲੋਕਾਂ ਨੂੰ ਸਮਝਾਤੀਆਂ ਤਾਂ ਤੁਸੀਂ ਵੇਖਿਓ ਜੇ ਜਿਹੜੇ ਲੋਕ ਘੇਰ ਰਹੇ ਸੀ ਨਾ ਉਹਨਾਂ ਨੂੰ ਅਸੀਂ ਉਹਨਾਂ ਦੇ ਸਵਾਲ ਤਿੱਖੇ ਕਰਤੇ ਹੈ। ਉਹ ਤਿੱਖੇ ਸਵਾਲਾਂ ਦਾ ਜਵਾਬ ਜਦੋਂ ਇਹਨਾਂ ਨੂੰ ਦੇਣਾ ਪਿਆ, ਮਜਬੂਰੀ ਵਾਸ਼ੀ ਸਹੀ ਬਾਤ ਸਾਹਿਬ ਇਹਨਾਂ ਨੂੰ ਸਮਝਣਾ ਪੈਣਾ ਹੈ, ਇਹਨਾਂ ਨੂੰ ਸੁਧਰਨਾ ਪੈਣਾ ਹੈ ਔਰ ਇਹਨਾਂ ਨੂੰ ਉਹ ਕੰਮ ਕਰਨੇ ਪੈਣੇ ਹੈ ਜੋ ਅਸੀਂ ਕਹਿ ਰਹੇ ਹਾਂ। ਇਹ ਬਹੁਤ ਜ਼ਰੂਰੀ ਸੀ। ਜਿਵੇਂ ਤੁਸੀਂ ਲੈ ਲਓ ਓਬਾਮਾ ਬਣੇ, ਓਬਾਮਾ ਤੋਂ ਬਾਅਦ ਬਣ ਗਏ ਟਰੰਪ, ਟੋਟਲ ਮੁਖਤਲਫ ਸੋਚ। ਫਿਰ ਬਿਡਨ ਆ ਗਏ ਮੁਖਤਲਫ, ਲੇਕਿਨ ਦੇਸ਼ ਤਾਂ ਚੱਲ ਰਿਹਾ ਹੈ, ਕੋਈ ਬਾਹਲਾ ਫਰਕ ਤਾਂ ਨਹੀਂ ਆਇਆ ਉਹਦੇ, ਸਿਰਫ ਇੰਟਰਨੈਸ਼ਨਲੀ ਕੁਛ ਗੱਲਾਂ ਤੋਂ ਇਲਾਵਾ। ਸਿਸਟਮ ਨੂੰ ਇੰਨਾ ਪਾਰਦਰਸ਼ੀ ਕਰ ਦਿਓ ਕਿ ਬੰਦਾ ਕੋਈ ਕਰਪਟ ਵੀ ਆ ਜੇ ਕੋਈ ਮਸਲਾ ਨਾ ਹੋਵੇ, ਉਹ ਸਿਸਟਮ ਚੱਲਦਾ ਰਹੇ। ਔਰ ਸਿਸਟਮ ਨੂੰ ਪਾਰਦਰਸ਼ੀ ਇਹ ਲੋਕ ਨਹੀਂ ਕਰਨਗੇ, ਲੋਕਾਂ ਦੀ ਸਮਝ ਕਰੂਗੀ। ਔਰ ਲੋਕਾਂ ਨੂੰ ਸਮਝਾਉਣ ਲਈ ਨਿੱਜ ਤੋਂ ਉੱਠ ਕੇ, ਸਵਾਰਥ ਤੋਂ ਪਾਸੇ ਹੋ ਕੇ, ਖੁਦ ਦੇ ਸੁੱਖਾਂ ਦਾ ਤਿਆਗ ਕਰਕੇ ਇਹਨਾਂ ਨੂੰ ਸਮਝਾਉਣਾ ਪਊਗਾ ਔਰ ਇਹ ਸਮਝ ਜਾਣਗੇ। ਤੁਹਾਨੂੰ ਮੈਂ ਫੇਰ ਆਣਾ ਇੱਕ ਵਾਰੀ, ਸਾਡੇ ਪੰਜਾਬੀ ਕੀ ਨੇ, ਤੁਰਦੇ ਨਹੀਂ। ਜਦੋਂ ਤੁਰ ਪੈਂਦੇ ਫਿਰ ਇਹ ਮੁੜਦੇ ਨਹੀਂ, ਫਿਰ ਇਹ ਐਨ ਸਿਰੇ ਲਾ ਕੇ ਛੱਡਦੇ ਨੇ ਔਰ ਉਸ ਪਾਸੇ ਨੂੰ ਅਸੀਂ ਤੁਰ ਪਏ ਹਾਂ। ਹੁਣ ਇਹ ਲੋਕ ਮਿਨਿਸਟਰਾਂ ਨੂੰ ਘੇਰ ਕੇ ਪੁੱਛ ਰਹੇ ਨੇ 10 ਗੈਟ ਤੇ ਸਾਈਨ ਕਿਉਂ ਕੀਤੇ ਸੀ ਜੀ। ਮਿਨਿਸਟਰ ਕੋਲੇ ਜਵਾਬ ਹੈ ਨਹੀਂ, ਉਹ ਆਂਦਾ ਮੈਂ ਛੋਟਾ ਸੀ ਉਦੋਂ, ਪਰ ਇਹਨਾਂ ਕੋਲੇ ਉਹਦਾ ਜਵਾਬ ਵੀ ਹੈਗਾ, ਸਵਾਲ ਵੀ ਹੈਗਾ। ਸਵਾਲ ਵੀ ਹੈਗੇ ਔਰ ਇਹੀ ਸਵਾਲ ਜਵਾਬ ਅਸੀਂ ਇਹਨਾਂ ਨੂੰ ਹੋਰ ਤਿੱਖੇ ਕਰਕੇ ਦੇ ਰਹੇ ਹਾਂ ਕਿ ਆਪਦੀ, ਮੈਨੂੰ ਦੱਸੋ ਅੱਜ ਆ ਸਾਡੇ ਛੋਟੇ ਛੋਟੇ ਸੈਂਟਰ ਹੁੰਦੇ ਸੀ ਹੈਲਥ ਦੇ, ਕਮਾਲ ਦੇ ਹੁੰਦੇ ਸੀ। ਮੇਰੇ ਇਲਾਜ ਉੱਥੇ ਮੈਂ ਕਰਾਉਂਦਾ ਰਿਹਾ। ਕਿੰਨੇ ਲੋਕ ਸੀ ਜਿਹੜੇ ਅੱਜ ਇੱਕ ਕਮਾਲ ਦੀ ਵਿਡੰਬਨਾ ਦੇਖੋ, ਸਾਡਾ ਕੋਈ ਲੀਡਰ ਬਿਮਾਰ ਹੋ ਜੇ, ਕੋਈ ਬਿਊਰੋਕਰੇਟ ਬਿਮਾਰ ਹੋ ਜੇ, ਉਹਦਾ ਇਲਾਜ ਸਰਕਾਰੀ ਹੁੰਦਾ ਹੈ ਔਰ ਉਹ ਸਰਕਾਰੀ ਹਸਪੀਟਲ 'ਚ ਨਹੀਂ ਹੁੰਦਾ, ਉਹ ਕਿਸੇ ਪ੍ਰਾਈਵੇਟ ਹਸਪੀਟਲ 'ਚ ਹੁੰਦਾ, ਨਹੀਂ ਤਾਂ ਬਾਹਰਲੇ ਦੇਸ਼ 'ਚ ਵੀ ਹੁੰਦਾ। ਅਸੀਂ ਇਹਦੇ 'ਚ ਇੱਕ ਪ੍ਰੋਵੀਜ਼ਨ ਕੀਤਾ ਹੈ ਕਿ ਜੇ ਤੁਸੀਂ ਸਰਕਾਰੀ ਫੰਡ ਦੇ ਉੱਤੇ ਇਲਾਜ ਕਰਾਉਣਾ ਹੈ ਤਾਂ ਉਹ ਸਰਕਾਰੀ ਹਸਪੀਟਲ 'ਚ ਹੋਊਗਾ ਜੀ, ਤੇ ਜੇ ਬਾਹਰੋਂ ਕਰਾਉਣਾ ਹੈ ਤਾਂ ਆਪਦੇ ਪੈਸੇ ਨਾਲ ਕਰਾਓ। ਉਹਦਾ ਕਾਰਨ ਕੀ ਹੈ ਕਿ ਆਪਣੇ ਆਪ ਉਹਨਾਂ ਹਸਪੀਟਲਾਂ ਨੂੰ ਅੱਛਾ ਕਰਨਾ ਪਊਗਾ ਜੀ। ਜਿਵੇਂ ਇਕੁਐਲਿਟੀ ਕਿੱਥੋਂ ਆਉਂਦੀ ਹੈ ਸਾਡੇ ਐਜੂਕੇਸ਼ਨ ਦੇ ਵਿੱਚ? ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਦਾ ਹਾਲ ਕੀ ਹੈ? ਕੋਈ ਉੱਥੇ ਐਡਮਿਸ਼ਨ ਲੈਣ ਨੂੰ ਰਹੇ ਸੀ, ਅਸੀਂ ਕਹਿ ਰਹੇ ਮੀਡੀਅਮ ਪੰਜਾਬੀ ਕਰੋ। ਜਦੋਂ ਮੀਡੀਅਮ ਪੰਜਾਬੀ ਹੋ ਗਿਆ, ਤੁਹਾਡੇ ਇਹ ਸਕੂਲ ਤੇ ਪ੍ਰਾਈਵੇਟ ਸਕੂਲ ਜਿਹੜੇ ਇੰਨਾ ਵੱਡਾ ਫਰਕ ਆ ਉਹ ਬਰਾਬਰ ਆ ਜਾਣਗੇ। ਜਦੋਂ ਉਹ ਬਰਾਬਰ ਆ ਗਏ ਇਕੁਐਲਿਟੀ ਆ ਜੂ, ਕੰਪੀਟੀਸ਼ਨ ਹੋ ਜੂ। ਆ ਜਿਹੜਾ ਰੌਲਾ ਹੈ ਨਾ ਕਿ ਆ ਉੱਚਾ ਆ ਨੀਵਾਂ, ਅੱਜ ਹਰ ਗੱਡੀ ਵਾਲੇ ਬੰਦੇ ਵੱਲ ਪੈਦਲ ਚੱਲਣ ਵਾਲਾ ਬੰਦਾ ਐਂ ਵੇਖਦਾ ਕਿ ਮੈਂ ਇਹਦੇ ਰੋੜਾ ਮਾਰਾਂ ਚੱਕ ਕੇ ਜੀ। ਸਮਾਜਿਕ ਲੈਵਲ ਤੇ ਇੰਨੀ ਦੁਸ਼ਮਣੀ ਨਿਕਲ ਆਈ ਹੈ, ਉਹਦਾ ਕਾਰਨ ਕੀ ਹੈ? ਇਕੁਐਲਿਟੀ ਨਹੀਂ ਜੀ। ਇਹ ਇਕੁਐਲਿਟੀ ਬਾਦ ਸਾਹਿਬ ਤੁਹਾਡੇ ਵੀ ਸਕੂਲ ਨੇ ਇੱਥੇ ਕੈਨੇਡਾ ਦੇ ਵਿੱਚ, ਮੈਨੂੰ ਦੱਸੋ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਕੋਈ ਬਾਹਲਾ ਫਰਕ ਨਹੀਂ ਨਾ? ਨਹੀਂ ਜੀ। ਕੀ ਇੱਥੇ ਨਹੀਂ ਹੋ ਸਕਦਾ? ਕੀ ਇੱਥੇ ਨਹੀਂ ਹੋ ਸਕਦਾ? ਇੱਥੇ ਤਾਂ ਸਰਕਾਰੀ ਸਕੂਲ ਦੇ ਟੀਚਰਾਂ ਦੀ ਤਨਖਾਹ ਜ਼ਿਆਦਾ ਹੈ ਪ੍ਰਾਈਵੇਟ ਵਾਲਿਆਂ ਨਾਲੋਂ, ਪਰ ਬਾਵਜੂਦ ਸਰਕਾਰੀ ਸਕੂਲ ਬਰਬਾਦ ਹੋਏ ਪਏ ਨੇ। ਉਹਨਾਂ ਤੇ ਕਲੀ ਮਾਰਨ ਨਾਲ ਤਾਂ ਮਾਡਰਨ ਸਕੂਲ ਨਹੀਂ ਬਣ ਜਾਂਦੇ। ਬਿਲਕੁਲ ਠੀਕ ਹੈ ਜੀ। ਤੁਸੀਂ ਪੂਰੇ ਦਾ ਪੂਰਾ ਸਿਸਟਮ ਸਹੀ, ਬੜਾ ਕੁਛ ਕਰੀ ਜਾ ਰਹੇ ਹੋ ਜੀ। ਪਲੀਜ਼ ਅਮਿਤੋਜ ਜੀ, ਅੱਜ ਸਮੇਂ ਦੀ ਸਮਾਪਤੀ ਤਕਰੀਬਨ ਹੋ ਚੱਲੀ ਹੈ, ਪਰ ਮੈਂ ਤੁਹਾਨੂੰ 6 ਇਸ਼ੂ ਦੱਸ ਦਿੰਦਾ ਜਿਹਦੇ ਉੱਤੇ ਆਪਾਂ ਅਗਲੇ ਹਿੱਸੇ ਦੇ ਵਿੱਚ 1-1.5 ਹਫ਼ਤੇ ਬਾਅਦ ਗੱਲ ਕਰਾਂਗੇ। ਅਜੇ ਮੈਂ ਤੁਹਾਡੇ ਕੋਲ ਫੈਡਰਲ ਢਾਂਚੇ ਦੇ ਮੁੱਦੇ ਤੇ ਆਉਣਾ ਸੀ, ਹਜੇ ਮੈਂ ਵਾਤਾਵਰਣ ਦੇ ਮੁੱਦੇ ਤੇ ਆਉਣਾ ਸੀ, ਹਜੇ ਧਰਤੀ ਹੇਠਲੇ ਪਾਣੀ ਦੇ ਮੁੱਦੇ ਤੇ ਆਉਣਾ ਸੀ। ਬਹੁਤ ਸਾਰੇ ਨੇ
ਤੁਸੀਂ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਐਜੂਕੇਸ਼ਨ ਤੇ ਹੈਲਥ ਵਾਲੇ ਪਾਸੇ ਮੈਂ ਅਜੇ ਹੋਰ ਡੀਟੇਲ 'ਚ ਜਾਣਾ ਸੀ, ਪਰ ਸਮਾਂ ਥੋੜ੍ਹਾ ਜਿਹਾ ਘੱਟ ਰਹਿ ਗਿਆ। ਮੈਂ ਇੱਕ ਚੀਜ਼ ਅਖੀਰ ਦੇ ਵਿੱਚ ਜ਼ਰੂਰ ਪੁੱਛੂੰਗਾ, ਕੀ ਵਿਧਾਨ ਸਭਾ ਦੀਆਂ ਚੋਣਾਂ ਤੱਕ ਸੀਮਤ ਰਹੇਗੀ ਸਰਗਰਮੀ? ਕਿਉਂਕਿ ਲੋੜ ਬਹੁਤ ਹੈ ਸਾਨੂੰ ਪੱਤਰਕਾਰਾਂ ਨੂੰ ਬੜੀ ਲੋੜ ਹੈ। ਮੈਂ ਸਾਫ਼ ਗੱਲ ਦੱਸਦਾ ਕਿ ਸਾਡੇ ਭਾਈਚਾਰੇ ਨੂੰ ਬੜੀ ਲੋੜ ਹੈ ਕਿ ਉਹਨਾਂ ਦੀਆਂ ਵੀ ਅੱਖਾਂ ਖੁੱਲ੍ਹਣ, ਕਿਉਂਕਿ ਅਸੀਂ ਵੀ ਪੜ੍ਹਨੋਂ ਰਿਸਰਚ ਕਰਨੋਂ ਹਟ ਗਏ ਹਾਂ। ਆਮ ਲੋਕਾਂ ਨੂੰ ਬੜੀ ਲੋੜ ਹੈ। ਇਹ ਬਹੁਤ ਭੁਲੇਖਾ ਹੈ ਕਿ ਕਿਤੇ ਵਿਧਾਨ ਸਭਾ ਦੀਆਂ ਚੋਣਾਂ ਤੱਕ ਹੀ ਲੋਕਾਂ ਨੂੰ ਜਗਾਉਣਾ ਕਿ ਬਾਅਦ 'ਚ ਵੀ ਹਲੂਣਾ ਦੇਣਾ ਹੈ। ਤੇ ਦੂਸਰਾ, ਕਿਵੇਂ ਕੋਈ ਜੁੜ ਸਕਦਾ ਜੀ ਤੁਹਾਡੇ ਨਾਲ? ਕਿਵੇਂ ਜੀ, ਢੰਗ ਤਰੀਕਾ ਕੀ ਹੈ ਜਿਹਦਾ ਪੰਜਾਬ ਮੰਚ ਨਾਲ? ਅੱਛਾ, ਢੰਗ ਤਰੀਕਾ ਕੀ? ਓਕੇ, ਨਹੀਂ ਜੀ, ਇਹ ਪਹਿਲਾਂ ਲੋਕ ਆਉਂਦੇ ਸੀ ਕਿ ਸ਼ਾਇਦ ਇਹ ਪ੍ਰੈਸ ਕਾਨਫਰੰਸ ਤੱਕ ਹੀ ਸੀਮਤ ਰਹਿਣਗੇ ਜੀ, ਉਸ ਤੋਂ ਅੱਗੇ ਵੱਧ ਗਏ ਆ। ਹੁਣ ਵਿਧਾਨ ਸਭਾ ਵਾਲੀ ਗੱਲ ਆ ਗਈ, ਨੋ ਡਾਊਟ ਹੁਣ ਸਰਗਰਮੀ ਜ਼ਿਆਦਾ ਹੈ। ਬਲਕਿ ਮੈਂ ਆਪਦੀਆਂ 2 ਸ਼ੂਟਿੰਗ ਸੀਗੀਆਂ ਮੇਰੀਆਂ, ਇੱਕ ਇੰਗਲੈਂਡ ਦੇ ਵਿੱਚ, ਇੱਕ ਇੱਥੇ ਦਸੰਬਰ ਦੇ ਵਿੱਚ, ਉਹ ਛੱਡਤੀਆਂ ਜੀ, ਉਹ ਨਹੀਂ ਕੀਤੀਆਂ ਮੈਂ। ਉਹਦਾ ਰੀਜ਼ਨ ਕੀ ਹੈ ਕਿ ਗਵਰਨਮੈਂਟ ਡਿਸਾਈਡ ਹੋਣੀ ਹੈ ਔਰ ਉਹਦੇ ਨਾਲ ਅਗਲੇ 5 ਸਾਲ ਕਿਵੇਂ ਬੀਤਣਗੇ ਉਹ ਡਿਸਾਈਡ ਹੋਣਾ ਹੈ। ਤਾਂ ਸਰਗਰਮੀ ਜ਼ਿਆਦਾ ਹੈ, ਪਰ ਸਰਗਰਮੀ ਰਹੂਗੀ। ਹਾਂ, ਇੰਨੀ ਜ਼ਿਆਦਾ ਨਹੀਂ ਰਹੂਗੀ, ਉਹ ਕਿਸੇ ਦੀ ਵੀ ਨਹੀਂ ਰਹਿਣੀਗੀ, ਤੁਹਾਡੀ ਵੀ ਨਹੀਂ ਰਹਿਣੀ, ਪੋਲੀਟੀਸ਼ੀਅਨਾਂ ਦੀ ਵੀ ਨਹੀਂ ਰਹਿਣੀ, ਸਾਡੀ ਵੀ ਨਹੀਂ ਹੋਣੀ ਰਹਿਣੀ, ਪਰ ਰਹੂਗੀ। ਅਸੀਂ ਮੌਜੂਦ ਰਵਾਂਗੇ ਔਰ ਇੱਥੇ ਹੀ ਮੌਜੂਦ ਰਵਾਂਗੇ ਔਰ ਐਂ ਹੀ ਸਰਗਰਮ ਰਵਾਂਗੇ, ਇਹ ਜ਼ਰੂਰੀ ਵੀ। ਪਰ ਮੈਂ ਇੱਕ ਚੀਜ਼ ਜ਼ਰੂਰ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੂੰਗਾ ਕਿ ਤੁਸੀਂ ਮੇਰੇ ਨਾਲ ਜੋ ਗੱਲਬਾਤ ਕੀਤੀ ਉਹ ਮੁੱਦਿਆਂ 'ਤੇ ਕੀਤੀ ਹੈ, ਐਂਡ ਦੈਟਸ ਦੀ ਰੀਅਲ ਜੋ ਸਾਡੀ ਅੱਜ ਦੀ ਸੁਸਾਇਟੀ ਦੀ ਲੋੜ ਹੈ। ਬਾਤ ਸਾਹਿਬ, ਤੁਸੀਂ ਸਤੰਭ ਹੋ, ਮੀਡੀਆ ਸਤੰਭ ਹੈ। ਜੇ ਮੀਡੀਆ ਦੇ ਰਾਹੀਂ ਅਸੀਂ ਲੋਕਾਂ ਤੱਕ ਗੱਲ ਪਹੁੰਚਾਉਣੀ ਹੈ, ਪਲੀਜ਼ ਇਹਨਾਂ ਗੱਲਾਂ ਨੂੰ ਕਰਿਓ ਜੀ, ਇਹਨਾਂ ਲੋਕਾਂ ਤੱਕ ਪਹੁੰਚਾਇਓ ਜੀ, ਕਿਉਂਕਿ ਤੁਸੀਂ ਤੇ ਅਸੀਂ ਜਦੋਂ ਰਲ ਕੇ ਚੱਲਾਂਗੇ ਤਾਂ ਸ਼ਾਇਦ ਜਿੰਨਾ ਤੱਕ ਅਸੀਂ ਗੱਲ ਪਹੁੰਚਾ ਰਹੇ ਹਾਂ ਉਹਨਾਂ ਦੀ ਗੱਲ ਅਸੈਂਬਲੀਆਂ ਔਰ ਪਾਰਲੀਮੈਂਟਾਂ ਨੂੰ ਸੁਣਨੀ ਪੈ ਜੇ। ਇਹਦੀ ਡਿਟੇਲਿੰਗ ਅਸੀਂ ਇਸ ਤੋਂ ਜ਼ਿਆਦਾ ਫਰਦਰ ਡਿਟੇਲ ਕਰਦੇ ਜਾਣਾ ਹੈ। ਸਾਡੀ ਜਿਹੜੀ ਵੈਬਸਾਈਟ ਆ ਉਹਦੇ ਵਿੱਚ ਅਸੀਂ ਮਨਰੇਗਾ 'ਤੇ ਹੀ 15 ਪੇਜ ਹੈ, ਖੇਤੀਬਾੜੀ 'ਤੇ ਹੀ 15 ਪੇਜ ਨੇ। ਇਹ ਚੀਜ਼ਾਂ ਅਸੀਂ ਹੋਰ ਡਿਟੇਲ 'ਚ ਕਰ ਰਹੇ ਹਾਂ ਔਰ ਐਡੀਸ਼ਨ ਕਰ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ। ਇਹਦੇ ਵਿੱਚ ਨਵੀਆਂ ਚੀਜ਼ਾਂ ਐਡੀਸ਼ਨ ਕਰ ਰਹੇ। ਜਿਵੇਂ ਮੇਰੇ ਕੋਲ ਟੈਕਸੀ ਯੂਨੀਅਨ ਦੇ ਪ੍ਰਧਾਨ ਆਏ, ਉਹਨਾਂ ਨੇ ਆਪ ਦਾ ਮਸਲਾ ਦੱਸਿਆ ਕਿ ਟ੍ਰੈਫਿਕ ਪੁਲਿਸ ਕੀ ਕਰਦੀ ਹੈ। ਹੁਣ ਸਾਡੇ ਕੋਲ ਉਹ ਲੋਕ ਆ ਰਹੇ ਨੇ ਜਿਨ੍ਹਾਂ ਦਾ ਸਾਡੇ ਵੀ ਖਾਬੋ ਖਿਆਲ 'ਚ ਨਹੀਂ ਸੀ। ਜਿਵੇਂ ਸਰਪੰਚਾਂ ਦਾ ਪ੍ਰਧਾਨ ਆਇਆ ਸਾਡੇ ਕੋਲੇ, ਸਰਪੰਚ ਕਰਪਸ਼ਨ ਕਰਦੇ ਨੇ, ਪਰ ਸਰਪੰਚਾਂ ਦਾ ਆਪ ਦੀ ਪ੍ਰੋਬਲਮ ਕੀ ਆ ਉਹਨੇ ਦੱਸੀ ਆ ਕੇ ਸਾਨੂੰ ਜੀ। ਆਪਣਾ ਮੁਲਾਜ਼ਮਾਂ ਦਾ ਪ੍ਰਧਾਨ ਆਇਆ ਮੇਰੇ ਕੋਲੇ, ਆਂਦਾ ਜੀ ਸਾਡੇ ਕੀ ਮਸਲੇ ਨੇ। ਕੀ ਹੈ ਕਿ ਲੋਕ ਬੈਠੇ ਹੋਏ ਨੇ, ਉਹਨਾਂ ਨੂੰ ਹੱਥ ਲਾਉਣ ਦੀ ਲੋੜ ਸੀ, ਹੁਣ ਉਹ ਆ ਕੇ ਉਹਦੇ ਮਸਲੇ ਦੱਸ ਰਹੇ ਨੇ। ਮੈਨੂੰ ਫੋਰਟੀਜ਼ ਲੁਧਿਆਣਾ ਦੇ ਵਿੱਚ ਇੱਕ ਡਾਕਟਰ ਨੇ, ਮਨਦੀਪ ਸਿੰਘ, ਮੈਨੂੰ ਆਂਦੇ ਜੀ ਕਿਤੇ ਕੈਂਪ ਲਵਾਉਣਾ ਹੋਵੇ ਸਾਨੂੰ ਦੱਸੋ, ਅਸੀਂ ਜਾਣ ਨੂੰ ਤਿਆਰ ਹੈ ਔਰ ਮੈਂ ਤੁਹਾਨੂੰ ਹੈਲਥ ਨਾਲ ਰਿਲੇਟਡ ਕੁਝ ਮਸਲੇ ਲਿਖ ਕੇ ਭੇਜਦਾ, ਇਹਨੂੰ ਇਨਕੋਰਪੋਰੇਟ ਕਰਿਓ ਜੀ, ਇਹਨਾਂ ਨੂੰ ਵਿੱਚ ਪਾਇਓ ਜੀ ਆਪਦੇ ਜੀ। ਇਸ ਤਰ੍ਹਾਂ ਨਾਲ ਇੰਨੇ ਲੋਕ ਜੁੜ ਰਹੇ ਨੇ ਨਾਲ। ਬਾਤ ਸਾਹਿਬ, ਈਵਨ ਮੀਡੀਆ ਦੇ ਵੀ ਮਸਲੇ ਹੋਣਗੇ ਉਹ ਵੀ ਪਾ ਰਹੇ ਹੈ, ਤਾਂ ਜੋ ਹਰ ਆਮੋ ਖਾਸ ਦੇ ਮਸਲੇ ਨੂੰ ਇੱਕ ਬਹਿਸ ਦਾ ਜਾਂ ਇੱਕ ਅੱਛੀ ਡਿਸਕਸ਼ਨ ਦੀ ਕੀ ਕਹਿਣਾ ਚਾਹੀਦਾ ਹੈ, ਇਹ ਨਾ ਗੱਲਾਂ ਹੋਣ ਕਿ ਇਸ ਪਾਰਟੀ 'ਚੋਂ ਬੰਦਾ ਉਸ ਪਾਰਟੀ 'ਚ ਚਲਿਆ ਗਿਆ, ਉਸ ਤੋਂ ਉਸ 'ਚ ਚਲਿਆ ਗਿਆ, ਚੋਰਾਂ ਨੂੰ ਮੋਰ ਪੈ ਗਏ ਤੇ ਮੋਰਾਂ ਨੂੰ ਹੋਰ ਪੈ ਗਏ। ਬਲਕਿ ਡਿਸਕਸ਼ਨ ਕਾਸ 'ਤੇ ਹੋਵੇ, ਹੈਲਥ 'ਤੇ, ਐਜੂਕੇਸ਼ਨ 'ਤੇ, ਕਿ ਮੈਂ ਐਂ ਬੈਟਰ ਕਰ ਸਕਦਾ, ਮੈਂ ਐਂ ਬੈਟਰ ਕਰ ਸਕਦਾ। ਆਹ ਡਿਸਕਸ਼ਨ ਹੋਣੀ ਚਾਹੀਦੀ ਹੈ ਸਾਡੇ ਲੀਡਰਾਂ ਵਿੱਚ। ਲੇਕਿਨ ਅੱਜ ਡਿਸਕਸ਼ਨ ਕੀ ਹੋ ਰਹੀ ਹੈ, ਕਿਹੜਾ ਬੰਦਾ ਕਿੰਨੇ ਬੰਦੇ ਦੂਜੀ ਪਾਰਟੀ 'ਚੋਂ ਖਿੱਚ ਲਿਆ। ਕੀ ਯਾਰ ਇਹ ਹੈਲਦੀ ਰਾਜਨੀਤੀ ਹੈ? ਤੁਹਾਡੇ ਦੇਸ਼ 'ਚ, ਆ ਨਾਲ ਦੇ ਤੁਹਾਡੇ ਗੁਆਂਢੀ ਦੇਸ਼ 'ਚ, ਜਿਹੜਾ ਤੁਹਾਡਾ ਚੀਫ ਐਗਜ਼ੀਕਿਊਟਿਵ ਬਣਨ ਵਾਲਾ, ਉਹਨਾਂ ਦੀਆਂ ਬਹਿਸਸ ਹੁੰਦੀਆਂ ਨੇ, ਉਹਨਾਂ ਦੀਆਂ ਡਿਸਕਸ਼ਨ ਹੁੰਦੀਆਂ ਨੇ ਹਰ ਪਾਲਿਸੀ ਨੂੰ ਲੈ ਕੇ। ਸਾਡੇ ਕਿਉਂ ਨਹੀਂ ਹੋ ਸਕਦੀਆਂ? ਜਾਂ ਸਾਡੇ ਇਹੀ ਕਹਿੰਦੇ ਰਹਿਣਗੇ ਕਿ ਅਸੀਂ ਉਦੋਂ ਬਹੁਤ ਛੋਟੇ ਸੀ, ਸਾਨੂੰ ਪਤਾ ਨਹੀਂ ਇਸ ਗੱਲ ਦਾ। ਅਸੀਂ ਇਸ ਤੋਂ ਅੱਗੇ ਵਧਾਂਗੇ, ਸਾਡਾ ਆਹੀ ਕੰਮ ਹੈ ਕਿ ਇਸ ਤੋਂ ਅੱਗੇ ਵਧਾ ਸਕੀਏ ਲੋਕਾਂ ਨੂੰ, ਇਸ ਨਿੱਜ ਨੂੰ ਛੱਡ ਕੇ ਅੱਗੇ ਵੱਧ ਸਕੀਏ। ਮੈਨੂੰ ਬੜੇ ਬੰਦਿਆਂ ਦੇ ਫੋਨ ਆਉਂਦੇ ਆ, ਭਾਜੀ ਤੁਹਾਡੀ ਗੱਲ ਤਾਂ ਮੰਨੀ ਪਰ ਟਿਕਟ ਤਾਂ ਦਵਾ ਦਿਓ। ਉਹ ਮੈਂ ਕਿਹਾ ਕਿਤੇ MLA ਤੋਂ ਅੱਗੇ ਵੀ ਸੋਚ ਲਓ ਯਾਰ, ਉਹ ਮਿਨਿਸਟਰ ਤੋਂ ਅੱਗੇ ਵੀ ਸੋਚ ਲਓ। ਜੇ ਅਸੀਂ ਸੋਚ ਸਕਦੇ ਤੁਸੀਂ ਨਹੀਂ ਸੋਚ ਸਕਦੇ? ਕਹਿੰਦੇ ਨਹੀਂ ਤੁਹਾਡਾ ਤਾਂ ਵੈਸੇ ਹੀ ਜੁਗਾੜ ਬਹੁਤ ਸੈੱਟ ਹੈ, ਸਾਨੂੰ ਕਰ ਲੈਣ ਦਿਓ। ਹੁਣ ਮੈਨੂੰ ਦੱਸੋ 7-7 ਕਰੋੜ ਲਾ ਕੇ, 10-10 ਕਰੋੜ ਲਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਨੇ ਇਹਨਾਂ ਪਾਰਟੀਆਂ ਦੇ ਵਿੱਚ ਜਿਹੜੇ ਆਂਦੇ ਅਸੀਂ ਬਹੁਤ ਸੇਵਾ ਕਰ ਰਹੇ ਹਾਂ। ਇਹ 10 ਕਰੋੜ ਕਿਹੜੀ ਸੇਵਾ ਲਈ ਲਾਇਆ ਵੀ? ਇਹ ਬਾਅਦ 100 ਕਰੋੜ ਦਾ ਮੇਵਾ ਕਮਾਉਣਾ ਜਿਹੜਾ ਉਹਦੇ ਲਈ ਲਾਇਆ 10 ਕਰੋੜ। ਔਰ ਸਾਡੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਪੈਸੇ ਲਾ ਕੇ ਰਾਜਨੀਤੀ ਕਰ ਰਹੇ ਨੇ, ਉਹਨਾਂ ਦੇ ਸਾਹਮਣੇ ਘੁੰਮ ਰਹੇ ਨੇ, ਉਹ ਸੋਚਣ ਕਿ ਇਹ ਲੋਕ ਕੱਲ੍ਹ ਨੂੰ ਸਾਡੇ ਨਾਲ ਕੁਝ ਭਲਾ ਨਹੀਂ ਕਰਨ ਵਾਲੇ। ਸੋ ਤੁਸੀਂ ਵੀ ਉਹਨਾਂ ਦੇ ਪੈਸੇ ਲਵਾਉਣਾ ਛੱਡੋ, ਸ਼ਰਾਬ ਪੀ ਕੇ ਜਾਂ ਛੋਟੇ-ਛੋਟੇ ਕੰਮਾਂ ਕਰਕੇ ਵੋਟ ਨਾ ਪਾਓ।
ਇੱਕ ਮੁੱਦਿਆਂ ਦੇ ਉੱਤੇ ਆਧਾਰਿਤ ਰਾਜਨੀਤੀ ਕਰੋ, ਕਿਉਂਕਿ ਬੰਦੇ ਬਦਲ ਨਾਲ, ਪਾਰਟੀਆਂ ਬਦਲ ਨਾਲ ਦੇਸ਼ ਨਹੀਂ ਬਦਲਦੇ, ਏਜੰਡੇ ਬਦਲ ਨਾਲ ਬਦਲਦੇ ਨੇ। ਬਾਦ ਸਾਹਿਬ, ਸਾਨੂੰ ਉਧਰ ਤੁਰਨਾ ਪਊਗਾ। ਅਸੀਂ ਉਧਰ ਤੁਰੇ ਹਾਂ। ਆ ਜਿਹੜੀਆਂ ਪਾਰਟੀਆਂ ਨੇ ਸਾਡੇ ਮੰਨੇ ਆ ਨਾ, ਅਸੀਂ ਉਹਨਾਂ ਨੂੰ ਵੀ ਕਿਹਾ ਕਿ ਲਿਖ ਕੇ ਪਾਓ ਔਰ ਉਸ ਤੋਂ ਬਾਅਦ ਉਮੀਦਵਾਰ ਲੋਕਾਂ ਚੋਂ ਇਮਰਜ ਕਰੋ ਔਰ ਉੱਤੇ ਇੱਕ ਕੁੰਡਾ ਬਣਾਓ। ਜੇ ਨਹੀਂ ਕਰੋਗੇ ਤਾਂ ਅਸੀਂ ਤੁਹਾਡੀ ਮੁਖਾਲਫਤ ਕਰਾਂਗੇ, ਚਾਹੇ ਤੁਸੀਂ ਸਾਡੀਆਂ ਗੱਲਾਂ ਮੰਨ ਵੀ ਚੁੱਕੇ ਹੋ ਜ਼ੁਬਾਨੀ ਔਰ ਸਾਡੇ ਨਾਲ ਖੜਨ ਦਾ ਵੀ ਦਾਅਵਾ ਕਰਦੇ ਹੋ, ਅਸੀਂ ਫਿਰ ਵੀ ਵਿਰੋਧਤਾ ਕਰਾਂਗੇ। ਨੈਤਿਕਤਾ ਨੂੰ ਉੱਚਾ ਚੱਕਣਾ ਪਊਗਾ, ਕਿਰਦਾਰ ਨੂੰ ਬੈਟਰ ਕਰਨਾ ਪਊਗਾ। ਦੈਟ ਵੀ ਹੈਵ ਟਰਾਈ ਬੈਸਟ। ਔਰ ਤੁਸੀਂ ਵੀ ਪਲੀਜ਼ ਇਹ ਕਰਦੇ ਰਹੋ ਜੇ। ਆ ਬਹੁਤ ਸੋਹਣਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਕਿ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ। ਇਹੀ ਅਸੀਂ ਪੂਰਾ ਰਿਕਾਰਡ ਕਰਕੇ ਤੁਹਾਨੂੰ ਦੇਵਾਂਗੇ। ਪਲੀਜ਼ ਪ੍ਰਾਈਮ ਏਸ਼ੀਆ 'ਤੇ ਵੀ ਚਲਾਇਓ ਜੇ, ਜਿਹਦੇ ਵਿੱਚ ਅਸੀਂ ਸਾਰੇ ਮੁੱਦੇ ਬੋਲੇ ਨੇ, ਦੱਸੇ ਨੇ, ਡਿਸਕਸ ਕੀਤੇ ਆਪਸ ਵਿੱਚ ਦੀ ਕਿ ਕਿਵੇਂ ਸਾਡੀ ਐਜੂਕੇਸ਼ਨ, ਹੈਲਥ, ਰੈਵਨਿਊ ਸਾਰਾ ਕੁਝ ਬੈਟਰ ਹੋ ਸਕਦਾ ਜੀ। ਅਮਤੋਜ ਜੀ, ਤੁਸੀਂ ਸਾਰੀ ਟੀਮ ਜਿਹੜੀ ਉਹ ਵਧਾਈ ਦੇ ਪਾਤਰ ਹੋ ਕਿ ਪੰਜਾਬ ਦੇ ਮੁੱਦੇ ਚੁੱਕੇ ਨੇ, ਤੇ ਸਾਡੀ ਡਿਊਟੀ ਹੈ, ਜੇ ਅਸੀਂ ਇਹਨਾਂ ਮੁੱਦਿਆਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਨਹੀਂ ਕਰਦੇ ਤਾਂ ਅਸੀਂ ਆਪਣੀ ਡਿਊਟੀ ਤੋਂ ਕੁਤਾਹੀ ਕਰਦੇ ਹਾਂ, ਫਿਰ ਅਸੀਂ ਪੰਜਾਬ ਦੀ ਬਰਬਾਦੀ ਦੇ ਵਿੱਚ ਹਿੱਸੇਦਾਰ ਹਾਂ। ਸੋ ਸਾਨੂੰ ਸਾਡੀ ਡਿਊਟੀ ਨਿਭਾਉਣੀ ਚਾਹੀਦੀ ਹੈ। ਸਗੋਂ ਚੰਗਾ ਲੱਗਦਾ ਹੁੰਦਾ ਰਾਤ ਨੂੰ, ਫਿਰ ਜਿੰਨੇ ਵੀ ਘੰਟੇ ਨੀਂਦ ਥੋੜ੍ਹੀ ਹੁੰਦੀ ਹੈ ਉਹ ਵਧੀਆ ਤਰੀਕੇ ਨਾਲ ਆਉਂਦੀ ਹੈ ਕਿ ਅੱਜ ਭਾਈ ਜੇ ਸੀਟ 'ਤੇ ਬੈਠੇ ਸੀ, ਜੇ ਮਾਈਕ ਲਾਉਣ ਦਾ ਮੌਕਾ ਮਿਲਿਆ, ਚੱਜ ਦਾ ਬੋਲਿਆ। ਤੇ ਜਦੋਂ ਅਸੀਂ ਇਹ ਕਹਿੰਦੇ ਆ ਛੱਡ ਕੇ ਇੱਧਰ ਚਲੇ ਗਿਆ, ਫਿਰ ਰਾਤ ਨੂੰ ਸੋਚੀਦਾ ਯਾਰ ਅੱਜ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਹਿੱਸੇਦਾਰ ਬਣੇ ਆ। ਚਲੋ ਕੋਸ਼ਿਸ਼ ਕਰਾਂਗੇ ਜੀ ਕਿ ਜਦੋਂ ਇਲੈਕਸ਼ਨ ਹੋ ਗਈ ਉਹਦੇ ਤੋਂ ਬਾਅਦ ਤੁਹਾਨੂੰ ਲੱਗੂਗਾ ਕਿ ਮਿਆਰਾਂ ਤੁਹਾਡਿਆਂ ਤੇ ਕੁਝ ਪੱਤਰਕਾਰ ਵੀ ਖਰੇ ਉਤਰੇ ਨੇ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਇੱਕ ਗੱਲ ਆ ਗਈ ਬੜੀ ਅੱਛੀ, ਮੈਂ ਜ਼ਰੂਰ ਕਹੂੰਗਾ ਆਖਰ ਤੇ ਜੀ, ਕਿ ਉਹ ਚਿੜੀ ਵਾਲੀ ਗੱਲ ਤਾਂ ਤੁਸੀਂ ਸੁਣੀ ਹੋਣੀ ਹੈ ਨਾ, ਕਿ ਚਿੜੀ ਇੱਕ ਜੰਗਲ ਤੇ ਅੱਗ ਲੱਗੀ ਹੋਈ ਸੀ ਤੇ ਚੋਂਚ ਪਾ ਆਉਂਦੀ ਸੀ ਪਾਣੀ ਦੀ। ਤਾਂ ਉਹਨੂੰ ਕਿਸੇ ਨੇ ਪੁੱਛਿਆ, ਆਂਦੀ ਕੀ ਕਰ ਰਹੀ ਹੋ? ਆਂਦੀ ਅੱਗ ਬੁਝਾ ਰਹੀ। ਆਂਦੀ ਤੇਰੀ ਚੋਂਚ ਨਾਲ ਤਾਂ ਨਹੀਂ ਬੁਝਣੀ। ਆਂਦੀ ਨਾ ਬੁਝੇ, ਪਰ ਮੇਰੀ ਗਿਣਤੀ ਇਹਨੂੰ ਬੁਝਾਉਣ ਵਾਲਿਆਂ 'ਚ ਹੋਊਗੀ, ਅੱਗ ਲਾਉਣ ਵਾਲਿਆਂ 'ਚ ਨਹੀਂ। ਸੋ ਅਸੀਂ ਤਾਂ ਚਿੜੀਆਂ ਨਾਲ ਬਾਜ ਲੜਾਏ, ਬਾਜਾਂ ਨਾਲ ਚਿੜੀਆਂ ਲੜਾਤੀਆਂ ਸੀ। ਅਸੀਂ ਤਾਂ ਉਹ ਕੌਮ ਆ, ਅਸੀਂ ਤਾਂ ਇਸ ਤੋਂ ਵੀ ਵੱਧ ਕੇ ਚਿੜੀਆਂ ਤੋਂ ਅੱਗ ਬੁਝਾ ਵੀ ਦੇਣੀ ਹੈ, ਕਿਉਂਕਿ ਸਾਡੀਆਂ ਜਿਹੜੀਆਂ ਚਿੜੀਆਂ ਨੇ ਨਾ ਉਹ ਬਾਜਾਂ ਤੋਂ ਵੀ ਖਤਰਨਾਕ ਨੇ। ਉਹੀ ਪੰਜਾਬੀ ਨੇ ਜਿਹੜੇ ਤੁਰਦੇ ਨਹੀਂ, ਤੁਰ ਪੈਣ ਤਾਂ ਮੁੜਦੇ ਨਹੀਂ। ਔਰ ਮੈਨੂੰ ਲੱਗਦਾ ਆਪਾਂ ਰਲ ਮਿਲ ਕੇ ਕਰਾਂਗੇ ਤਾਂ ਸਭ ਕੁਝ ਹੋ ਜਾਊਗਾ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਧੰਨਵਾਦ। ਸੋ ਅਮਿਤੋਜ ਮਾਨ ਹੋਰੀ ਜੁੜੇ ਸੀ ਜੂਝਦਾ ਪੰਜਾਬ ਤੋਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ? ਤੁਸੀਂ ਆਪਣੀਆਂ ਟਿੱਪਣੀਆਂ ਜ਼ਰੂਰ ਕਰਿਓ। ਦੂਸਰੀ ਗੱਲ, ਤੁਸੀਂ ਕਿਸੇ ਵੀ ਸਿਆਸੀ ਧਿਰ ਦੇ ਨਾਲ ਜੁੜੇ ਹੋ, ਤੁਸੀਂ ਅਮੀਰ ਹੋ, ਗਰੀਬ ਹੋ, ਪਿੰਡ ਦੇ ਹੋ, ਸ਼ਹਿਰ ਦੇ ਹੋ, ਕਸਬੇ ਦੇ ਹੋ, ਤੁਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ, ਤੁਸੀਂ ਅਨਪੜ੍ਹ ਹੋ ਜਾਂ ਥੋੜ੍ਹਾ ਪੜ੍ਹੇ ਲਿਖੇ ਹੋ, ਤੁਸੀਂ ਬੇਰੁਜ਼ਗਾਰ ਹੋ, ਅਰਧ ਬੇਰੁਜ਼ਗਾਰ ਹੋ ਜਾਂ ਪੂਰੇ ਰੁਜ਼ਗਾਰ ਤੇ ਲੱਗੇ ਹੋ, ਤੁਸੀਂ ਪੱਕੇ ਕਾਮੇ ਹੋ, ਤੁਸੀਂ ਕੱਚੇ ਕਾਮੇ ਹੋ, ਪਰ ਤੁਸੀਂ ਪੰਜਾਬੀ ਹੋ, ਤੁਸੀਂ ਇਨਸਾਨ ਹੋ, ਤੁਸੀਂ ਬੰਦੇ ਹੋ। ਤੇ ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਦੁਆਰਾ ਚੁਣੇ ਹੋਏ 117 ਬੰਦੇ ਜਿਨ੍ਹਾਂ ਨੇ 2 ਕਰੋੜ 12 ਲੱਖ ਵੋਟਰਾਂ ਨੂੰ ਰੀਪ੍ਰੈਜ਼ੈਂਟ ਕਰਨਾ, ਕਿ ਉਹ ਵਿਧਾਨ ਸਭਾ 'ਚ ਬੈਠਣ ਤੇ ਲੋਕਾਂ ਦੀ ਗੱਲ ਕਰਨ, ਉੱਥੇ ਬੈਠ ਕੇ ਆਪਣੀ ਅਸਲ ਡਿਊਟੀ ਕਰਨ? ਕੀ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਰਕਾਰੀ ਹਸਪਤਾਲ, ਸਰਕਾਰੀ ਸਕੂਲ, ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਕਾਲਜ, ਸਰਕਾਰੀ ਬੱਸਾਂ, ਉਹ ਸਾਰਾ ਕੁਝ ਚੰਗੇ ਤਰੀਕੇ ਚੱਲੇ? ਤੁਹਾਨੂੰ ਸਾਰਾ ਹੀ ਖੂਨ ਨਿਚੋੜ ਕੇ ਨੋਟ ਜਿਹੜੇ ਆ ਪ੍ਰਾਈਵੇਟ ਹੱਥਾਂ ਦੇ ਵਿੱਚ ਨਾ ਦੇਣੇ ਪੈਣ? ਕਿ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਜ਼ਦੂਰ ਜਿਹੜਾ ਉਹ ਉੱਪਰਲੇ ਪਾਸੇ ਨੂੰ ਜਾਵੇ, ਪੰਜਾਬ ਦੀ ਖੇਤੀਬਾੜੀ ਦੀ ਜਿਣਸ ਜਿਹੜੀ ਸਾਡੀ ਆ ਵਧੀਆ ਤਰੀਕੇ ਨਾਲ ਵਿਕੇ, ਬੇਰੁਜ਼ਗਾਰ ਨਾ ਧੱਕੇ ਖਾਣ, ਥਾਣਿਆਂ ਦੇ ਵਿੱਚ ਕਰਪਸ਼ਨ ਨਾ ਹੋਵੇ? ਚਾਹੁੰਦੇ ਹੋਣੇ ਆ ਨਾ? ਜੇ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਗੰਭੀਰਤਾ ਦੇ ਨਾਲ ਸੋਚਿਓ, ਕਿਉਂਕਿ ਆਪਣੇ ਕੋਲ ਪੰਜਾਬ ਬਚਾਉਣ ਦੇ ਲਈ 28 ਦਿਨ ਅਜੇ ਬਾਕੀ ਨੇ। 14 ਫਰਵਰੀ ਨੂੰ ਮਿੱਤਰਤਾ ਦਾ ਦਿਨ ਹੁੰਦਾ। ਐਤਕੀ ਵਾਲੀ ਮਿੱਤਰਤਾ ਇਨਸਾਨੀਅਤ ਨਾਲ ਪਾਇਓ, ਪੰਜਾਬ ਨਾਲ ਪਾਇਓ। ਤੁਸੀਂ ਪੰਜਾਬੀ ਬਣ ਕੇ ਸੋਚੋਗੇ, ਇਸ ਗੱਲ ਦੀ ਆਸ ਤੇ ਉਮੀਦ ਸਾਰਿਆਂ ਨੂੰ ਪੂਰੀ ਹੈ, ਕਿਉਂਕਿ ਤੁਸੀਂ ਕੰਮ ਸ਼ੁਰੂ ਕਰ ਚੁੱਕੇ ਹੋ। ਸੋ ਇੱਥੇ ਹੀ ਬਹੁਤ ਜ਼ਿਆਦਾ ਆਸਵੰਦ ਹੋ ਕੇ, ਉਮੀਦ ਦੇ ਨਾਲ ਲਬਰੇਜ਼ ਹੋ ਕੇ ਮੈਂ ਪਰਮਜੀਤ ਸਿੰਘ ਬਾਠ ਤੁਹਾਡੇ ਤੋਂ ਵਿਦਾ ਲੈਣਾ। ਇੱਥੇ ਹੀ ਪ੍ਰਾਈਮ ਏਸ਼ੀਆ TV ਦੇਖਦੇ ਰਹਿਣਾ ਭਾਈ, ਤੁਹਾਡਾ ਆਪਣਾ ਤੇ ਤੁਹਾਡੇ ਲਈ ਹੈ। ਸ਼ੁਕਰੀਆ ਜੀ।